ਆਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਉਪਬਨ ਵਿਖੇ ਪਰਵੇਸ਼ ਭੇ। ਭੇਖ ਰਮਨੀਕ ਸਥਾਨ। ਉਤਰੇ ਕਰਕੇ ਹਾਇ ਖਰੋਇ। ਬੰਧਨ ਕਰ ਦਿੜ ਪਾਨ। ਉਪਬਨ ਵਿਖੇ ਪਰਵੇਸ਼ ਭੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਪ੍ਰਗਟ ਪ੍ਰਤੱਖ ਗੁਰਾਂ ਕੀ ਦੇਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਨਾਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬੰਦਗੀ ਅਸਥਾਨਾਂ ਤੇ ਪਿਛਲੇ ਪੈਰ ਦੇ ਸੱਜੇ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੇ ਗੁਰ ਅਸਥਾਨਾਂ ਦੀ ਯਾਤਰਾ ਕਰ ਰਹੇ ਮਹਾਰਾਜ ਸਾਹਿਬ ਜੀ ਦੇ ਪਾਵਨ ਸਥਾਨ ਤੇ ਵੱਖ-ਵੱਖ ਥਾਵਾਂ ਤੇ ਸੇਵਾਵਾਂ ਕਰ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ। ਚੱਲ ਰਹੀ ਲੜੀਵਾਰ ਇਤਿਹਾਸ ਦੀ ਸਾਖੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਜੀਵਨ ਦੇ ਆਪਾਂ ਪ੍ਰਸੰਗ ਸਰਵਣ ਕਰ ਰਹੇ ਹਾਂ। ਸਤਿਗੁਰੂ ਜੀ ਆਪਣੀ ਗ੍ਰਿਫਤਾਰੀ ਦੇਣ ਵਾਸਤੇ ਆਗਰੇ ਵੱਲ ਨੂੰ ਜਾ ਰਹੇ ਹਨ। ਖਟਕੜ ਨਗਰ ਵਿੱਚ ਰਾਤ ਉਤਰੇ। ਜ਼ਿਮੀਂਦਾਰਾਂ ਨੇ ਮਹਾਰਾਜ ਦੇ ਘੋੜੇ ਵੇਖੇ ਕਿ ਬੜੇ ਰਾਜੀ ਘੋੜੇ ਹਨ, ਚੰਗੀ ਨਸਲ ਦੇ ਨੇ। ਕਹਿੰਦੇ ਘੋੜੇ ਚੋਰੀ ਕਰਦੇ ਆ ਰਾਤ ਨੂੰ, ਪਰਦੇਸੀ ਕੋਈ ਆਏ ਹਨ, ਆਪੇ ਖੱਪ ਖਪਾ ਕੇ ਚਲੇ ਜਾਣਗੇ, ਫਿਰ ਆਪਾਂ ਘਰੇ ਲਿਆ ਕੇ ਬੰਨ ਲਾਂਗੇ, ਵੇਚਾਂਗੇ। ਐਵੇਂ ਕੀਤਾ। 6 ਘੋੜੇ ਸਨ, 6 ਜਾਣੇ ਆਏ ਪਿੰਡ ਦੇ ਜ਼ਿਮੀਂਦਾਰ ਰਾਤ ਚੋਰੀ ਕਰਨ। ਜਦੋਂ ਪਹਿਰੇਦਾਰ ਵੇਖਿਆ ਵੀ ਸੌਂ ਗਿਆ ਹੈ, ਨੇੜੇ ਹੋਏ ਸਤਿਗੁਰਾਂ ਦੇ ਘੋੜਿਆਂ ਦੇ ਰੱਸੇ ਖੋਲ੍ਹਣ ਵਾਸਤੇ। ਜਦੋਂ ਰੱਸੇ ਨੂੰ ਹੱਥ ਪਾਇਆ ਇੱਕਦਮ ਅੰਨੇ ਹੋ ਗਏ। ਫੇਰ ਹੈਰਾਨ ਜੇ ਹੋ ਕੇ ਪਿਛਾਂਹ ਨੂੰ ਕਦਮ ਕੀਤਾ, ਸਭ ਕੁਝ ਸਾਹਮਣੇ ਦਿਖਣ ਲੱਗ ਪਿਆ ਵੀ ਘੋੜੇ ਵੱਜੇ ਆ ਕਿੱਲੇ। ਫਿਰ ਦੂਜੀ ਵਾਰ ਆਏ ਤਾਂ ਨਿਗਾਹ ਫੇਰ ਚਲੇ ਗਈ। ਇੱਦਾਂ ਕਹਿੰਦੇ ਵੀ ਕੁਝ ਸਮਾਂ ਇਹਨਾਂ ਨੇ ਵੇਖਿਆ ਵੀ ਜਦੋਂ ਨੇੜੇ ਜਾਂਦੇ ਆ ਘੋੜੇ ਖੋਲ੍ਹਣ ਵਾਸਤੇ ਅੰਨੇ ਹੋ ਜਾਂਦੇ ਆ, ਜਦੋਂ ਪਿਛਾਂਹ ਹਟਦੇ ਆ ਤੇ ਸਾਰਾ ਕੁਝ ਪਹਿਲਾਂ ਵਾਂਗ ਦਿਖਦਾ। ਹੈਰਾਨੀ ਮੰਨੀ ਵੀ ਇਹ ਜਿਨ੍ਹਾਂ ਦੇ ਅਸੀਂ ਘੋੜੇ ਚੋਰੀ ਕਰ ਰਹੇ ਹਾਂ ਕੋਈ ਮਹਾਨ ਨੇ। ਇਹ ਤਾਂ ਸੁਣਿਆ ਸੀ ਵੀ ਕਿਸੇ ਕੋਲ ਵੀ ਇਹ ਗੁਰੂ ਹਨ, ਪਰ ਵਾਕਈ ਪੂਰੇ ਹਨ। ਰਾਤ ਉੱਥੋਂ ਹੀ ਨਮਸਕਾਰ ਕਰਕੇ ਡਰਦੇ ਘਰੇ ਚਲੇ ਗਏ। ਗੱਲਬਾਤ ਚੱਲੀ ਵੀ ਪੂਰਨ ਆਏ ਹਨ। ਸਿਆਣੇ ਕਿਸੇ ਨੇ ਆਖਿਆ ਵੀ ਜਿਹੜੇ ਇਹੋ ਜਿਹੇ ਹੁਣ ਉਹਨਾਂ ਕੋਲ ਲਾਭ ਲੈ ਲਈਦਾ ਹੁੰਦਾ। ਇਉਂ ਕਰੋ ਸਵੇਰੇ ਉਹਨਾਂ ਦੀ ਸੇਵਾ ਕਰਕੇ ਖੁਸ਼ ਕਰ ਲਈਏ ਪਹਿਲਾਂ, ਫਿਰ ਮਾਫੀ ਮੰਗੀਏ। ਕਹਿੰਦੇ ਕੀ ਕਹਾਂਗੇ ਆਪਾਂ ਆਪਣੇ ਪਿੰਡ ਦੇ ਵਿੱਚ। ਦੂਸਰਾ ਕਹਿੰਦਾ ਪਾਣੀ ਖਾਰਾ ਹੈ, ਗੁਰੂ ਸਾਹਿਬ ਦੇ ਕੋਲੋਂ ਪਾਣੀ ਮਿੱਠਾ ਕਰਾ ਲਓ, ਸੁੱਖ ਮਾਣੋਗੇ, ਪਰ ਸਾਰਾ ਨਗਰ ਸਭ ਪਿੰਡ ਦਾ ਭਲਾ ਹੋ ਜਾਊਗਾ। ਕੌੜਾ ਖਾਰਾ ਪਾਣੀ ਪੀ ਪੀ ਕੇ ਸਰੀਰ ਰੋਗੀ ਹੋਏ ਨੇ, ਮਨ ਮੰਨਦਾ ਨਹੀਂ ਹੈ। ਇਸ ਤਰ੍ਹਾਂ ਦੀ ਵਿਚਾਰ ਕਰ ਰਾਤ ਬਤੀਤ ਕੀਤੀ। ਸਵੇਰੇ ਘਿਓ, ਦੁੱਧ, ਦਹੀਂ, ਚੌਲ, ਆਟਾ ਭਾਂਡੇ ਭਰ ਭਰ ਕੇ ਲੈ ਆਏ। ਦੱਸਿਆ ਮਹਾਰਾਜ ਅਸੀਂ ਅਪਰਾਧੀ ਹਾਂ, ਰਾਤ ਨੂੰ ਤੁਹਾਡੇ ਘੋੜੇ ਚੋਰੀ ਕਰਨ ਆਏ ਸੀ। ਪਹਿਲਾਂ ਵੀ ਕਿਸੇ ਦੀ ਮੱਝ ਦੇ ਰੱਸਾ ਖੋਲ ਹੀ ਲੈਂਦੇ ਸੀ, ਮੱਝ ਗਾਂ ਲੈ ਆਉਂਦੇ ਸਾਂ। ਮਾੜੇ ਕੰਮ ਹਨ ਸਾਡੇ, ਮਾਫ ਕਰ ਦਿਓ। ਤੁਸੀਂ ਪਾਤਸ਼ਾਹ ਜੀ ਬਖਸ਼ਣਹਾਰ ਹੋ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਚੰਗਾ ਕੀਤਾ ਜਿਹੜਾ ਆਪਣੀ ਤੁਸੀਂ ਗਲਤੀ ਗੁਨਾਹ ਆਪ ਬੋਲ ਕੇ ਮੰਨਿਆ, ਜਿਹਦੇ ਕੰਮ ਤੁਹਾਡਾ ਬੜਾ ਵਿਗੜ ਜਾਣਾ ਸੀ ਤੇ ਹੁਣ ਕਾਰਜ ਸੁਧਰ ਜਾਣਗੇ। ਇਹੋ ਜਿਹੀਆਂ ਅਲਾਮਤਾਂ ਛੱਡ ਦਿਓ, ਫਿਰ ਇਹੋ ਜਿਹਾ ਕੋਈ ਕਰਮ ਨਾ ਕਰਿਓ ਚੋਰੀ ਜਾਰੀ ਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੇਵਾ ਦੇ ਖੁਸ਼ ਹੋ ਕੇ ਕਹਿੰਦੇ ਮੰਗੋ ਕੀ ਚਾਹੀਦਾ। ਕਹਿੰਦੇ ਮਹਾਰਾਜ ਹੋਰ ਤਾਂ ਕੋਈ ਮੰਗ ਨਹੀਂ ਹੈ,
ਇਉਂ ਕਿਰਪਾ ਕਰੋ ਪਿੰਡ ਦੀ ਹੱਦ ਤੀਕਰ ਜਿੱਥੇ ਵੀ ਅਸੀਂ ਖੂਹ ਲਾਉਂਦੇ ਆ ਪਾਣੀ ਕੌੜਾ ਹੀ ਨਿਕਲਦਾ, ਜਲ ਮਿੱਠਾ ਕਰ ਦਿਓ। ਸਤਿਗੁਰੂ ਮਹਾਰਾਜ ਨੇ ਪੱਥੇ ਤੋਂ ਤੀਰ ਕੱਢ ਕੇ ਚੱਲੇ ਤੇ ਚਾੜਿਆ, ਖਿੱਚ ਕੇ ਕੰਨ ਤੀਕਰ ਚਲਾਇਆ, ਜਿੱਥੇ ਤੀਰ ਜਾ ਕੇ ਡਿੱਗਾ। ਸਾਹਿਬ ਕਹਿੰਦੇ ਤੋਂ ਉਰੇ ਜਿੱਥੇ ਵੀ ਤੁਸੀਂ ਪਾਣੀ ਦੇ ਲਈ ਖੂਹ ਪੱਟੋਗੇ ਜਲ ਮਿੱਠਾ ਕਰਤਾ ਹੈ, ਮਿੱਠਾ ਹੀ ਜਲ ਨਿਕਲੇਗਾ। ਮਹਾਰਾਜ ਸਾਹਿਬ ਦੇ ਬਚਨਾਂ ਤੇ ਸ਼ਰਧਾ ਰੱਖ ਕੇ ਇਹਨਾਂ ਨੇ ਉਸੇ ਤਰ੍ਹਾਂ ਕੀਤਾ। ਉਸ ਤੀਰ ਦੀ ਹੱਦ ਦੇ ਅੰਦਰ ਅੰਦਰ ਖੂਹ ਪੱਟਿਆ, ਨਿਰਮਲ ਜਲ ਦਾ ਫਿਰ ਆਨੰਦ ਮਾਣਦੇ ਰਹੇ। ਇੱਕ ਦਿਨ ਤਾਂ ਇਹਨਾਂ ਸੇਵਾ ਲਈ ਹੱਥ ਜੋੜ ਕੇ ਰੱਖਿਆ ਵੀ ਮਹਾਰਾਜ ਕੱਲ ਤਾਂ ਅਸੀਂ ਬੇਮੁਖ ਤੁਹਾਡੇ ਲਾਗੇ ਨਹੀਂ ਲੱਗੇ ਸੇਵਾ ਕਰਨ, ਸਗੋਂ ਤਾਂ ਚੋਰੀ ਕਰਨ ਆ ਗਏ ਤੁਹਾਡੇ ਘੋੜੇ, ਅੱਜ ਸੇਵਾ ਸਾਨੂੰ ਹੱਥੀਂ ਕਰ ਲੈਣ ਦਿਓ। ਫਿਰ ਇੱਥੋਂ ਮਹਾਰਾਜ ਚੱਲੇ ਹਨ ਤੇ ਚੱਲਦਿਆਂ ਹੋਇਆਂ ਗਰੀਬ ਨਵਾਜ਼ ਸਾਹਿਬ ਜੀ ਰਸਤੇ ਦੇ ਵਿੱਚ ਕਿਤੇ ਬਹੁਤਾ ਸਮਾਂ ਠਹਿਰਦੇ ਨਹੀਂ ਹੈ। 6-6 ਕੋਹ ਦੀ 10-10 ਕੋਹ ਦੀ ਮੰਜ਼ਿਲ ਕਰਕੇ ਵਿਸ਼ਰਾਮ ਕਰਦੇ ਆ, ਫਿਰ ਚੱਲ ਪੈਂਦੇ ਆ, ਰਾਤ ਨੂੰ ਵਿਸ਼ਰਾਮ ਕਰਦੇ ਆ। ਆਗਰੇ ਸ਼ਹਿਰ ਵਿੱਚ ਮਹਾਰਾਜ ਪਹੁੰਚ ਗਏ ਨੇ। ਬਾਗ ਲੱਗੇ ਹੋਏ ਹਨ ਤੁਰਕਾਂ ਦੇ, ਬਹੁਤ ਵੱਡੀ ਛਾਉਣੀਆਂ ਨੇ ਇੱਥੇ ਵੀ। ਦੂਸਰਾ ਤਖਤ ਸੀ ਦਿੱਲੀ ਤੋਂ ਬਾਅਦ ਉਹਨਾਂ ਦਾ ਇੱਥੇ। ਮਹਾਰਾਜ ਨਵੇਂ ਪਾਤਸ਼ਾਹ ਇੱਕ ਬਾਗ ਵਿੱਚ ਪ੍ਰਵੇਸ਼ ਕੀਤੇ ਆ, ਸੋਹਣਾ ਬਾਗ ਹੈ। ਗਰੀਬ ਨਵਾਜ਼ ਸਤਿਗੁਰਾਂ ਦੇ ਨਾਲ 5 ਸਿੱਖ ਵੀ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਬਾਗ ਵਿੱਚ ਪਹੁੰਚੇ ਹਨ, ਜੋ ਆਨੰਦ ਦੇ ਦੇਣ ਵਾਲਾ ਸੋਹਣਾ ਵਾਤਾਵਰਨ ਹੈ। ਇੱਥੇ ਨਵੇਂ ਪਾਤਸ਼ਾਹ ਜਿਵੇਂ ਖੇਡ ਵਰਤਾਉਂਦੇ ਹਨ। ਇਹ ਕਥਾ ਆਪਾਂ ਅੱਜ ਸਰਵਣ ਕਰਾਂਗੇ। ਆਓ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨ ਕਮਲਾਂ ਦਾ ਧਰੀਏ ਧਿਆਨ। ਰਸਨਾ ਕਰੋ ਪਵਿੱਤਰ ਸਾਰੀ ਸੰਗਤ ਹੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਉਪਬਨ ਵਿਖੇ ਪਰਵੇਸ਼ ਭੇ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਗਰੇ ਸ਼ਹਿਰ ਵਿੱਚ ਉਪਬਨ, ਬਨ ਕਹਿੰਦੇ ਨੇ ਜੰਗਲ ਨੂੰ, ਤੇ ਉਪ ਜਦੋਂ ਨਾਲ ਲਾ ਦਿੰਦੇ ਫਿਰ ਬਣ ਜਾਂਦਾ ਹੈ ਬਾਗ। ਉਪਬਨ ਵਿਖੇ ਪ੍ਰਵੇਸ਼ ਭੇ। ਮਹਾਰਾਜ ਸਾਹਿਬ ਇੱਕ ਬਾਗ ਦੇ ਵਿੱਚ ਸਤਿਗੁਰੂ ਜੀ ਪ੍ਰਵੇਸ਼ ਕੀਤੇ। ਵੇਖ ਰਮਨੀਕ ਸਥਾਨ। ਰਮਨੀਕ ਬਹੁਤ ਸੋਹਣਾ ਆਨੰਦ ਦੇ ਦੇਣ ਵਾਲਾ ਥਾਂ ਵੇਖਿਆ ਸਤਿਗੁਰਾਂ ਨੇ। ਉਤਰੇ ਕਰਕੇ ਹਾਏ ਖਰੋ। ਆਪਣੇ ਘੋੜੇ ਨੂੰ ਇੱਥੇ ਖਲਾਰ ਕੇ ਵੀ ਆਹ ਬਾਗ ਸੋਹਣਾ ਹੈ, ਇੱਥੇ ਕੁਝ ਸਮਾਂ ਆਪਾਂ ਠਹਿਰਦੇ ਆਂ। ਸੋਹਣੇ ਬਾਗ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਉਤਰੇ ਹਨ। ਬੰਧਨ ਕਰ ਡਿੜ ਪਾਨ। ਹੱਥਾਂ ਦੇ ਨਾਲ ਆਪੋ ਆਪਣੇ ਘੋੜੇ ਜੋ ਉਹਨਾਂ ਦੇ ਗਲ ਦੇ ਵਿੱਚ ਰੱਸਾ ਪਾ ਕੇ ਤੇ ਦ੍ਰਿੜਤਾ ਦੇ ਨਾਲ ਬੰਨ੍ਹ ਦਿੱਤੇ ਬਾਗ ਦੇ ਵਿੱਚ। ਛਾਉ ਪਾਈ ਨਿਜ ਨਿਜ ਆਸ ਢਿਗ ਸਿੱਖ ਤਬ ਬੈਸੇ। ਮਹਾਰਾਜ ਸਾਹਿਬ ਦੇ ਸਮੇਤ ਜਿਹੜੇ 5 ਸਿੱਖ ਸਨ ਆਪੋ ਆਪਣੇ ਘੋੜੇ ਦੇ ਨੇੜੇ ਹੀ ਬੈਠ ਗਏ। ਚਿਤਵਤ ਗੁਰੂ ਕਰਹਿ ਅਬ ਕੈਸੇ। ਇੱਥੇ ਸੋਚਦੇ ਆ ਵੀ ਆਗਰੇ ਆਏ ਆ, ਪਤਾ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਕੀ ਕਰਨਗੇ ਇੱਥੇ ਹੁਣ। ਦੇਖੇ ਬਾਗ ਪ੍ਰਭੂ ਬਹੁ ਭਾਂਤੇ। ਕੀ ਵੇਂਦੇ ਆ ਗੁਰੂ ਤੇਗ ਬਹਾਦਰ ਸਾਹਿਬ ਵੱਲ। ਸਿੱਖਾਂ ਦਾ ਧਿਆਨ ਹੈ ਵੀ ਨਵੇਂ ਪਾਤਸ਼ਾਹ ਬਹੁਤ ਭਾਂਤਾਂ ਦੇ ਨਾਲ ਜਿਵੇਂ ਬਾਗ ਵੇਖ ਰਹੇ ਹੋਣ। ਕਦੀ ਕਿਸੇ ਪਾਸੇ ਨਿਗਾਹ ਜਾਂਦੀ ਹੈ, ਕਦੀ ਨਵੇਂ ਸਤਿਗੁਰਾਂ ਦੀ ਕਿਸੇ ਪਾਸੇ ਨਿਗਾਹ ਜਾਂਦੀ ਹੈ। ਇਤ ਕੋ ਆਵਤ ਉਤ ਕੋ ਜਾਤੇ। ਕਦੀ ਇੱਧਰ ਉਰਲੇ ਪਾਸੇ ਨੂੰ ਸਿੱਖ ਵੇਖਦੇ ਆ ਵੀ ਮਹਾਰਾਜ ਆ ਜਾਂਦੇ ਆ ਟਹਿਲਦੇ ਹੋਏ, ਕਦੀ ਫਿਰ ਪਰੇ ਨੂੰ ਚਲੇ ਜਾਂਦੇ ਹਨ ਦੂਰ ਤੀਕਰ। ਬਹੁਰ ਸਥੰਡਲ ਪਰ ਚੜ ਫਿਰ ਜਿਹੜੇ ਪੱਕੇ ਥੜੇ ਦੇ ਬਣੇ ਹੋਏ ਸਨ ਬਾਗ ਦੇ ਵਿੱਚ, ਸਤਿਗੁਰੂ ਸਾਹਿਬ ਜੀ ਉਸ ਉੱਚੇ ਪੱਕੇ ਥੜੇ ਦੇ ਉੱਤੇ ਚੜ ਗਏ। ਆਮਨ ਜਾਨ ਬਾਰ ਬਹੁ ਕਰੈ। ਤੇ ਥੜੇ ਦੇ ਉੱਤੇ ਵੀ ਇੱਧਰ ਉੱਧਰ ਆਉਂਦੇ ਜਾਂਦੇ ਹੈ। ਥੜੇ ਦੇ ਕਦੀ ਸੱਜੇ ਨੂੰ ਕਦੀ ਖੱਬੇ ਨੂੰ 4 ਚੁਫੇਰੇ ਹੀ ਘੁੰਮਦੇ ਹਨ ਗੁਰੂ ਤੇਗ ਬਹਾਦਰ ਸਾਹਿਬ। ਬਾਗ ਪੌਰ ਕੀ ਦਿਸ਼ਾ ਬਿਲੋਕਹਿ। ਤੇ ਜਿਹੜਾ ਬਾਗ ਦਾ ਬਾਹਰੋਂ ਦਰਵਾਜ਼ਾ ਅੰਦਰ ਜਿੱਧਰ ਦੀ ਆਈਦਾ ਹੈ ਉਸ ਪਾਸੇ ਨੂੰ ਵਾਰ-ਵਾਰ ਨਵੇਂ ਸਤਿਗੁਰੂ ਵੇਖਦੇ ਨੇ, ਮਾਨੋ ਕਿਸੇ ਦੀ ਉਡੀਕ ਕਰ ਰਹੇ ਹੋਣ ਵੀ ਹਾਲੇ ਆਇਆ ਕਿਉਂ ਨਹੀਂ ਹੈ। ਅਪਰ ਦਿਸ਼ਨ ਤੇ ਦ੍ਰਿਸ਼ਟੀ ਰੋਕਹਿ। ਹਾਂ, ਹੋਰ ਪਾਸਿਓਂ ਕਹਿੰਦੇ ਦ੍ਰਿਸ਼ਟੀ ਰੋਕ ਕੇ ਤਾਂ ਵਾਰ-ਵਾਰ ਜਿੱਧਰ ਨੂੰ ਵੀ ਘੁੰਮਦੇ ਹਨ ਤੇ ਨਾਲ ਦੀ ਨਾਲ ਮਹਾਰਾਜ ਦੀ ਨਿਗਾਹ ਬਾਗ ਦੇ ਬਾਹਰਲੇ ਰਸਤੇ ਤੇ ਹੈ ਵੀ ਉਧਰੋਂ ਜਿਵੇਂ ਕਿਸੇ ਨੇ ਆਉਣਾ ਹੋਵੇ ਉਹਨੂੰ ਉਡੀਕਦੇ ਹੋਏ ਮਹਾਰਾਜ ਟਹਿਲ ਰਹੇ ਨੇ ਨਵੇਂ ਪਾਤਸ਼ਾਹ। ਫਿਰ ਹੈ ਕਦਮ ਪੋਛੀ ਕਹੋ ਕਰਤੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਵੀ ਇਸ ਤਰ੍ਹਾਂ
ਫਿਰ ਹੈ ਕਦਮ ਪੋਸ਼ੀ ਕੋ ਕਰਤੇ। ਕਦਮ ਪੋਸ਼ੀ ਕਰਦੇ ਭਾਵ ਟਹਿਲਦੇ ਹੋਏ ਮਹਾਰਾਜ ਟਹਿਕਦੇ ਹੋਏ ਫਿਰ ਰਹੇ ਹਨ। ਉਪਪਨ ਦਰ ਕੋ ਬਹੁਤ ਨਿਹਰਤੇ। ਤੇ ਵਾਰ-ਵਾਰ ਕੀ ਵੇਖਣ ਚਾਹੁੰਦਾ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਬਾਗ ਦੇ ਰਸਤੇ ਨੂੰ ਵੇਖ ਰਹੇ ਹਨ, ਜੋ ਬਾਹਰੋਂ ਬਾਗ ਵਿੱਚ ਰਸਤਾ ਹੁੰਦਾ ਏ। ਤਿਸ ਛਿਨ ਏਕ ਅਯਾਲੀ ਆਇਓ। ਉਸ ਸਮੇਂ ਕੀ ਹੋਇਆ ਵੀ ਇੱਕ ਬੱਕਰੀਆਂ ਭੇਡਾਂ ਚਾਰਨ ਵਾਲਾ ਅਯਾਲੀ ਬਾਗ ਦੇ ਵਿੱਚ ਆ ਪ੍ਰਵੇਸ਼ ਹੋਇਆ। ਅਜਾ ਬ੍ਰਿੰਦ ਕੋ ਫਿਰਤ ਚਰਾਇਓ। ਆ ਬੱਕਰੀਆਂ ਕਿਤੇ ਕਹਿੰਦੇ ਵੀ ਬਾਗ ਦੇ ਨੇੜੇ ਨੇੜੇ ਬਾਹਰ ਵੱਟਾਂ ਦੇ ਉੱਤੇ ਚਾਰਦਾ ਫਿਰਦਾ ਸੀ। ਗਮਨ ਤਹਿ ਦੇਖ ਹਕਾਰਿਓ ਤਾਹੀ। ਅੱਗੇ ਪਾਣੀ ਪੀਣ ਜਾ ਰਿਹਾ ਸੀ ਬਾਗ ਵਿੱਚ, ਜਿੱਥੇ ਕਿਤੇ ਪਾਣੀ ਦੀ ਕੋਈ ਹੈ ਸੀ ਪ੍ਰਬੰਧ, ਉਹਨੂੰ ਪਾਣੀ ਪੀਣ ਜਾਂਦੇ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੇਖ ਕੇ ਆਵਾਜ਼ ਮਾਰੀ। ਸੁਣ ਬੁਹਾਰ ਚਲ ਅਲਿਓ ਪਾਹੀ। ਮਹਾਰਾਜ ਸਾਹਿਬ ਨੇ ਜਦੋਂ ਕਿਹਾ, ਵੇਖ ਭਾਈ ਬੱਕਰੀਆਂ ਚਾਰਨ ਵਾਲਿਆ ਇੱਧਰ ਆ। ਗੁਰੂ ਸਾਹਿਬ ਦੀ ਆਵਾਜ਼ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਆ ਗਿਆ। ਦਰਸ਼ਨ ਕਰ ਪਗ ਬੰਧਨ ਠਾਨੀ। ਮਹਾਰਾਜ ਦੇ ਦਰਸ਼ਨ ਕੀਤੇ ਵੀ ਬੜਾ ਨਿਰਾਲੀ ਚਿਹਰਾ ਹੈ, ਵੀ ਬੜੇ ਸੋਹਣੇ ਸਰੂਪ ਨੇ, ਬਸਤਰ ਨੇ, ਸ਼ਸਤਰ ਨੇ। ਤੇ ਮਹਾਰਾਜ ਸਾਹਿਬ ਜੀ ਨੂੰ ਕੋਈ ਬਹੁਤਾ ਵੱਡਾ ਇਹਨੂੰ ਇਹ ਤਾਂ ਪਤਾ ਨਹੀਂ ਲੱਗਾ ਵੀ ਗੁਰੂ ਸਾਹਿਬ ਆ ਜਾਂ ਕੋਈ ਸਾਧੂ ਮਹਾਤਮਾ, ਵੀ ਜਿਵੇਂ ਕੋਈ ਬਹੁਤ ਵੱਡਾ ਅਹਿਲਕਾਰ ਹੁੰਦਾ ਨਾ, ਅਫਸਰ ਹੁੰਦਾ ਏ, ਇਸ ਤਰ੍ਹਾਂ ਜਾਣ ਕੇ ਮਹਾਰਾਜ ਨੂੰ ਵੰਦਨਾ ਕੀਤੀ। ਤਬ ਗੁਰਦੇਵ ਕਹੀ ਮੁਖ ਬਾਣੀ। ਤਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਅਯਾਲੀ ਦੇ ਤਾਈਂ ਬਚਨ ਕੀਤਾ। ਹਮਰੋ ਕਾਮ ਏਕ ਕਰ ਆਓ। ਮਹਾਰਾਜ ਕਹਿੰਦੇ ਭਾਈ ਸਾਡਾ ਇੱਕ ਕੰਮ ਹੈ, ਜਾਂ ਸ਼ਹਿਰ ਦੇ ਵਿੱਚ ਕਰਕੇ ਆ। ਨਿਜ ਨਿਜ ਮਿਹਨਤ ਲੈ ਕਰ ਪੁਨ ਜਾਓ। ਤੇ ਕਹਿੰਦੇ ਫਿਰ ਜਦੋਂ ਕੰਮ ਕਰਕੇ ਆਏਗਾ ਤੈਨੂੰ ਮਿਹਨਤ ਦਵਾਂਗੇ, ਵੀ ਖਾਲੀ ਕੰਮ ਨਹੀਂ ਕਰਾਉਂਦੇ, ਤੂੰ ਸ਼ਹਿਰ ਦੇ ਵਿੱਚ ਜਾ ਕੇ ਸਾਡਾ ਇੱਕ ਕੰਮ ਕਰਿਆ। ਜਦੋਂ ਵਾਪਸ ਆਏਗਾ ਫਿਰ ਆਪਣੀ ਮਿਹਨਤ ਲੈ ਕੇ ਜਾਵੀਂ, ਜੋ ਤੇਰੇ ਮਨ ਭਾਉਂਦੀ ਹੋਵੇਗੀ ਮਜ਼ਦੂਰੀ ਮੰਗ ਲਵੀਂ। ਅਜਾ ਬ੍ਰਿੰਦ ਹਮ ਰਹੇ ਬਿਲੋਕਤ। ਇਹ ਕਹਿਣ ਲੱਗਾ ਮਹਾਰਾਜ ਮੇਰੀਆਂ ਬੱਕਰੀਆਂ ਇਹ ਖਿੰਡ ਪੁੰਡ ਜਾਣਗੀਆਂ ਇੱਧਰ ਉੱਧਰ। ਸਾਹਿਬ ਕਹਿੰਦੇ ਵੀ ਅਸੀਂ ਤੇਰੀਆਂ ਬੱਕਰੀਆਂ ਦਾ ਧਿਆਨ ਰੱਖਾਂਗੇ, ਤੇਰੀਆਂ ਬੱਕਰੀਆਂ ਇਹ ਭੇਡਾਂ ਇਹ ਕਿਸੇ ਪਾਸੇ ਜਾਣ ਨਹੀਂ ਦਿੰਦੇ। ਰਾਖੇਂਗੇ ਚਹੁ ਦਿਸ਼ ਤੇ ਰੋਕਤ। ਆ ਚਾਰ ਪਾਸੋਂ ਰੋਕ ਕੇ ਰੱਖਾਂਗੇ, ਵੀ ਇੱਥੇ ਇੱਥੇ ਨੇੜੇ ਨੇੜੇ ਬਾਗ ਦੇ ਚਰਦੀਆਂ ਰਹਿਣ, ਤੇ ਇਹ ਕਿਧਰੇ ਗਵਾਚ ਨਾ ਜਾਣ, ਕਿਤੇ ਰਸਤਾ ਨਾ ਭਟਕ ਜਾਣ। ਇਸ ਤਰ੍ਹਾਂ ਨਹੀਂ ਅਸੀਂ ਹੋਣ ਦਿੰਦੇ, ਤੂੰ ਬੱਕਰੀਆਂ ਵੱਲੋਂ ਬੇਫਿਕਰ ਹੋ ਜਾ। ਸੰਤ ਅਯਾਲੀ ਲੱਭ ਨੇ ਪ੍ਰੇਰਿਓ। ਆ ਜਦੋਂ ਅਯਾਲੀ ਨੇ ਗੁਰੂ ਤੇਗ ਬਹਾਦਰ ਸਾਹਿਬ ਕੋ ਸੁਣਿਆ ਤਾਂ ਲੱਭ ਨੇ ਪ੍ਰੇਰਨਾ ਕੀਤੀ, ਕਿਉਂਕਿ ਆ ਗਿਆ ਨਾ ਲੱਭ ਵੀ ਚਲੋ ਮਹਾਰਾਜ ਕਹਿੰਦੇ ਆ ਵੀ ਤੂੰ ਆਪਣੀ ਮਜ਼ਦੂਰੀ ਲੈ ਜਾਵੀਂ ਕੁਝ। ਹਰ ਬੜ ਪੁਰਖ ਸੁਦਰਸ਼ਨ ਹੇਰ। ਤੇ ਫੇਰ ਵੇਖਿਆ ਵੀ ਕੋਈ ਵੱਡਾ ਹੀ ਪੁਰਖ ਲੱਗਦੇ ਨੇ, ਇਹਨਾਂ ਦੇ ਦਰਸ਼ਨ ਵੇਖ ਕਰਕੇ ਬਹੁਤ ਸੋਹਣਾ ਲੱਗ ਰਿਹਾ ਹੈ। ਕਹਿਤ ਭਇਓ ਦੀ ਜਿਹ ਫਰਮਾਏ। ਉਸ ਵੇਲੇ ਕਹਿੰਦਾ ਵੀ ਦੱਸੋ ਜੀ, ਜੋ ਤੁਹਾਡਾ ਹੁਕਮ ਹੈ ਮੈਂ ਉਹੀ ਕੰਮ ਕਰ ਆਉਣਾ ਹਾਂ। ਕਾਰਜ ਕਰਹੁ ਜਥਾ ਰਜਾਈ। ਜਿਵੇਂ ਤੁਹਾਡੀ ਆਗਿਆ ਹੋਵੇ ਮੈਂ ਸ਼ਹਿਰ ਵਿੱਚ ਜਾ ਕੇ ਤੁਹਾਡਾ ਕਾਰਜ ਕਰਾਂਗਾ। ਮਾਨੀ ਬਾਤ ਸੋ ਕਰਿਓ ਨਿਹਾਰਨ। ਆਏ ਨੇ ਜਦੋਂ ਮਹਾਰਾਜ ਸਾਹਿਬ ਜੀ ਦੀ ਗੱਲ ਮੰਨ ਲਈ, ਗੁਰੂ ਤੇਗ ਬਹਾਦਰ ਸਾਹਿਬ ਨੇ ਵੇਖਿਆ ਵੀ ਇਹ ਸ਼ਹਿਰ ਵਿੱਚ ਜ਼ਰੂਰ ਜਾਵੇਗਾ। ਉਥੇ ਛਾਪ ਕਰ ਕਰੀ ਨਿਕਾਰਨ। ਮਹਾਰਾਜ ਸਾਹਿਬ ਜੀ ਦੇ ਕੋਲ ਇੱਕ ਛਾਪ ਸੀ ਜਿਹਦੇ ਉੱਤੇ ਬਹੁਤ ਕੀਮਤੀ ਹੀਰਾ ਲੱਗਾ। ਉਸੇ ਵੇਲੇ ਆਪਣੇ ਹੱਥ ਵਿੱਚੋਂ ਕੱਢੀ ਹੈ, ਜਿਸ ਮਹਿ ਬਹੁਤ ਮੋਲ ਕੋ ਹੀਰਾ। ਜਿਸ ਛਾਪ ਦੇ ਅੰਦਰ ਬਹੁਤ ਹੀ ਮੁੱਲ ਦਾ ਹੀਰਾ ਲੱਗਾ ਹੋਇਆ, ਜੜਤ ਕੀਤੀ ਹੈ ਨਗ ਦੀ। ਉਜਲ ਅਸ਼ਟ ਕੋਰ ਕਰ ਚੀਰਾ। ਆ ਉਜਲ ਰੰਗ ਹੈ, ਅਸ਼ਟਕੋਰ ਹੈ, 8 ਪਹਿਲੂ ਨੇ, 8 ਉਹਦੇ ਵਿੱਚ ਨੁਕਰਾਂ ਬਣਾਈਆਂ। ਜਦੋਂ ਹੀਰੇ ਨੂੰ ਘੜਿਆ ਤੇ ਘੜ ਕੇ 8 ਪਹਿਲੂਆਂ ਦੇ ਸਹਿਤ ਉਸ ਮੁੰਦਰੀ ਦੇ ਉੱਤੇ ਜੜਿਆ ਹੈ। ਦਈ ਅਯਾਲੀ ਕੇ ਤਬ ਕਰਮ। ਮਹਾਰਾਜ ਨੇ ਉਹ ਛਾਪ ਅਯਾਲੀ ਦੇ ਹੱਥ ਵਿੱਚ ਫੜਾਤੀ ਵੀ ਆਹ ਛਾਪ ਲੈ ਜਾ ਤੂੰ। ਕਹਿਓ ਬਾਹਰ ਲੈ ਜਾਹੋ ਨਗਰ ਮੈਂ। ਤੇ ਫੇਰ ਕਹਿਣ ਲੱਗਾ ਮਹਾਰਾਜ ਇਹਦਾ ਮੈਂ ਕੀ ਕਰਾਂਗਾ? ਕਹਿੰਦੇ ਤੂੰ ਆਗਰੇ ਸ਼ਹਿਰ ਦੇ ਵਿੱਚ ਲੈ ਕੇ ਚਲਿਆ ਜਾ। ਦੋਏ ਰਜਤ ਪਣ ਕੋ ਪਕਵਾਨ। 2 ਰਜਤ ਪਣ 2 ਚਾਂਦੀ ਦੇ ਰੁਪਈਆਂ ਦਾ ਕਹਿੰਦੇ ਕੋਈ ਮਿੱਠਾ ਪਕਵਾਨ ਲੈ ਕੇ ਆ ਹਲਵਾਈ ਦੀ ਦੁਕਾਨ ਤੋਂ। ਹੋਏ ਸਨਿਗਧ ਅਧਿਕ ਮਿਸ਼ਟਾਨ। ਆ ਘਿਓ ਦੇ ਸਮੇਤ ਸਨਿਗਧ ਹੋਵੇ, ਭਾਵ ਕਿ ਚਿਕਨਾਈ ਵਾਲਾ ਘਿਓ ਵਾਲਾ ਦੇਸੀ ਘਿਓ ਦੇ ਬਣੇ ਹੋਏ ਤੇ ਮਿੱਠੇ ਪਕਵਾਨ ਮਠਿਆਈ ਖਰੀਦ ਕੇ ਲੈ ਕੇ ਆ। ਗਹਿਣੇ ਧਰੋ ਛਾਪ ਕੋ ਜਾਵੋ। ਤੇ ਕਹਿੰਦਾ ਮਹਾਰਾਜ ਆ ਛਾਪ ਨਾ ਕਿਵੇਂ ਮਿਲੂਗੀ ਮਠਿਆਈ? ਸਤਿਗੁਰੂ ਸਾਹਿਬ ਕਹਿੰਦੇ ਨੂੰ ਗਹਿਣੇ ਰੱਖਿਆ,
ਦੁਕਾਨਦਾਰ ਨੂੰ ਕਹੀਂ ਵੀ ਇਹ ਸਾਡੀ ਇਮਾਨਤ ਗਹਿਣੇ ਰੱਖ ਲੈ। ਸੋ ਅਬ ਹੀ ਪੁਰ ਤੇ ਲੈ ਆਵੋ। ਤੇ ਹੁਣੇ ਜਾ ਕੇ ਮਠਿਆਈ ਲੈ ਆ, ਬਾਕੀ ਉਹਨੂੰ ਕਹੀਂ ਵੀ ਅਸੀਂ ਆ ਕੇ ਆਪਣੀ ਛਾਪ ਜਿਹੜੀ ਉਹ ਵਾਪਸ ਲੈ ਲਵਾਂਗੇ। ਸੁਨਤ ਅਯਾਲੀ ਨੇ ਤਬ ਕਹੇ। ਮਹਾਰਾਜ ਦਾ ਬਚਨ ਸੁਣ ਕੇ ਉਹ ਬੱਕਰੀਆਂ ਚਾਰਨ ਵਾਲੇ ਨੇ ਕਿਹਾ, ਮੋ ਪਰ ਚੀਰ ਸੋ ਜੀਰਣ ਰਹਿਓ। ਆ ਤੁਰਨ ਲੱਗਾ ਤਾਂ ਫੇਰ ਪਛਾਣ ਨੂੰ ਹਟਿਆ। ਮਹਾਰਾਜ ਕਹਿੰਦੇ ਮੋੜ ਆਇਆ, ਕਹਿਣ ਲੱਗਾ ਜੀ ਮੈਂ ਚੱਲਿਆ ਤਾਂ ਹਾਂ ਮਠਿਆਈ ਲੈਣ, ਪਰ ਆ ਜਿਹੜੇ ਮੇਰੇ ਕੋਲ ਹੈ ਨਾ ਜਿਹੜਾ ਕੱਪੜਾ ਜਿਹਾ ਮੋਢੇ ਤੇ ਰੱਖਿਆ ਇਹ ਗੰਦਾ ਹੈ। ਆ ਸਾਰਾ ਦਿਨ ਬੱਕਰੀਆਂ ਚਾਰਦਾ ਰਹਿਣਾ ਏ ਤੇ ਫਿਰ ਪਸ਼ੂਆਂ ਦੇ ਜਾਨਵਰਾਂ ਨਾਲ ਰਹਿੰਦੇ ਉਹੋ ਜਿਹਾ ਗੰਦਾ ਜਿਹਾ ਇਹ ਕੱਪੜਾ ਹੈ ਮੇਰਾ ਬਸਤਰ। ਕਿਸਮ ਹੈ ਆਨੋ ਪਾਏ ਤੇ ਮਿਠਾਈ। ਮਠਿਆਈ ਜਿਹੜੀ ਤੁਸੀਂ ਕਹਿੰਦੇ ਹੋ ਵੀ 2 ਚਾਂਦੀ ਦੇ ਰੁਪਇਆਂ ਦੀ ਮਠਿਆਈ ਲੈ ਆ, ਇਹ ਪਾ ਕੇ ਕਿਸ ਬਸਤਰ ਵਿੱਚ ਲੈ ਕੇ ਆਉਂਗਾ? ਆਸ਼ੀ ਰਹਿ ਲਿਹੋ ਤੁਮ ਖਾਈ। ਆ ਇਸ ਤਰ੍ਹਾਂ ਦਾ ਯਤਨ ਕਰੀਏ ਵੀ ਮਠਿਆਈ ਗੰਦਲੀ ਖਰਾਬ ਨਾ ਹੋਵੇ। ਮਹਾਰਾਜ ਜੇ ਮੈਂ ਆਪਣੇ ਕਿਸੇ ਕੱਪੜੇ 'ਚ ਪਾਈ ਤਾਂ ਉਹ ਤਾਂ ਸਾਰੀ ਖਰਾਬ ਹੋ ਜੂ, ਖਾਣ ਦੇ ਲਾਇਕ ਨਹੀਂ ਰਹੂਗੀ, ਤੁਹਾਡੇ ਖਾਣ ਦੇ ਯੋਗ ਰਹੇ ਜਿਸ ਤਰ੍ਹਾਂ। ਤਬ ਗੁਰ ਆਪਣੇ ਉਪਰ ਕੇਰਾ। ਉਦੋਂ ਇਸ ਦੀ ਗੱਲ ਸੁਣ ਕੇ ਨਾਵੇਂ ਪਾਤਸ਼ਾਹ ਨੇ ਆਪਣੇ ਮੋਢੇ ਤੇ ਇੱਕ ਬੜਾ ਕੀਮਤੀ ਦੁਸ਼ਾਲਾ ਰੱਖਿਆ ਹੋਇਆ ਸੀ। ਉਤੋ ਦੁਸ਼ਾਲਾ ਮੋਲ ਬਡੇਰਾ। ਬਹੁਤ ਕੀਮਤੀ ਦੁਸ਼ਾਲਾ ਸੀ, ਇਹਦੇ ਵਿੱਚ ਕੋਈ ਸੋਨੇ ਦਾ ਵੀ ਕੰਮ ਹੋਇਆ ਹੋਣ ਕਰਕੇ 1000 ਰੁਪਈਆ ਉਹਨਾਂ ਸਮਿਆਂ ਦਾ ਇਹਦਾ ਮੁੱਲ ਸੀ। ਮਹਾਰਾਜ ਨੇ ਜਿਹੜਾ ਮੋਢੇ ਦੇ ਉੱਤੇ ਚਾਦਰਾ ਕੋਈ ਦੁਸ਼ਾਲਾ ਲਿਆ ਹੈ, ਅੱਜ ਦੇ ਕਈ ਲੱਖਾਂ ਦੇ ਬਰਾਬਰ ਸੀ। ਸੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਦੋਂ ਕਹਿੰਦਾ ਨਾ ਵੀ ਮਹਾਰਾਜ ਮੈਂ ਲੈ ਤੇ ਆਵਾਂ ਮਠਿਆਈ ਪਰ ਪਾਊਂਗਾ ਕੱਚ, ਬਸਤਰ ਨਹੀਂ ਠੀਕ ਮੇਰੇ, ਤਾਂ ਆਪਣੇ ਮੋਢੇ ਤੋਂ ਸਾਹਿਬ ਜੀ ਨੇ ਦੁਸ਼ਾਲਾ ਲਾ ਕੇ ਦਿੱਤਾ। ਲਿਓ ਉਤਾਰ ਦਿਓ ਕਰਮਾ ਤਾਂ ਉਸੇ ਵੇਲੇ ਮਹਾਰਾਜ ਨੇ ਉਤਾਰ ਕੇ ਤਾਂ ਇਸ ਇਆਲੀ ਦੇ ਬੱਕਰੀਆਂ ਚਾਰਨ ਵਾਲੇ ਦੇ ਹੱਥਾਂ 'ਚ ਫੜਾ ਦਿੱਤਾ। ਕਹਿਓ ਪਾਏ ਆਨ ਹੋਏ ਸਮਾਨ। ਕਹਿਣ ਲੱਗੇ ਵੀ ਆਹ ਦੁਸ਼ਾਲਾ ਲੈ ਜਾ, ਇਹਦੇ ਕੰਨੀ ਦੇ ਵਿੱਚ ਬੰਨ ਕੇ ਲੈ ਆਵੀਂ ਮਠਿਆਈ। ਬਿਲਮ ਨ ਕੀਜੇ ਗਮਨ ਹੋ ਪੁਰ ਮੈਂ। ਕਹਿੰਦੇ ਦੇਰ ਨਾ ਕਰੀ, ਛੇਤੀ ਆਗਰੇ ਸ਼ਹਿਰ ਵਿੱਚ ਚਲੇ ਆ ਜਾ। ਜਾਏ ਖਰੀਦਣਾ ਸੰਕ ਔਰ ਮੈਂ। ਕਹਿੰਦੇ ਦਿਲ ਵਿੱਚ ਕੋਈ ਐਵੇਂ ਸੰਗ ਸ਼ਰਮ ਜੀ ਨਾ ਕਰੀ, ਛੇਤੀ ਜਾ ਕੇ ਮਠਿਆਈ ਖਰੀਦ ਕੇ ਲੈ ਆ। ਪਟੀ ਕਾਮਰੀ ਬਿਖੈ ਛਪਾਏ। ਆ ਮਹਾਰਾਜ ਦਾ ਹੁਕਮ ਮੰਨ ਕੇ ਬੱਕਰੀਆਂ ਚਾਰਨ ਵਾਲਾ ਸ਼ਹਿਰ ਨੂੰ ਚਲਾ ਗਿਆ ਤੇ ਫਟੀ ਜੀ ਕੰਬਲੀ ਸੀ ਇਹਨੇ ਆਪਣੇ ਉੱਤੇ ਲਈ, ਜਿਹੜਾ ਮਹਾਰਾਜ ਨੇ ਦੁਸ਼ਾਲਾ ਦਿੱਤਾ ਹੈ ਮੁੰਦਰੀ ਜੀ ਉਹਨੂੰ ਉਹਦੇ ਵਿੱਚ ਛਪਾ ਕੇ ਚੱਲ ਪਿਆ। ਚਲੋ ਅਯਾਲੀ ਪੁਰ ਦਿਸ਼ ਧਾਏ। ਤੇ ਸ਼ਹਿਰ ਵੱਲ ਨੂੰ ਕਹਿੰਦੇ ਦੌੜਦਾ ਹੋਇਆ ਜਾ ਰਿਹਾ ਹੈ ਵੀ ਮੈਨੂੰ ਮਿਹਨਤ ਮਿਲੇਗੀ। ਮਤੀ ਦਾਸ ਥਿਰ ਤੂਰ ਦੀਵਾਨ। ਮਹਾਰਾਜ ਦਾ ਦੀਵਾਨ ਸਿੱਖ ਭਾਈ ਮਤੀ ਦਾਸ ਦੂਰ ਖਲੋਤਾ ਸੀ। ਮਹਾਰਾਜ ਸਾਹਿਬ 5 ਸਿੱਖਾਂ ਤੋਂ ਦੂਰ ਟਹਿਲ ਰਹੇ ਸਨ। ਦੇਖ ਕਿਰਿਆ ਕੀਏ ਕਿਰਪਾ ਨਿਦਾਨ। ਜਦੋਂ ਉਹਨੇ ਦੂਰੋਂ ਵੇਖਿਆ ਵੀ ਇਹ ਗੁਰੂ ਤੇਗ ਬਹਾਦਰ ਸਾਹਿਬ ਨੇ ਕੀ ਕਿਰਿਆ ਕੀਤੀ ਹੈ, ਵੀ ਕੀ ਇਹੋ ਜਿਹਾ ਕੌਤਕ ਕੀਤਾ ਹੈ। ਆਏ ਸਮੀਪ ਬੂਝਬੋ ਕੀਨ। ਗੁਰੂ ਤੇਗ ਬਹਾਦਰ ਸਾਹਿਬ ਦੇ ਨੇੜੇ ਆ ਕੇ ਪੁੱਛਣ ਲੱਗਾ ਵੀ ਹੇ ਮਹਾਰਾਜ, ਕਹਾਂ ਰੰਕ ਤੇ ਕਰ ਤੁਮ ਦੀਨ। ਮਹਾਰਾਜ ਇਹ ਰੰਕ ਜਿਹੜਾ ਵਿਚਾਰਾ ਗਰੀਬ ਜਿਹਾ ਹੈ, ਕੋਈ ਬੱਕਰੀਆਂ ਚਾਰਨ ਵਾਲਾ, ਇਹਨੂੰ ਤੁਸੀਂ ਆਵਾਜ਼ ਮਾਰੀ, ਪਹਿਲਾਂ ਕੋਲ ਸੱਦਿਆ, ਫਿਰ ਉਹਦੇ ਹੱਥ ਵਿੱਚ ਤੁਹਾਨੂੰ ਕੁਝ ਫੜਾਉਂਦਿਆਂ ਵੇਖਿਆ, ਕੀ ਮਹਾਰਾਜ ਉਹਨੂੰ ਤੁਸੀਂ ਦਿੱਤਾ ਹੱਥਾਂ ਵਿੱਚ? ਕਹਾਂ ਪਠਿਓ ਕਿਆ ਲਿਆਮਨ ਕਰੈ। ਫਿਰ ਮਹਾਰਾਜ ਕਿੱਥੇ ਭੇਜਿਆ ਹੈ, ਕੀ ਲੈ ਕੇ ਉਹ ਆਵੇਗਾ? ਗਮਨਿਓ ਨਗਰ ਛਿਪਰਤਾ ਧਰੈ। ਕਿ ਵੀ ਨਗਰ ਵੱਲ ਨੂੰ ਬੜੀ ਕਾਹਲੀ ਦੇ ਨਾਲ ਕਹਿੰਦੇ ਪੈਰ ਪੁੱਟਦਾ ਹੋਇਆ ਛੇਤੀ ਛੇਤੀ ਸ਼ਹਿਰ ਵੱਲ ਨੂੰ ਜਾ ਰਿਹਾ ਹੈ। ਸੁਣ ਸਤ ਗੁਰ ਤੇ ਸਕਲ ਬਤਾਈ। ਜਦੋਂ ਭਾਈ ਮਤੀ ਦਾਸ ਦੀਵਾਨ ਨੇ ਪੁੱਛਿਆ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਸੁਣ ਕੇ ਕਹਿਣ ਲੱਗੇ, ਹੈ ਮਤੀ ਦਾਸ, ਹਮਕੋ ਸ਼ੁਦਾ ਲਗੀ ਅਦਕਾਈ। ਬਾਦਸ਼ਾਹ ਕਹਿੰਦੇ ਸਾਨੂੰ ਭੁੱਖ ਬਹੁਤ ਲੱਗੀ ਸੀ ਇਸ ਸਮੇਂ। ਕੁਸ਼ਮ ਪਕਵਾਨ ਮੰਗਾਵਨ ਠੰਨ। ਹੋਰ ਕੀ ਉਹਨੂੰ ਦੇਣਾ ਸੀ, ਬਸ ਉਹਨੂੰ ਭੇਜਿਆ ਵੀ ਜਾ ਸ਼ਹਿਰ ਚੋਂ ਕੁਝ ਕੁ ਪਕਵਾਨ ਲੈ ਕੇ ਆ, ਕੋਈ ਮਠਿਆਈਆਂ ਲੈ ਕੇ ਆ ਸਾਡੇ ਲਈ। ਤੁਮ ਪੇ ਸ਼ੁਦਤ ਕੀਜੀਐ ਖਾਨਾ। ਨਾਲੇ ਮਹਾਰਾਜ ਕਹਿੰਦੇ ਤੈਨੂੰ ਵੀ ਤਾਂ ਭੁੱਖ ਲੱਗੀ ਹੋਈ ਹੈ ਨਾ, ਤੁਸੀਂ ਵੀ 5 ਜਾਣੇ ਮਠਿਆਈ ਆਉਗੀ ਤੇ ਕਹਿੰਦੇ ਛਕ ਛਕਾ ਲਿਓ। ਮਤੀ ਦਾਸ ਬੋਲਿਓ ਕਰ ਜੋਰ। ਦੋਵੇਂ ਹੱਥ ਜੋੜ ਕੇ ਭਾਈ ਮਤੀ ਦਾਸ ਗੁਰੂ ਤੇਗ ਬਹਾਦਰ ਸਾਹਿਬ ਜੀ ਕੋ ਸੁਣ ਕੇ ਤੇ ਅੱਗੋਂ ਕਹਿਣ ਲੱਗਾ ਵੀ ਮਹਾਰਾਜ, ਮੋਜ ਟਿਗ ਹੁਤੇ ਰਜਤਪਣ ਔਰ। ਬਾਦਸ਼ਾਹ ਜੀਓ ਸਾਡੇ ਕੋਲ ਹੋਰ ਰਜਤਪਣ ਹੈਗੇ ਸਨ, ਪੈਸੇ ਹੈਗੇ ਸੀ, ਕੀ ਲੋੜ ਸੀ ਆ ਮੁੰਦਰੀ ਦੇਣ ਦੀ? ਸੋ ਪਠ ਦੇਤ ਛਾਪ ਕਿਉ ਦਈ। ਆ ਛਾਪ ਮਹਾਰਾਜ ਤੁਸੀਂ ਕਾਹਤੋਂ ਦੇਣੀ ਸੀ, ਕੀਮਤੀ ਛਾਪ ਹੈ, ਤੇ ਤੁਸੀਂ ਆਵਾਜ਼ ਮਾਰ ਦਿੰਦੇ, ਪੈਸੇ ਮੈਂ ਰੱਖੇ ਸਨ, ਹਾਲਾਂ ਕੁਝ ਚਾਂਦੀ ਦੇ ਰੁਪਏ ਮੇਰੇ ਕੋਲ ਸਨ,
ਜੇ ਭੇਜਣਾ ਹੀ ਸੀ ਤਾਂ ਉਹ ਪੈਸੇ ਦੇ ਦਿੰਦੇ ਮਠਿਆਈ ਖਰੀਦਣ ਵਾਸਤੇ। ਜਿਸ ਮਹਿ ਬਜਰ ਮੋਲ ਬਹੁਮਈ, ਆਓ ਛਾਪ ਮਹਾਰਾਜ ਕਾਹਤੋਂ ਦੇਣੀ ਸੀ ਜਿਹਦੇ ਵਿੱਚ ਬਹੁਤ ਹੀ ਮੁੱਲਮਈ, ਕਹਿੰਦੇ ਵੀ ਹੀਰਾ ਲੱਗਾ ਹੋਇਆ ਸੀ, ਬਹੁਤ ਹੀ ਕੀਮਤ ਹੈ ਜਿਸ ਦੀ। ਬਹੁਰ ਦੁਸ਼ਾਲਾ ਬਿਗਰਹਿ ਰੰਗ, ਤੇ ਫਿਰ ਮਹਾਰਾਜ ਤੁਸੀਂ ਆ ਕਿੱਡਾ ਕੀਮਤੀ ਦੁਸ਼ਾਲਾ ਜਿਹੜਾ ਇਹ ਵੀ ਉਹਨੂੰ ਦੇ ਦਿੱਤਾ ਹੈ, ਜਿਹਦੇ ਵਿੱਚ ਮਠਿਆਈ ਪਾ ਕੇ ਲਿਆਊ, ਉਹਦਾ ਸਾਰਾ ਰੰਗ ਹੀ ਖਰਾਬ ਹੋ ਜਾਵੇਗਾ। ਰਹਿ ਨ ਅਸ ਜੇ ਪਹਿਰਹੁ ਅੰਗ, ਇਹੋ ਜਿਹਾ ਮਹਾਰਾਜ ਫਿਰ ਹੁਣ ਰਹਿ ਨਹੀਂ ਜਾਊ ਵੀ ਤੁਸੀਂ ਆਪਣੇ ਅੰਗਾਂ ਦੇ ਸਰੀਰ ਤੇ ਫੇਰ ਉਹ ਦੁਸ਼ਾਲਾ ਲੈ ਸਕੋ, ਖਰਾਬ ਹੋ ਜਾਊ, ਤੁਹਾਡੇ ਯੋਗ ਨਹੀਂ ਰਹੇਗਾ। ਅਪਰ ਵਸਤਰ ਲੈ ਕਰ ਸਿੱਖ ਜਾਤੇ, ਤੇ ਜੇ ਮਹਾਰਾਜ ਤੁਹਾਡੀ ਆਗਿਆ ਹੁੰਦੀ, ਪੈਸੇ ਸਾਡੇ ਕੋਲ ਹੈਗੇ ਸਨ, ਫਿਰ ਹੋਰ ਵੀ ਕਈ ਆ ਸਾਡੇ ਕੋਲ ਬਸਤਰ ਸੀ, ਤੁਸੀਂ ਕਹਿ ਤਾਂ ਦਿੰਦੇ ਵੀ ਆ ਸਾਡੇ ਚੋਂ ਕੋਈ ਸਿੱਖ ਬਸਤਰ ਲੈ ਕੇ ਸ਼ਹਿਰ ਨੂੰ ਚਲਿਆ ਜਾਂਦਾ। ਆਨਤ ਛਿਪਰ ਜਥਾ ਰੁਚ ਖਾਤੇ, ਆ ਜਿਵੇਂ ਤੁਹਾਡੀ ਮਹਾਰਾਜ ਇੱਛਾ ਸੀ, ਛੇਤੀ ਨਾ ਸੀ ਸ਼ਹਿਰ ਤੋਂ ਜਾ ਕੇ ਮਠਿਆਈ ਆਪ ਹੀ ਖਰੀਦ ਲਿਆਉਂਦੇ, ਉਹਨੂੰ ਕਦੋਂ ਭੇਜਣਾ ਸੀ। ਫਿਰ ਜਿਵੇਂ ਤੁਹਾਨੂੰ ਰੁਚੀ ਸੀ, ਜਿੰਨਾ ਜੋਗ ਲੱਗਦਾ, ਸਾਰੇ ਰਲ ਮਿਲ ਕੇ ਪਕਵਾਨ ਛਕਦੇ ਛਕਾਉਂਦੇ। ਸੁਨ ਗੁਰ ਕਹਿਓ ਬਿਲਮ ਹਿਮ ਲਾਗਤ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੁਣ ਕੇ ਕਹਿਣ ਲੱਗੇ, ਮਤੀ ਦਾਸ ਜੇ ਇੰਨਾ ਵੀ ਕੰਮ ਕਰਦੇ ਨਾ, ਤੈਨੂੰ ਆਵਾਜ਼ ਮਾਰਦੇ ਤਾਂ ਦੇਰ ਬੜੀ ਲੱਗਣ ਜਾਣੀ ਸੀ, ਸਮਾਂ ਹੋਰ ਬਤੀਤ ਹੋ ਜਾਣਾ ਸੀ। ਪੁਰ ਗਿਆਤਾ ਭੇਜਿਓ ਗਾ ਭਾਗਤ, ਤੇ ਨਾਲੇ ਉਹ ਪੁਰ ਦਾ ਸ਼ਹਿਰ ਦਾ ਭੇਤੀ ਬੰਦਾ ਹੈ, ਉਹਨੂੰ ਸਾਰੇ ਨਗਰ ਦੀਆਂ ਗਲੀਆਂ ਬਾਜ਼ਾਰਾਂ ਦਾ ਪਤਾ ਹੈ, ਛੇਤੀ ਜਾਵੇਗਾ ਤੇ ਵਾਪਸ ਆਵੇਗਾ। ਖੁਰਜੀ ਖੋਲ ਰਜਤ ਪਣ ਆ ਲੇਤ, ਤੇਰੇ ਕੋਲ ਮਹਾਰਾਜ ਕਹਿੰਦੇ ਉਹ ਜਿਹੜੀ ਖੁਰਜੀ ਆ, ਉਹ ਕੱਪੜੇ ਦੀ ਬਣੀ ਹੋਈ, ਜਿਹਦੇ ਦੇ ਵਿੱਚ ਤੂੰ ਉਹ ਗੁਥਲੀ ਦੇ ਵਿੱਚ ਪੈਸੇ ਪਾਏ ਆ, ਪਹਿਲਾਂ ਤੈਨੂੰ ਕਹਿੰਦੇ, ਫਿਰ ਤੂੰ ਸਹੀਜੇ ਕੱਢਦਾ, ਫਿਰ ਉਹਨੂੰ ਖੋਲਦਾ, ਫਿਰ ਉਹ ਚੋਂ ਪੈਸੇ ਲੈਂਦੇ। ਸਿੱਖ ਸੁਚੇਤ ਕਰ ਤਿਸਤੇ ਦੇ, ਫਿਰ ਤੁਹਾਡੇ ਪੰਜਾਂ ਚੋਂ ਕਿਸੇ ਸਿੱਖ ਨੂੰ ਸੁਚੇਤ ਕਰਕੇ ਉਹਦੇ ਹੱਥ ਵਿੱਚ ਪੈਸੇ ਦਿੰਦੇ, ਸੁਚੇਤ ਕਰਦੇ, ਭਾਵ ਕਿ ਉਹਨੂੰ ਭੇਤ ਦੱਸਦੇ ਵੀ ਇਸ ਗਲੀ ਚੋਂ ਜਾਈ, ਇੱਥੇ ਬਾਜ਼ਾਰ ਹੀ, ਆਹ ਦੁਕਾਨ ਹੀ। ਫਿਰ ਮਹਾਰਾਜ ਕਹਿੰਦੇ ਉਹਨੂੰ ਚੰਗੀ ਤਰ੍ਹਾਂ ਸਮਝਾਉਣਾ ਪੈਣਾ ਸੀ, ਗਰੀਬ ਬਾਜ਼ਾਰ ਨਹੀਂ ਜਿਨ ਹੇਰਾ, ਕਿਉਂਕਿ ਜਿੰਨੇ ਸ਼ਹਿਰ ਦੀ ਕੋਈ ਗਲੀ ਨਹੀਂ ਵੇਖੀ, ਕੋਈ ਬਾਜ਼ਾਰ ਨਹੀਂ ਵੇਖਿਆ, ਆਵਤ ਜਾਤੇ ਲਾਗਤ ਦੇ, ਉਹਨੂੰ ਆਉਂਦਿਆਂ ਜਾਂਦਿਆਂ ਵੀ ਤਾਂ ਦੇਰ ਲੱਗਣੀ ਸੀ ਨਾ, ਰਾਹ ਵਿੱਚ ਪੁੱਛਦਿਆਂ ਜਾਣਾ ਸੀ, ਕਦੀ ਕਿਸੇ ਕੋ ਪੁੱਛਣਾ ਸੀ ਵੀ ਐਸ ਬਾਜ਼ਾਰ ਜਾਣਾ, ਕਦੀ ਕਿਸੇ ਕੋ, ਕਿਸੇ ਨੇ ਸਹੀ ਦੱਸਣਾ, ਕਿਸੇ ਨੇ ਗਲਤ ਦੱਸਣਾ। ਇਉਂ ਕਰਦਿਆਂ ਕਰਾਉਂਦਿਆਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਬੜਾ ਸਮਾਂ ਲੱਗ ਜਾਂਦਾ, ਦੇਰ ਲੱਗ ਜਾਂਦੀ। ਬਾਖਾ ਪੂਰਬ ਗੁਰ ਕੇ ਸੁਨ ਕੇ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਦਾਂ ਉੱਤਰ ਦਿੱਤਾ ਅੱਗੋਂ, ਤਾਂ ਮਹਾਰਾਜ ਦੇ ਅਪੂਰਵ ਅਚਰਜੀ ਬਚਨ ਸੁਣ ਕੇ ਮਤੀ ਦਾਸ ਪੂਸ਼ਨ ਠਾਨ ਰਹਿਓ ਮਨ ਗੁਣ ਕੈ, ਚੁੱਪ ਹੋ ਗਿਆ ਤੇ ਮਨ ਵਿੱਚ ਸਿੱਖ ਵਿਚਾਰਨ ਲੱਗ ਪਿਆ ਵੀ ਇਹ ਗੁਰੂ ਤੇਗ ਬਹਾਦਰ ਸਾਹਿਬ ਕਿੱਦਾਂ ਦੇ ਅੱਜ ਬਚਨ ਕਰ ਰਹੇ ਹਨ। ਇਹੋ ਕਹੀ ਨਹਿ ਕਬਹੂ ਐਸੀ, ਇਹੋ ਜਿਹਾ ਬਚਨ ਤਾਂ ਸਤਿਗੁਰਾਂ ਕਦੀ ਕੀਤਾ ਹੀ ਨਹੀਂ ਹੈ, ਜਿਹੋ ਜੇ ਅੱਜ ਅਚਰਜ ਜਿਹੇ ਬਚਨ ਕਰ ਰਹੇ ਨੇ। ਕਹਾਂ ਸ਼ੁਦਾ ਅਰ ਬੋਲਹਿ ਕੈਸੇ, ਆ ਨਾਲੇ ਇਹਨਾਂ ਨੂੰ ਭੁੱਖ ਕਿੱਥੇ ਲੱਗਣੀ ਹੈ, ਕਹਿੰਦੇ ਵੀ ਭੁੱਖ ਲੱਗੀ ਹੈ, ਨਾਲੇ ਅੱਜ ਕਿਸ ਤਰ੍ਹਾਂ ਦਾ ਬਚਨ ਬੋਲਦੇ ਆ ਵੀ ਤੁਹਾਨੂੰ ਸੱਦਦੇ, ਦੇਰ ਹੁੰਦੀ, ਉਹ ਛੇਤੀ ਜਾਵੇਗਾ ਤੇ ਛੇਤੀ ਆਵੇਗਾ। ਹੁਣ ਸਤਿਗੁਰੂ ਸਾਹਿਬ ਤਾਂ ਅਗੰਮੀ ਖੇਡ ਖੇਡਣ ਆਏ ਨੇ, ਇੱਥੇ ਉਹ ਕਾਰਜ ਹੁਣ ਕਰਨਾ ਹੈ ਜਿਸ ਵਾਸਤੇ ਮਹਾਰਾਜ ਨੇ ਆਨੰਦਪੁਰ ਦੇ ਵਿੱਚ ਉਹ ਹਿੰਦੂਆਂ ਦੀ ਬਾਹ ਫੜ ਕੇ ਜ਼ਿੰਮੇਵਾਰੀ ਚੁੱਕੀ ਹੈ। ਕਿ ਗਰੀਬ ਨਵਾਜ਼ ਸਤਿਗੁਰੂ ਸਾਹਿਬ ਜੀ ਨੇ ਤਾਂ ਢੰਗ ਹੀ ਉਹ ਵਰਤਣਾ ਸੀ ਨਾ, ਕਿਉਂਕਿ ਗਰੀਬੜਾ ਜਿਹਾ ਕੋਈ ਹੋਊਗਾ, ਉਹਦੇ ਕੋਲ ਕੀਮਤੀ ਵਸਤੂ ਵੇਖ ਕੇ ਫੇਰ ਹੀ ਕਿਸੇ ਨੂੰ ਸ਼ੱਕ ਹੁੰਦਾ ਹੈ ਨਾ ਵੀ ਇਹ ਇੱਥੋਂ ਕਿੱਥੋਂ ਲੈ ਆਇਆ, ਵੀ ਇਹਦੀ ਜਾਪਦੀ ਨਹੀਂ ਵਸਤੂ। ਐਵੇਂ ਲੋਕ ਕਰਦੇ ਆ ਨਾ, ਕਹਿੰਦੇ ਵੀ ਇਹਦਾ ਰੁੱਖ ਢੰਗ ਤੇ ਲੱਗਦਾ ਨਹੀਂ ਆ, ਫੇਰ ਹੀ ਸ਼ੱਕ ਹੋਣਾ ਸੀ। ਤਾਂ ਕਰਕੇ ਮਹਾਰਾਜ ਕੌਤਕ ਕਰ ਰਹੇ ਆ। ਤੇ ਮਤੀ ਦਾਸ ਕਹਿੰਦਾ ਵੀ ਇਹਨਾਂ ਨੂੰ ਭੁੱਖ ਕੀ ਲੱਗਣੀ ਸੀ, ਕਦੀ ਇਦਾਂ ਦੇ ਵਚਨ ਮਹਾਰਾਜ ਨੇ ਪਹਿਲਾਂ ਕਦੀ ਕੀਤੇ ਨਹੀਂ ਹਨ, ਇਸ ਤਰ੍ਹਾਂ ਵਿਚਾਰ ਰਿਹਾ ਏ। ਹੋ ਜਾਣੇ ਕਿਆ ਰਚਨਾ ਰਚੀ, ਕਹਿੰਦੇ ਕੌਣ ਜਾਣ ਸਕਦਾ ਵੀ ਕੀ ਰਚਨਾ ਰਚੀ ਹੈ ਮਹਾਰਾਜ, ਕੀ ਕਰ ਰਹੇ ਤੇ ਕੀ ਕਰਨਾ ਚਾਹੁੰਦੇ ਹਨ, ਦੂਜਾ ਕੀ ਸਮਝੇ। ਦਈ ਛਾਪ ਹੀਰਾ ਵਿੱਚ ਖਚੀ, ਆ ਹੀਰੇ ਦੀ ਜੜਤ ਵਾਲੀ ਛਾਪ ਵੇਖੋ, ਮਠਿਆਈ ਖਰੀਦਣ ਨੂੰ ਮਹਾਰਾਜ ਨੇ ਦੇ ਦਿੱਤੀ ਹੈ। ਕਿਸਮਤ ਸਿੱਖਨ ਸੰਗ ਸੁਨਾਏ, ਬੜਾ ਹੈਰਾਨ ਹੋ ਕੇ ਭਾਈ ਮਤੀ ਦਾਸ ਜਿਹੜੇ ਬਾਕੀ ਨਾਲ ਦੇ 4 ਸਿੱਖ ਸਨ, ਉਹਨਾਂ ਨੂੰ ਸਾਰੀ ਗੱਲ ਦੱਸੀ ਵੀ ਗੁਰੂ ਸਾਹਿਬ ਏਦਾਂ ਕਰ ਰਹੇ ਹਨ ਅੱਜ। ਸਤਿਗੁਰ ਫੇਰਿਓ ਅਪਰ ਵੀ ਸੁਭਾਏ, ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੁਭਾਅ ਅੱਜ ਫੇਰਿਆ, ਹੋਰ ਹੀ ਤਰ੍ਹਾਂ ਦੇ ਮਹਾਰਾਜ ਅਚਰਜੀ ਬਚਨ ਕਰ ਰਹੇ ਨੇ। ਬੰਦ ਤੁਰੰਗ ਤਰੋਵਰ ਸਾਥ, ਇਹ ਸਿੱਖਾਂ ਨੇ ਜਦੋਂ ਮਤੀ ਦਾਸ ਕੋ ਸੁਣਿਆ, ਘੋੜੇ ਆਪਣੇ ਬੰਨ ਕੇ ਰੁੱਖਾਂ ਦੇ ਨਾਲ ਬੈਠੇ ਆਏ ਸਗਲ ਢਿਗ ਨਾਥ, ਇਹ ਵੀ ਚੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਜਿੱਥੇ ਟਹਿਲ ਰਹੇ ਸਨ, ਸਤਿਗੁਰਾਂ ਦੇ ਕੋਲ ਆ ਕੇ ਬੈਠ ਗਏ। ਸ੍ਰੀ ਮੁਖ ਤੇ ਐਸੇ ਫਰਮਾਏ, ਤੇ ਇਹਨਾਂ ਨੂੰ ਆਇਆ ਵੇਖ ਕਰਕੇ ਸ੍ਰੀ ਮੁਖ ਤੇ ਐਸੇ ਫਰਮਾਏ,
ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਮੁਖੋਂ ਇਦਾਂ ਕਹਿਣ ਲੱਗੇ। ਰਹੀਐ ਪਿਖਤ ਅਜਾ ਸਮੁਦਾਇ। ਜਦੋਂ ਸਿੱਖ ਨਾਵੇਂ ਸਤਿਗੁਰਾਂ ਦੇ ਨੇੜੇ ਆਏ ਤਾਂ ਮਹਾਰਾਜ ਕਹਿੰਦੇ ਭਾਈ ਮਤੀ ਦਾਸ, ਭਾਈ ਦਿਆਲਾ ਜੀ, ਆਹ ਬੱਕਰੀਆਂ ਬਾਗ ਦੇ ਬਾਹਰ-ਬਾਹਰ ਚੱਲ ਰਹੀਆਂ ਨੇ, ਕਹਿੰਦੇ ਇਹਨਾਂ ਦਾ ਧਿਆਨ ਰੱਖਿਓ ਸਾਰੇ ਜਾਣੇ ਰਲ ਮਿਲ ਕੇ। ਚਲੀ ਨਾ ਜਾਏ ਗਰੀਬ ਆਲੇ। ਆ ਗਰੀਬ ਆਲੀ ਆ, ਆਪਣੇ ਕੰਮ ਗਿਆ ਵਿਚਾਰਾ ਸ਼ਹਿਰ, ਇਹ ਨਾ ਹੋਏ ਵੀ ਉਹਦੀਆਂ ਬੱਕਰੀਆਂ ਕਿਤੇ ਹੋਰ ਹੀ ਚਲੇ ਜਾਣ, ਫਿਰ ਉਹ ਲੱਭਦਾ ਖੱਪ ਜਾਵੇ। ਆਵਤ ਲਗ ਸਭ ਰਖੋ ਸੰਭਾਲੀ। ਆ ਜਿੰਨਾ ਚਿਰ ਆਉਂਦਾ ਨਹੀਂ ਹੈ ਨਾ ਸ਼ਹਿਰ ਦੇ ਵਿੱਚੋਂ, ਉਹਨਾਂ ਚਿਰ ਉਹਦੀਆਂ ਬੱਕਰੀਆਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸੰਭਾਲ ਕੇ ਤੁਸੀਂ ਰੱਖੋ, ਤੁਸੀਂ ਚਾਰ ਨਾ ਕਰੋ। ਤਬ ਸਿੱਖਿਆ ਨਾ ਮਾਨਿਓ ਕਰ ਜੋਰ। ਮਹਾਰਾਜ ਸਾਹਿਬ ਦਾ ਹੁਕਮ ਹੋਇਆ, ਸਿੱਖਾਂ ਨੇ 7 ਵਚਨ ਕਹਿ ਕੇ ਮੰਨੇ, ਜਿਵੇਂ ਗੁਰੂ ਸਾਹਿਬ ਜੀ ਤੁਹਾਡੀ ਆਗਿਆ ਹੈ। ਦੇਖਤ ਰਹੇ ਅਜਾ ਕੀ ਔਰ। ਤੇ ਸਿੱਖ ਮਹਾਰਾਜ ਦਾ ਹੁਕਮ ਮੰਨ ਕੇ ਬੱਕਰੀਆਂ ਵੱਲ ਵੇਂਦੇ ਰਹੇ, ਧਿਆਨ ਰੱਖਿਆ ਹਰ ਸਮੇਂ। ਅਬ ਹੈ ਆਲੀ ਕੋ ਜੋ ਬਿਰਤਾਂਤ। ਇਧਰ ਤਾਂ ਬਾਗ ਵਿੱਚ ਐਵੇਂ ਘਟਨਾ ਵਾਪਰੀ, ਉਧਰ ਜੋ ਬੱਕਰੀਆਂ ਚਾਰਨ ਵਾਲਾ ਪਾਤਸ਼ਾਹ ਦੇ ਕੋਲ ਸੋਨੇ ਦੀ ਤੇ ਹੀਰੇ ਦੀ ਜੜਤ ਛਾਪ ਲੈ ਕੇ ਸ਼ਹਿਰ ਗਿਆ ਸੀ। ਕਹਿੰਦੇ ਹੁਣ ਉਹਦੀ ਗੱਲ ਸੁਣ ਲਓ ਜਿਵੇਂ ਉਹਦੇ ਨਾਲ ਹੋਈ ਐ। ਸੁਣੀਏ ਗਨ ਸ਼ਰੋਤਾ ਅਵਦਾਤ। ਇਹ ਗੁਰਸਿੱਖ ਪਿਆਰੇ ਕਥਾ ਸੁਣਨ ਵਾਲਿਓ, ਪ੍ਰਗਟ ਹੀ ਤੁਹਾਨੂੰ ਸਾਰੀ ਗੱਲ ਦੱਸਦੇ ਆ ਜਿਵੇਂ ਸ਼ਹਿਰ ਦੇ ਵਿੱਚ ਜਾ ਕੇ ਇਹ ਆਲੀ ਦੇ ਨਾਲ ਬੀਤੀ। ਲੈ ਕਰ ਛਾਪ ਦੁਸ਼ਾਲਾ ਗਇਓ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲੋਂ ਛਾਪ ਲੈ ਕੇ ਕੀਮਤੀ ਦੁਸ਼ਾਲਾ ਲੈ ਕੇ ਜਦੋਂ ਆਗਰੇ ਸ਼ਹਿਰ ਵਿੱਚ ਗਿਆ, ਬੜੇ ਬਾਜ਼ਾਰ ਪ੍ਰਵੇਸ਼ਤ ਭਇਓ। ਇਹਨੂੰ ਬਾਜ਼ਾਰ ਦਾ ਭੇਦ ਸੀ, ਵੱਡਾ ਬਾਜ਼ਾਰ ਹੈ ਜਿੱਥੇ ਉਹਦੇ ਵਿੱਚ ਪ੍ਰਵੇਸ਼ ਕਰ ਗਿਆ। ਦੇਖੇ ਜਾਏ ਹਾਟ ਹਲਵਾਈ। ਉੱਥੇ ਵੇਖਦਾ ਹੈ ਵੀ ਉੱਥੇ ਹਲਵਾਈ ਦੀ ਜਿਹੜੀ ਵੱਡੀ ਦੁਕਾਨ ਕਿੱਥੇ ਹੈ, ਜਿੱਥੋਂ ਸੰਗੀ ਸੋਹਣੀ ਮਠਿਆਈ ਮਿਲ ਸਕੇ, ਤਾਜੀ ਬਣੀ। ਜਹ ਨਾਨਾ ਬਿਦ ਬ੍ਰਿੰਦ ਮਿਠਾਈ। ਜਿੱਥੇ ਨਾਨਾ ਤਰ੍ਹਾਂ ਦੀਆਂ ਕਈ ਕਿਸਮਾਂ ਦੀਆਂ ਮਠਿਆਈਆਂ ਬਣੀਆਂ ਹੋਈਆਂ ਹਨ। ਕਰੋ ਹੋਏ ਕਰ ਹਾਥ ਉਬਾਰਾ। ਸੋ ਇਸ ਪ੍ਰਕਾਰ ਦੇ ਨਾਲ ਜਦੋਂ ਇਹ ਜਾ ਰਿਹਾ ਹੈ, ਖਰੋ ਹੋਏ ਕਰ ਹਾਥ ਉਬਾਰਾ, ਜਦੋਂ ਵੱਡੀ ਸਾਰੀ ਦੁਕਾਨ ਵੇਖੀ ਮਠਿਆਈਆਂ ਵਾਲੀ, ਉਹਦੇ ਸਾਹਮਣੇ ਜਾ ਕੇ ਖਲੋ ਗਿਆ ਇਹ ਆਲੀ, ਤੇ ਖਲੋ ਕੇ ਆਪਣਾ ਹੱਥ ਅੱਗੇ ਕਰਦਿਆਂ ਹੋਇਆ ਕਹਿਣ ਲੱਗਾ। ਦੇਤ ਮੁੰਦਰੀ ਬਚਨ ਉਚਾਰ। ਮੁੰਦਰੀ ਜਿਹੜੀ ਸੀ ਉਹ ਦੁਕਾਨਦਾਰ ਨੂੰ, ਉਹ ਹਲਵਾਈ ਨੂੰ ਫੜਾ ਕੇ ਤੇ ਆਪਣੇ ਮੁਖੋਂ ਕਿਹਾ, ਇਹ ਰੱਖੋ ਗਹਿਣਾ ਟਿਗ ਲੈ ਹੋ। ਕਹਿਣ ਲੱਗੇ ਵੀ ਹੇ ਭਾਈ ਦੁਕਾਨ ਵਾਲੇ, ਆ ਜਿਹੜੀ ਛਾਪ ਹੈ ਨਾ, ਇਹ ਆਪਣੇ ਕੋਲ ਰੱਖ ਲੈ ਗਹਿਣੇ ਦੇ ਤੌਰ ਤੇ। ਦੋਏ ਰਜਤ ਪਣ ਸੌਦਾ ਦੇ ਹੋ। ਤੇ ਇਹਦੇ ਵੰਡੇ 2 ਚਾਂਦੀ ਦੇ ਰੁਪਇਆਂ ਦਾ ਸੌਦਾ ਦੇ ਦੇ ਆਪਣੀ ਹੱਟੀ ਤੋਂ। ਜਬ ਇਹ ਬਾਨੀ ਹੈ ਕਰ ਮਹਲੀਨ। ਉਹ ਜਿਹੜਾ ਬਾਣੀਆਂ ਹੱਟੀ ਦੇ ਬੈਠਾ ਸੀ, ਜਦੋਂ ਇਹ ਆਲੀ ਬੱਕਰੀਆਂ ਚਾਰਨ ਵਾਲੇ ਦੇ ਹੱਥੋਂ ਕੀਮਤੀ ਛਾਪ ਉਹਨੇ ਆਪਣੇ ਹੱਥ ਵਿੱਚ ਲਈ। ਮੋਲਾ ਪਿਖ ਹੀਰਾ ਚੀਨ। ਉਹਨੇ ਵੇਖਿਆ ਵੀ ਇਹ ਤਾਂ ਬਹੁਤ ਮੁੱਲ ਦਾ ਕੋਈ ਇਹਦੇ ਵਿੱਚ ਹੀਰਾ ਲੱਗਾ ਹੋਇਆ ਹੈ, ਸੋਨੇ ਦੀ ਛਾਪ ਹੈ, ਉਤੋਂ ਕੀਮਤੀ ਨਗ ਜੜਿਆ ਏ। ਮਨ ਵਿਸ ਮਾਨਿਓ ਬੂਝਨ ਠਾਨੇ। ਮਨ 'ਚ ਬੜਾ ਹੈਰਾਨ ਹੋਇਆ ਤੇ ਪੁੱਛਣ ਲੱਗਾ, ਇਹ ਤੈਂ ਕਹੋ ਕਹਾਂ ਤੈ ਆਨੇ। ਕਹਿਣ ਲੱਗਾ ਤੇਰਾ ਰੁੱਖ ਚੱਜਦਾ, ਤੇ ਰੁੱਖ ਚੱਜ ਵੇਖ ਕੇ ਤੇ ਨਹੀਂ ਤੇਰੇ ਕੱਪੜਿਆਂ ਵੱਲ, ਤੇਰੇ ਵੱਲ ਲੱਗਦਾ ਵੀ ਤੂੰ ਇੰਨੀ ਕੀਮਤੀ ਚੀਜ਼ ਦਾ ਮਾਲਕ ਹੋਵੇਂਗਾ। ਇਹ ਦੱਸ ਵੀ ਇਹ ਤੂੰ ਕਿੱਥੋਂ ਲੈ ਕੇ ਆਇਆ, ਸਾਰੀ ਗੱਲ ਦੱਸ। ਕਿਸ ਉਮਰਾਵ ਹਾਥ ਕੀ ਹੈ। ਇਹ ਕਿਸ ਅਮਰਾਵ, ਕਿਸੇ ਸਰਕਾਰੀ ਅਹਿਲਕਾਰ ਅਫਸਰ ਦੇ ਹੱਥ ਦੀ ਹੈ, ਤੇ ਤੂੰ ਇਹ ਦੱਸ ਵੀ ਕਿਹੜੇ ਉਮਰਾਵ ਦੀ ਹੈ ਛਾਪ। ਤੋਹੇ ਉਚਿਤ ਨ ਹੈ ਕਿਮ ਤੂੰ ਕਹੈ। ਕਿਉਂਕਿ ਤੇਰੇ ਤਾਂ ਉਚਿਤ ਨਹੀਂ ਹੈ ਤੇ ਕਿਮ ਤੂੰ ਕਹੈ। ਤੇ ਆ ਜਿਹੜੀ ਤੂੰ ਗੱਲ ਕਹਿਣਾ ਹੈ ਵੀ ਇਹਨੂੰ ਗਹਿਣੇ ਰੱਖ ਲੈ ਤੇ ਇਹਦੇ ਵੰਡੇ 2 ਰੁਪਈਆਂ ਦੀ ਮਠਿਆਈ ਦੇ ਦੇ, ਇਹ ਗੱਲ ਤੂੰ ਕਿਵੇਂ ਕਹਿਣਾ ਹੈ? ਕਿਉਂਕਿ ਛਾਪ ਦਾ ਮਾਲਕ ਤਾਂ ਤੂੰ ਨਹੀਂ ਲੱਗਦਾ। ਤਸਕਰ ਕਰ ਚੋਰੀ ਕਹ ਲਿਆਇਓ। ਤਸਕਰ ਕਰ ਕਹਿੰਦੇ ਵੀ ਤੂੰ ਚੋਰ ਲੱਗਦਾ ਏ, ਵੀ ਕਿਸੇ ਦੀ ਛਾਪ ਚੋਰੀ ਕਰਕੇ ਲੈ ਕੇ ਆਇਆ ਏ। ਕੈ ਬੰਚਕ ਹੱਥ ਕਿਸ ਕਿਸ ਤੇ ਆਇਓ। ਜੇ ਚੋਰ ਨਹੀਂ ਹੋਵੇਗਾ ਤੇ ਕਹਿੰਦੇ ਠੱਗ ਹੋਵੇਗਾ ਜ਼ਰੂਰ, ਕਿਸੇ ਦੇ ਕੋਲੋਂ ਕਿਸੇ ਨੂੰ ਮਾਰ ਕੇ ਠੱਗੀ ਠੋਰੀ ਜੀ ਉਹ ਕੋ ਛਾਪ ਖੋ ਕੇ ਲਿਆਇਆ ਹੋਵੇਗਾ। ਕਹੋ ਸਾਚ ਨਤ ਦੇਹੋਂ ਗਹਾਏ। ਬਾਣੀਆਂ ਕਹਿਣ ਲੱਗਾ ਹੱਟੀ ਦਾ ਮਾਲਕ ਇਹ ਆਲੀ ਨੂੰ ਵੀ ਸੱਚੋ ਸੱਚ ਗੱਲ ਦੱਸਦੇ, ਨਹੀਂ ਤੇ ਥਾਣੇ 'ਚ ਫੜਾ ਦੂੰਗਾ ਤੈਨੂੰ। ਇਹ ਸੌਦਾ ਮੋਹ ਕਹੋ ਦੁਖਦਾਈ। ਆ ਇਦਾਂ ਦਾ ਮੈਂ ਸੌਦਾ ਨਹੀਂ ਦਿੰਦਾ, ਮੇਰੇ ਲਈ ਮੁੜ ਕੇ ਦੁਖਦਾਈ ਹੋਊਗਾ ਵੀ ਤੂੰ ਇੱਥੇ ਛਾਪ ਦੇ ਜੇ, ਕਿਸੇ ਕੋਲ ਲੁੱਟ ਖੋ ਕੇ ਚੋਰੀ ਕਰਕੇ ਲੈ ਆਇਆ ਹੋਵੇ, ਬਾਅਦ ਪਤਾ ਲੱਗ ਜੇ ਤਾਂ ਮੈਨੂੰ ਵੀ ਨਾਲ ਹੀ ਫੜਦੇ ਹੋਣ ਵੀ ਤੂੰ ਚੋਰੀ ਦੀ ਚੀਜ਼ ਕਿਵੇਂ ਆਪਣੇ ਕੋਲ ਰੱਖੀ ਹੈ।
ਕਹਿੰਦਾ ਵੀ ਜਿਹੜੀ ਚੀਜ਼ ਮੇਰੇ ਲਈ ਦੁਖਦਾਈ ਹੋਵੇਗੀ ਉਹ ਕੰਮ ਮੈਂ ਕਿਵੇਂ ਕਰਾਂ, ਤੂੰ ਸੱਚੋ ਸੱਚ ਦੱਸ ਵੀ ਚੋਰ ਹੈ ਜਾਂ ਠੱਗ ਹੈ ਤੂੰ। ਡਰਤ ਇਆਲੀ ਸਕਲ ਸੁਨਾਇ। ਆ ਜਦੋਂ ਬਾਣੀ ਨੇ ਇਦਾਂ ਕਿਹਾ ਤਾਂ ਬੱਕਰੀਆਂ ਚਾਰਨ ਵਾਲੇ ਇਆਲੀ ਡਰਦੇ ਨੇ ਸਾਰੀ ਗੱਲ ਦੱਸ ਦਿੱਤੀ। ਇਕ ਉਮਰਾਵ ਬਾਗਮ ਹੈ ਆਏ। ਕਹਿੰਦਾ ਵੀ ਬਾਹਰ ਬਾਗ ਦੇ ਵਿੱਚ ਨਾ ਸ਼ਹਿਰ ਤੋਂ ਇੱਕ ਉਮਰਾਵ ਆਇਆ ਹੈ ਕੋਈ। ਇਹ ਗੁਰੂ ਸਾਹਿਬ ਨੂੰ ਉਮਰਾਵ ਦੱਸ ਰਿਹਾ ਵੀ ਕੋਈ ਬਹੁਤ ਵੱਡੇ ਸਰਕਾਰੀ ਅਹਿਲਕਾਰ ਜਾਂ ਅਫਸਰ ਇਹਨੂੰ ਲੱਗੇ ਭਲੇਖਾ ਇਹਨੇ ਖਾਦਾ। ਕਹਿੰਦਾ ਵੀ ਇੱਕ ਅਮਰਾਵ ਬਾਹਰ ਬਾਗ ਵਿੱਚ ਆਇਆ ਹੈ ਕੋਈ। ਦੇਮੋ ਕਹੋ ਹਿਤ ਪਠਿਓ ਮਿਠਾਈ। ਮੈਂ ਤਾਂ ਉੱਥੇ ਬੱਕਰੀਆਂ ਚਾਰ ਰਿਹਾ ਸੀ, ਉਹਨਾਂ ਆਵਾਜ਼ ਮਾਰ ਕੇ ਮੈਨੂੰ ਇਹ ਛਾਪ ਮਠਿਆਈ ਲੈਣ ਭੇਜਿਆ ਹੈ। ਮੈਂ ਚੋਰੀ ਕਰ ਮੈਂ ਇਹ ਪਾਈ। ਆਏ ਮੈਂ ਕਿਸੇ ਕੋਲੋਂ ਚੋਰੀ ਲੈ ਕੇ ਨਹੀਂ ਆਇਆ, ਇਹ ਮੈਨੂੰ ਬਾਹਰੋਂ ਕਿਸੇ ਨੇ ਵਿਗਾੜ ਪਾ ਕੇ ਭੇਜਿਆ ਏ। ਦੇਹ ਰਜਤ ਪਣ ਤਬ ਇਹ ਲੈ। ਉਹਨਾਂ ਨੇ ਇਸ ਤਰ੍ਹਾਂ ਕਿਹਾ ਸੀ ਵੀ ਅਸੀਂ ਵਾਪਸ ਦੇ ਕੇ 2 ਚਾਂਦੀ ਦੇ ਰੁਪਈਏ ਦੇ ਛਾਪ ਵਾਪਸ ਲੈ ਜਾਾਂਗੇ, ਤੂੰ ਗਹਿਣਾ ਰੱਖ ਲਾ ਉਹਨਾਂ ਚਿਰ। ਸੁਰਤ ਛਿਪਰ ਇਸ਼ਤ ਸੁਖ ਹੈ। ਆ ਭੁੱਖ ਲੱਗੀ ਆ ਤਾਂ ਕਹਿੰਦੇ ਸੀ ਵੀ ਸਾਨੂੰ ਛੇਤੀ ਮਠਿਆਈ ਚਾਹੀਦੀ ਆ, ਵੀ ਇਹਨੂੰ ਵੇਚਦਿਆਂ ਵੱਟਦਿਆਂ ਚਿਰ ਲੱਗੂਗਾ। ਇਸ਼ਤ ਸੁਖ ਹੈ। ਬੱਕਰੀਆਂ ਚਾਰਨ ਵਾਲਾ ਦੁਕਾਨਦਾਰ ਨੂੰ ਕਹਿੰਦਾ ਵੀ ਉਹ ਛੇਤੀ ਮਠਿਆਈ ਮੰਗਾ ਕੇ ਖਾਣਾ ਚਾਹੁੰਦੇ ਸਨ, ਵੀ ਭੁੱਖ ਲੱਗੀ ਹੋਈ ਹੈ। ਧੀਰਜ ਬਾਕ ਸੁਨੇ ਹਲਵਾਈ। ਬੜੇ ਧੀਰਜ ਦੇ ਨਾਲ, ਕਿਉਂਕਿ ਹੈ ਵੀ ਸੱਚਾ ਸੀ ਨਾ, ਚੋਰ ਨਹੀਂ ਸੀ। ਜੇ ਚੋਰ ਹੁੰਦਾ ਤਾਂ ਘਾਬਰ ਜਾਂਦਾ। ਧੀਰਜ ਦੇ ਬਚਨ ਜਦੋਂ ਹਲਵਾਈ ਨੇ ਸੁਣੇ ਵੀ ਠੀਕ ਲੱਗਦਾ ਗੱਲ ਕਹਿੰਦਾ ਹੈ। ਰਹੀ ਤਰਾਜੂ ਤੁਲਨ ਮਿਠਾਈ। ਉਸੇ ਵੇਲੇ ਮਠਿਆਈ ਤੋਲਣ ਦੇ ਲਈ 2 ਰੁਪਈਆਂ ਦੀ ਚਾਂਦੀ ਦੇ ਉਸ ਵੇਲੇ ਕਾਫੀ ਮਠਿਆਈ ਆ ਜਾਂਦੀ ਸੀ, ਤੱਕੜੀ ਵਿੱਚ ਤੋਲਣ ਲੱਗ ਪਿਆ। ਜਬੇ ਤੋਲ ਕਰ ਪਾਵਨ ਲੱਗਾ। ਜਦੋਂ ਤੋਲ ਲਈ ਤਾਂ ਕਹਿੰਦਾ ਵੀ ਲਿਆ ਕੋਈ ਆਪਣਾ ਕੱਪੜਾ ਕਰ ਵੀ ਮਠਿਆਈ ਪਾਵਾਂ ਉਹਦੇ ਵਿੱਚ। ਪੱਲਾ ਕਰਿਓ ਦੁਸ਼ਾਲੇ ਆਗਾ। ਤੇ ਇਹਨੇ ਫਿਰ ਉਹ ਦੁਸ਼ਾਲਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਕੋਲ ਖੜਿਆ ਸੀ ਕੀਮਤੀ, ਉਹਦਾ ਪੱਲਾ ਅੱਗੇ ਕੀਤਾ ਵੀ ਇਹਦੇ ਵਿੱਚ ਮਠਿਆਈ ਪਾ ਦੇ। ਤਿਖਤ ਅਚੰਬੈ ਹੋਏ ਹਲਵਾਈ। ਹਲਵਾਈ ਦੁਸ਼ਾਲਾ ਵੇਖ ਕਰਕੇ ਇੱਕਦਮ ਹੈਰਾਨ ਹੋ ਗਿਆ। ਇਹ ਮੂਰਖ ਕਿਆ ਕਰਹਿ ਬੁਰਾਈ। ਕਹਿਣ ਲੱਗਾ ਵੀ ਇਹ ਕੋਈ ਮੂਰਖ ਹੀ ਜਾਪਦਾ ਹੈ, ਵੀ ਇਹ ਕਿਹੋ ਜਿਹੇ ਭੈੜੇ ਕੰਮ ਕਰਦਾ ਹੈ। ਬਸਤ 1000 ਰਜਤ ਪਣ ਕੇਰਾ। ਵੀ 1000 ਰੁਪਈਏ ਦੇ ਮੁੱਲ ਦਾ ਬਸਤਰ ਹੈ, ਵੀ ਆ ਵੇਖੋ ਜਰੀ ਦਾ ਕੰਮ ਹੋਇਆ, ਸੋਨੇ ਦਾ ਉੱਤੇ ਕੰਮ ਹੋਇਆ ਹੈ, ਤੇ ਕੀਮਤੀ ਦੁਸ਼ਾਲਾ ਏ। ਪਿਤ ਪਕਵਾਨ ਬਿਗਾਰ ਤੇ ਬਡੇਰਾ। ਆ ਥੋੜੀ 2 ਰੁਪਈਏ ਦੀ ਮਠਿਆਈ ਵਾਸਤੇ ਕਹਿੰਦੇ ਵੀ 1000 ਰੁਪਈਏ ਦਾ ਦੁਸ਼ਾਲਾ ਖਰਾਬ ਕਰਨ ਲੱਗਾ। ਇਹ ਤਾਂ ਕੋਈ ਵੱਡਾ ਮੂਰਖ ਬੇਸਮਝ ਲੱਗਦਾ ਏ। ਸਹੀ ਚੋਰ ਇਹ ਜਾਣਿਓ ਜਾਏ। ਤੇ ਜਦੋਂ ਮਠਿਆਈ ਪਾਉਣ ਲੱਗਾ ਨਾ ਦੁਸ਼ਾਲਾ ਉਹਨੇ ਅੱਗੇ ਕੀਤਾ, ਤਾਂ ਫਿਰ ਉਹ ਹਲਵਾਈ ਨੂੰ ਸ਼ੱਕ ਹੋ ਗਿਆ। ਕਹਿੰਦਾ ਵੀ ਇਹ ਸਹੀ ਬਿਲਕੁਲ ਚੋਰ ਹੀ ਲੱਗਦਾ, ਇਹਨੂੰ ਕੋਈ ਕਦਰ ਸਾਰ ਹੀ ਨਹੀਂ ਵੀ ਵਸਤੂ ਦਾ ਮੁੱਲ ਕੀ ਹੈ, ਇਹਨੂੰ ਪਤਾ ਹੀ ਨਹੀਂ ਹੈ ਕੱਪੜੇ ਬਾਰੇ ਕੋਈ ਕੀਮਤੀ ਦੇ। ਤੇ ਇਹ ਕਹਿੰਦਾ ਕੋਈ ਚੋਰ ਹੀ ਠਾਗੀ ਜਾਪਦਾ ਹੈ। ਓ ਮਾਲਕ ਅਸ ਬਸਤਰ ਗਵਾਏ। ਕਹਿੰਦੇ ਇਹੋ ਜਿਹਾ ਕਿਹੜਾ ਮਾਲਕ ਹੁੰਦਾ ਏ ਵੀ 2 ਰੁਪਈਏ ਦੀ ਮਠਿਆਈ ਲਈ ਆਪਣਾ 1000 ਰੁਪਈਏ ਦਾ ਬਸਤਰ ਖਰਾਬ ਕਰ ਲਵੇ। ਬੜ ਮੂਰਖ ਕੀਮਤ ਨਹਿ ਜਾਣ। ਇਹ ਕੋਈ ਇਆਲੀ ਜਿਹੜਾ ਵੱਡਾ ਮੂਰਖ ਹੈ, ਜੋ ਦੁਸ਼ਾਲੇ ਦਾ ਮੁੱਲ ਨਹੀਂ ਜਾਣਦਾ, ਇਹਨੂੰ ਕੀਮਤ ਦਾ ਨਹੀਂ ਪਤਾ। ਲਿਆਏ ਚੁਰਾਏ ਬਿਗਾਰਨ ਠਾਣ। ਉਹਦਾ ਕਾਰਨ ਇਹ ਆ ਵੀ ਇਹ ਕਿਸੇ ਕੋ ਚੋਰੀ ਕਰਕੇ ਲਿਆਇਆ ਹੋਇਆ, ਤੇ ਹੁਣ ਇਸ ਦੁਸ਼ਾਲੇ ਨੂੰ ਵਿਗਾੜਨਾ ਚਾਹੁੰਦਾ। ਏਦਾਂ ਦੀ ਇਹਨੇ ਠਾਨੀ ਹੋਈ ਹੈ ਪੁੱਠੀ ਰੀਤ। ਉਠਿਓ ਹਾਟ ਪਰ ਤੇ ਹਲਵਾਈ। ਹਲਵਾਈ ਉਸੇ ਵੇਲੇ ਦੁਕਾਨ ਤੇ ਬੈਠਾ ਹੋਇਆ ਜਿੱਥੇ ਮਠਿਆਈ ਤੋਲ ਰਿਹਾ ਸੀ। ਇਹ ਇਆਲੀ ਵੱਲ ਨੂੰ ਉੱਠ ਕੇ ਹੋਇਆ। ਗਹੀ ਭੁਜਾ ਡਿਡ ਭਾਜ ਨ ਜਾਈ। ਤੇ ਬਾਹ ਫੜ ਲਈ, ਇਹਨੂੰ ਗੁੱਟੋਂ ਘੁੱਟ ਕੇ ਫੜ ਲਿਆ ਵੀ ਕਿਤੇ ਭੱਜ ਨਾ ਜਾਵੇ। ਹੁਣ ਕਹਿੰਦਾ ਚੋਰ ਹੈ, ਇਹਨੂੰ ਕੋਤਵਾਲੀ ਲੈ ਕੇ ਜਾਣਾ ਹਾਂ। ਜਹੇ ਚਬੂਤਰਾ ਬੜ ਕੁਤਵਾਲੀ। ਆ ਜਿੱਥੇ ਆਗਰੇ ਦੇ ਵਿੱਚ ਕੁਤਵਾਲੀ ਦਾ ਚਬੂਤਰਾ ਸੀ ਨਾ, ਥੜਾ ਜਿਹਾ ਬਣਿਆ ਹੋਇਆ, ਜਿੱਥੇ ਕੋਤਵਾਲੀ ਦੇ ਵਿੱਚ ਕੋਤਵਾਲ ਥਾਣੇਦਾਰ ਬੈਠਾ ਹੋਇਆ ਏ। ਪਹਿਲੇ ਗਮਨਿਓ ਤਰਸਤ ਵਿਸਾਲੀ। ਬੜਾ ਡਰਦਾ ਹੋਇਆ ਹਲਵਾਈ ਉਹਨੂੰ ਨਾਲ ਹੀ ਲੈ ਗਿਆ। ਡਰਦਾ ਇਸ ਕਰਕੇ ਸੀ ਵੀ ਆ ਕੀਮਤੀ ਚੀਜ਼ਾਂ ਕਦੇ ਇਹਨੂੰ ਇਹੋ ਹੀ ਜਾਪਿਆ ਵੀ ਕਿਸੇ ਸਰਕਾਰੀ ਬੰਦੇ ਦਾ ਇਹਨੇ ਖਜ਼ਾਨਾ ਨਾ ਲੁੱਟਿਆ ਹੋਵੇ, ਵੀ ਇਦਾਂ ਨਾ ਹੋਵੇ ਕੱਲ ਨੂੰ ਜਦੋਂ ਪੁੱਛਗਿੱਛ ਹੋਵੇ ਤੇ ਗੱਲ ਮੇਰੇ ਤਾਈਂ ਪਹੁੰਚੇ, ਉਹ ਮੈਨੂੰ ਕਹਿਣ ਜੀ ਤੈਨੂੰ ਪਤਾ ਸੀ ਦੱਸਿਆ ਕਿਉਂ ਨਹੀਂ, ਵੀ ਸਜ਼ਾ ਦੇਣਗੇ। ਇਹ ਡਰ ਮੰਨਦਾ ਹੋਇਆ ਹਲਵਾਈ ਉਸ ਬੱਕਰੀਆਂ ਚਾਰਨ ਵਾਲੇ ਦਾ ਘੁੱਟ ਕੇ ਗੁੱਟ ਫੜ ਲਿਆ ਤੇ ਕੋਤਵਾਲੀ ਵਿੱਚ ਲੈ ਗਿਆ। ਬਰਿੰਦ ਨਰਨ ਮੈਂ ਥਿਰ ਕੁਤਵਾਲ। ਜਿੱਥੇ ਬਹੁਤੇ ਬੰਦਿਆਂ ਦੇ ਵਿੱਚ ਕੁਤਵਾਲ ਖਲੋਤਾ ਹੋਇਆ ਸੀ। ਪਕਰੇ ਚੋਰ ਜਾਰ ਜਹ ਜਾਰ। ਜਿਹਨੇ ਬਹੁਤੇ ਚੋਰ ਯਾਰ ਆਦਿਕ ਫੜੇ ਹੋਏ ਤੇ ਉਹਨਾਂ ਦਾ ਕੁੱਟ ਕਟਾਪਾ ਕਰ ਰਿਹਾ ਸੀ। ਤੇ ਠਾਂਡੇ ਹੋਏ ਪੁਕਾਰ। ਉਹਦੇ ਸਾਹਮਣੇ ਜਾ ਕੇ ਖਲੋ ਕੇ ਹਲਵਾਈ ਨੇ ਪੁਕਾਰ ਕੀਤੀ। ਸੁਣ ਅਦਾਲਤੀ ਕਾਜ ਹਮਾਰਾ। ਕਹਿਣ ਲੱਗਾ
ਹੇ ਅਦਾਲਤੀ ਹੈ ਕੋਤਵਾਲ ਥਾਣੇਦਾਰ ਜੀ ਸੁਣੋ ਸਾਡਾ ਇੱਕ ਕੰਮ ਹੈ ਤੁਹਾਡੇ ਤਾਈਂ ਪੈ ਗਿਆ। ਇਹ ਬੰਚਕ ਕਹਿ ਤਸਕਰ ਉਹ ਕੋਈ। ਕਹਿਣ ਲੱਗਾ ਵੀ ਕਾਦੀ ਪੁਕਾਰ ਕਰਦਾ, ਕੰਮ ਕੀ ਤੇਰਾ? ਕਹਿੰਦਾ ਜੀ ਆ ਜਿਹਨੂੰ ਮੈਂ ਫੜ ਕੇ ਲਿਆਂਦਾ ਨਾ ਗੁੱਟ ਤੋਂ, ਇਹ ਕਹਿੰਦੇ ਵੀ ਜਾਂ ਤਾਂ ਕੋਈ ਬਹੁਤ ਵੱਡਾ ਕੋਈ ਠੱਗ ਹੈ ਰਾਹ ਮਾਰਾ, ਤੇ ਜਾਂ ਕੋਈ ਬਹੁਤ ਵੱਡਾ ਚੋਰ ਹੈ। ਵਸਤ ਅਜਾਇਬ ਹੈ ਢਿੱਗ ਦੋਈ। ਇਹਦੇ ਕੋਲ ਦੋ ਅਜਬੀ ਵਸਤੂਆਂ ਹਨ ਜਿਹੜੀਆਂ ਆਮ ਵੇਖਣ ਵਿੱਚ ਨਹੀਂ ਮਿਲਦੀਆਂ ਕਿਸੇ ਕੋਲ। ਗਹਿਣੇ ਧਰਨ ਹੈ ਤੇ ਲਿਆਇਓ। ਤੇ ਮੇਰੀ ਦੁਕਾਨ ਤੇ ਆਇਆ ਤੇ ਗਹਿਣੇ ਧਰਨ ਵਾਸਤੇ ਕਹਿੰਦਾ ਵੀ ਆ ਵਸਤੂ ਮੇਰੀ ਗਹਿਣੇ ਰੱਖ ਲਓ। ਅਸਮੰਜਸ ਪਿਖ ਮੈਂ ਲਖ ਪਾਇਓ। ਤੇ ਮੈਂ ਅਸਮੰਜਸ ਜਦੋਂ ਹੈਰਾਨੀ ਵੇਖੀ ਹੈ ਵੀ ਇਹ ਕੀਮਤੀ ਵਸਤੂ ਲੈ ਕੇ ਆਇਆ ਤੇ 2 ਰੁਪਈਆਂ ਦੀ ਮਠਿਆਈ ਮੰਗਦਾ, ਇਸ ਵੇਖ ਕਰਕੇ ਅਸਮੰਜਸ ਪਿਖ ਮੈਂ ਲਖ ਪਾਇਓ। ਕਹਿੰਦੇ ਮੈਂ ਇਹ ਗੱਲ ਜਾਣ ਲਈ ਉਸ ਵੇਲੇ। ਮਮ ਸਿਰ ਦੋਸ਼ ਨਾ ਆਵੇ ਕੋਈ। ਫਿਰ ਪੜ ਮਮ ਸਿਰ ਦੋਸ਼ ਨਾ ਆਵੇ ਕੋਈ। ਮਮ ਸਿਰ ਦੋਸ਼ ਨਾ ਆਵੇ ਕੋਈ। ਤਾਂ ਹਲਵਾਈ ਜਿਹੜਾ ਹੈ ਨਾ ਕੋਤਵਾਲ ਦੇ ਕੋਲ ਜਾ ਕੇ ਕਹਿੰਦਾ ਵੀ ਮੈਂ ਤਾਂ ਡਰਦਾ ਹੀ ਲੈ ਆਇਆ, ਇਹਨੂੰ ਮੈਨੂੰ ਸ਼ੱਕ ਹੋਇਆ ਇਹਦੇ ਉੱਤੇ ਵੀ ਇਹ ਕੋਈ ਚੋਰ ਕੋਈ ਠੱਗ ਜਾਪਦਾ, ਵੀ ਇਹ ਨਾ ਹੋਵੇ ਕੱਲ ਨੂੰ ਇਹ ਫੜਿਆ ਜਾਏ ਮੁੜ ਕੇ ਮੇਰੇ ਵੱਲ ਲੈ ਕੇ ਤੁਰਿਆ ਫਿਰੇ, ਤੁਹਾਨੂੰ ਮੇਰੇ ਸਿਰ ਤੇ ਕੋਈ ਦੋਸ਼ ਨਾ ਆਵੇ। ਤੁਮ ਹਦੂਰ ਕੀਨ ਮੈਂ ਸੋਈ। ਇਸੇ ਕਰਕੇ ਮੈਂ ਇਹ ਤੁਹਾਡੇ ਸਾਹਮਣੇ ਹੀ ਲੈ ਆਂਦਾ ਵੀ ਹੁਣ ਤੁਸੀਂ ਆਪ ਹੀ ਨਿਰਣਾ ਕਰ ਲਓ ਵੀ ਇਹ ਚੋਰ ਆ ਜਾਂ ਠੱਗ ਹੈ ਕੋਈ। ਕਰ ਲਿਓ ਨਿਰਣੈ ਹੋਏ ਜਿਸ ਤਾਂ ਭਾਂਤੀ। ਜਿਸ ਤਰ੍ਹਾਂ ਦਾ ਵੀ ਹੋਵੇਗਾ ਨਿਰਣਾ ਕਰ ਲਓ, ਹੁਣੇ ਤੁਹਾਡੇ ਸਾਹਮਣੇ ਪਤਾ ਲੱਗੂਗਾ ਵੀ ਚੋਰ ਹੈ ਜਾਂ ਇਹ ਠੱਗ ਹੈ। ਤਸਕਰ ਬਾਟ ਪਾਰ ਕਿਹ ਘਾਤੀ। ਆ ਚੋਰ ਹੈ ਜਾਂ ਬਾੜ ਪਰ ਰਾਹ ਦੇ ਵਿੱਚ ਆਉਣ ਜਾਣ ਵਾਲੇ ਲੋਕਾਂ ਨੂੰ ਮਾਰਨ ਵਾਲਾ ਏ। ਹਿਮ ਕਹਿ ਦੋਨੋਂ ਛਾਪ ਦੁਸ਼ਾਲਾ। ਤੇ ਇਸ ਤਰ੍ਹਾਂ ਕਹਿ ਕਰਕੇ ਉਸ ਕੋਤਵਾਲ ਨੂੰ ਥਾਣੇਦਾਰ ਨੂੰ ਹਲਵਾਈ ਨੇ ਜੋ ਕੋਲ ਛਾਪ ਤੇ ਦੁਸ਼ਾਲਾ ਪਕੜਿਆ ਹੋਇਆ ਸੀ, ਧਰ ਦੀਨੇ ਸਭ ਮਹਿ ਤਿਸ ਕਾਲਾ। ਆ ਦੋਵੇਂ ਚੀਜ਼ਾਂ ਸਾਰਿਆਂ ਬੰਦਿਆਂ ਦੇ ਵਿੱਚ ਖਲੋਤਿਆਂ ਹੋਇਆਂ ਥਾਣੇਦਾਰ ਦੇ ਅੱਗੇ ਰੱਖ ਦਿੱਤੀਆਂ। ਦੇਖ ਕੁਤਵਾਲ ਵਿਸਾਲੀ ਮੋਰ। ਕੋਤਵਾਲ ਨੇ ਵੀ ਕੋਤਵਾਲੀ ਦੇ ਮਾਲਕ ਨੇ ਵੀ ਵੇਖਿਆ ਵੀ ਇਹ ਤਾਂ ਦੋਵੇਂ ਵਸਤੂਆਂ ਇਹ ਛਾਪ ਇਹ ਦੁਸ਼ਾਲਾ ਬਹੁਤ ਕੀਮਤੀ ਲੱਗਦਾ ਹੈ। ਤਾੜਿਓ ਕਹਿ ਕਰ ਕਰੂਰ ਜੇ ਬੋਲ। ਬੜੇ ਕਰੂਰ ਸਖਤ ਜੇ ਵਚਨ ਕਹੇ। ਉਸ ਵੇਲੇ ਜਿਹੜਾ ਬੱਕਰੀਆਂ ਚਾਰਨ ਵਾਲਾ ਇਆਲੀ ਸੀ ਉਹਨੂੰ ਡਰਾਉਂਦਿਆਂ ਹੋਇਆਂ, ਇੱਕ ਤਾਂ ਇਹ ਉਦਾਂ ਹੀ ਮਾਣ ਨਹੀਂ ਹੁੰਦੇ ਜਿਹੜੇ ਪੁਲਸੀਏ ਹੁੰਦੇ ਆ, ਉਤੋਂ ਕੋਈ ਗਰੀਬ ਜਿਹਾ ਵੇਖ ਲੈਣ ਫਿਰ ਥੋੜਾ ਹੋਰ ਆਫਰ ਜਾਂਦੇ ਆ। ਉਹ ਕਹਿੰਦੇ ਚੰਗੀ ਤਰ੍ਹਾਂ ਅੱਖਾਂ ਜੀਆਂ ਲਾਲ ਕਰਕੇ ਤੇ ਤਾੜਨਾ ਕੀਤਾ, ਕਹਿਣ ਲੱਗਾ ਉਹ ਸੁਣਨਾ ਕਰ ਗੱਲ। ਕਹੋ ਸਾਚ ਨਤ ਦੈ ਹੂੰ ਫਾਂਸੀ। ਕਵੀ ਜੀ ਨੇ ਸਿੱਧਾ ਲਿਖਿਆ ਗਾਲ ਤੋਂ ਬਿਨਾਂ ਤਾਂ ਨਹੀਂ ਬੋਲਦੇ ਕਿਸੇ ਨੂੰ, ਕਿਉਂਕਿ ਇਹਨਾਂ ਨੂੰ ਗੁੜਤੀ ਹੋਈ ਇਹੋ ਜਿਹੀ ਮਿਲੀ ਹੁੰਦੀ ਹੈ, ਜਿਹੋ ਜਿਹੇ ਸੰਸਕਾਰ ਹੈ ਉਦਾਂ ਦਾ ਗੰਦ ਪਹਿਲੀ ਬੋਲਦੇ ਆ ਨਾ ਥਾਣੇਦਾਰ ਪੁਲਿਸੀਏ ਸਿਪਾਹੀ। ਤਾਂ ਸਰਕਾਰੀ ਰਾਸ਼ਨ ਖਾ ਖਾ ਕੇ ਲੋਕਾਂ ਦੇ ਪੈਸੇ ਰਿਸ਼ਵਤਾਂ ਖਾ ਖਾ ਕੇ ਮੱਤ ਮਾਰੀ ਹੈ। ਤਾਂ ਬਹੁਤ ਸਖਤ ਜਿਹਾ ਹੋ ਕਰਕੇ ਆਗਰੇ ਦਾ ਕੋਤਵਾਲੀ ਉਹ ਭੇਡਾਂ ਬੱਕਰੀਆਂ ਚਾਰਨ ਵਾਲੇ ਨੂੰ ਕਹਿਣ ਲੱਗਾ, ਕਹੇ ਤੇ ਆਨੇ ਘਾਤ ਬਿਸਾਸੀ। ਆ ਕਹਿਣ ਲੱਗਾ ਵੀ ਸੱਚੋ ਸੱਚ ਦੱਸਦੀ ਮੈਨੂੰ, ਹੁਣ ਇੱਥੇ ਜੇ ਝੂਠ ਬੋਲਿਆ ਨਾ ਤਾਂ ਫਾਹੇ ਲਵਾ ਦੂੰਗਾ ਵੀ ਇਹ ਜਿਹੜੀਆਂ ਵਸਤੂਆਂ ਨੇ ਇਹ ਛਾਪ ਤੇ ਦੁਸ਼ਾਲਾ ਕਿਹਨੂੰ ਮਾਰ ਕੇ ਲੈ ਕੇ ਆਇਆ ਏ। ਸਕਲ ਖੋਜ ਕੋ ਦੇਹੋ ਆ ਬਤਾਏ। ਸਾਰਾ ਖੁਰਾ ਖੋਜ ਮੈਨੂੰ ਇੱਥੇ ਹੁਣੇ ਹੀ ਦੱਸ ਦੇਣਾ ਕਰ ਵੀ ਕਿਹਨੂੰ ਮਾਰਿਆ ਕਿਹਨੂੰ ਲੁੱਟਿਆ ਏ ਤੂੰ। ਨਾਹੀਂ ਤਾਂ ਪ੍ਰਾਨ ਤੁਰਤ ਤੋ ਜਾਏ। ਤੇ ਜੇ ਤੂੰ ਕਹਿੰਦੇ ਆਨਾਕਾਨੀ ਕੀਤੀ ਸੱਚ ਨਾ ਦੱਸਿਆ ਤਾਂ ਤੇਰੇ ਤਾਂ ਪ੍ਰਾਣ ਗਏ, ਤੂੰ ਨਹੀਂ ਬਚਦਾ ਹੁਣ। ਸਭ ਨਰ ਤਿਸ ਕੇ ਮੁਖ ਕੋ ਹੈ। ਆ ਹੋਰ ਵੀ ਥਾਣੇ 'ਚ ਜਿਹੜੇ ਖਲੋਤੇ ਸਨ ਉਹ ਵੀ ਸਾਰੇ ਉਸ ਮਨੁੱਖ ਵੱਲ ਬੱਕਰੀਆਂ ਚਾਰਨ ਵਾਲੇ ਇਆਲੀ ਵੱਲ ਵੇਖਣ ਲੱਗ ਪਏ ਵੀ ਇਹ ਕੀ ਦੱਸਦਾ ਹੈ। ਸੁਣ ਬੇਹੇਤ ਕਹਿਨ ਕੋ ਪ੍ਰੇਰਤ। ਆ ਸੁਣਨ ਵਾਸਤੇ ਪ੍ਰੇਰ ਰਹੇ ਹਨ, ਉਹਨੂੰ ਧਮਕੀ ਦੇ ਕੇ ਡਰਾ ਧਮਕਾ ਕੇ। ਇੱਕ ਦੋ ਉੱਥੇ ਟੰਗੇ ਹੋਣਗੇ ਪੁੱਠੇ, ਕਹਿੰਦੇ ਇਦਾਂ ਟੰਗੂਗਾ ਜੇ ਨਾ ਦੱਸਿਆ ਤਾਂ ਸੁਣਨਾ ਚਾਹੁੰਦੇ ਆ ਵੀ ਇਹ ਕੀ ਦੱਸਦਾ ਹੈ, ਵੀ ਚੋਰ ਹੈ ਜਾਂ ਕੋਈ ਠੱਗ ਹੈ, ਕਿਹਦੇ ਕੋਲੋਂ ਚੋਰੀ ਕਰਕੇ ਲਿਆਇਆ। ਰਸਤਾ ਵਿਸਾਲ ਇਆਲੀ ਬੋਲੇ। ਉਹ ਗਰੀਬ ਜਿਹਾ ਵਿਚਾਰਾ ਬੱਕਰੀਆਂ ਚਾਰਨ ਵਾਲਾ ਇਆਲੀ ਡਰ ਗਿਆ ਇੱਕ ਤਰ੍ਹਾਂ ਤੇ ਕਹਿਣ ਲੱਗਾ, ਹੇ ਕੋਤਵਾਲੀ ਜੀ ਚੋਰ ਨਹੀਂ ਮੈਂ ਕਿਸ ਘਰ ਫੋਲੇ। ਕਹਿਣ ਲੱਗਾ ਮੈਂ ਚੋਰ ਨਹੀਂ ਆ, ਨਾ ਮੈਂ ਕਿਸੇ ਦਾ ਘਰ ਫੋਲਿਆ ਲੁੱਟਿਆ ਹੈ ਜਾ ਕੇ। ਮੈਂ ਬਟਵਾਰ ਨਾ ਬੰਚਕ ਨਾ ਕੋਈ ਮੈਂ ਰਾਹ ਮਾਰ ਹਾਂ ਵੀ ਰਾਹ ਜਾਂਦੇ ਲੋਕਾਂ ਨੂੰ ਮਾਰ ਕੇ ਲੁੱਟਦਾ ਹੋਵਾਂ, ਨਾ ਕੋਈ ਮੈਂ ਠੱਗ ਆ
ਆ ਵੀ ਕਿਸੇ ਨਾਲ ਧੋਖਾ ਕੀਤਾ ਹੋਵੇ। ਸੁਣਿਆ ਬਿਰਥਾ ਜਥਾ ਇਹ ਕੋਈ। ਆ ਜਿਵੇਂ ਮੇਰੀ ਇਹ ਸਾਰੀ ਗੱਲ ਹੋਈ ਆ, ਮੈਂ ਤਾਂ ਕਹਿੰਦਾ ਵੀ ਮੁਫਤ ਦਾ ਹੀ ਫਸ ਗਿਆ। ਸਾਰੀ ਗੱਲ ਤੁਹਾਨੂੰ ਦੱਸਦਾ ਹਾਂ। ਅਜਾ ਚਰਾਵਤ ਵਹਿਰ ਵੀ ਫਿਰੰਤਾ। ਆਗਰੇ ਸ਼ਹਿਰ ਤੋਂ ਬਾਹਰ ਬਾਗ ਬਗੀਚਿਆਂ ਦੇ ਲਾਗੇ ਲਾਗੇ ਮੈਂ ਆਪਣੀਆਂ ਬੱਕਰੀਆਂ ਚਾਰਦਾ ਫਿਰਦਾ ਸੀ। ਆਇਓ ਪੁਬਨ ਨਿਕਟ ਤਿਖੰਤਾ। ਤੇ ਪਿਆਸ ਲੱਗੀ ਸੀ ਵੀ ਪਾਣੀ ਪੀਵਾਂ, ਦੇ ਇਸ ਕਰਕੇ ਮੈਂ ਬਾਗ ਦੇ ਵਿੱਚ ਪਾਣੀ ਪੀਣ ਦੀ ਆ ਗਿਆ। ਤਹਿ ਉਮਰਾਵ ਮਹਾਨ ਸਮਾਨਾ। ਕਹਿੰਦਾ ਉੱਥੇ ਬਹੁਤ ਹੀ ਵੱਡੇ ਉਮਰਾਵ ਦੇ ਸਮਾਨ ਸੀ। ਕੋਈ ਮੈਨੂੰ ਇਹ ਤਾਂ ਨਹੀਂ ਪਤਾ ਹੁਣ ਉਮਰਾਵ ਨੇ ਜਾਂ ਕੋਈ ਹੋਰ ਹਨ, ਪਰ ਐ ਉਮਰਾਵ ਹੁੰਦੇ ਜਿਵੇਂ ਸੋਹਣੇ ਬਸਤਰ, ਸੋਹਣੇ ਸਜੇ ਫੱਬੇ ਸ਼ਸਤਰ ਧਾਰੇ ਹੋਏ ਸਨ। ਉਹਨਾਂ ਵਰਗਾ ਕੋਈ ਵੇਖਿਆ। ਉਤਰਿਓ ਆਨ ਤੁਰੰਤ ਹੀ ਜਾਨਾ। ਤੇ ਹਾਲਾਂ ਆਣ ਕੇ ਉਤਰੇ ਹੀ ਸਨ। ਮੈਂ ਇਸ ਤਰ੍ਹਾਂ ਜਾਣਿਆ ਕਿਉਂਕਿ ਪਹਿਲਾਂ ਮੈਂ ਸਵੇਰੇ ਵੀ ਹੋ ਕੇ ਗਿਆ ਸੀ, ਉਦੋਂ ਤਾਂ ਹੈ ਨਹੀਂ ਸੀ। ਹਾਲਾਂ ਆ ਕੇ ਉਤਾਰਾ ਹੀ ਕੀਤਾ ਸੀ ਬਾਗ ਵਿੱਚ। ਆਵਤ ਮੋਕੋ ਨਿਕਟ ਬੁਲਾਇਓ। ਤੇ ਮੈਂ ਵੀ ਪਾਣੀ ਪੀਣ ਵਾਸਤੇ ਬਾਗ ਵਿੱਚ ਪ੍ਰਵੇਸ਼ ਕੀਤਾ। ਪਾਣੀ ਤਾਂ ਪੀਤਾ ਨਹੀਂ, ਮੈਨੂੰ ਆਵਾਜ਼ ਮਾਰ ਕੇ ਉਹਨਾਂ ਆਪਣੇ ਨੇੜੇ ਸੱਦ ਲਿਆ। ਦੀਨ ਮੁੰਦਰੀ ਹੱਥ ਅਲਾਇਓ। ਤੇ ਮੇਰੇ ਹੱਥ ਵਿੱਚ ਆ ਜਿਹੜੀ ਕੀਮਤੀ ਮੁੰਦਰੀ ਦਿੰਦਿਆਂ ਹੋਇਆਂ ਉਹਨਾਂ ਕਿਹਾ ਸੀ ਇਸ ਕੋ ਧਰ ਲੈ ਆਓ ਵੀ ਮਿਠਾਈ। ਇਹਨੂੰ ਗਹਿਣੇ ਰੱਖ ਕੇ ਤਾਂ ਇਹਦੇ ਵੰਡੇ 2 ਰੁਪਈਆਂ ਦੀ ਮਠਿਆਈ ਖਰੀਦ ਕੇ ਲੈ ਆ। ਵਿੱਚ ਦੁਸ਼ਾਲੇ ਲਿਹੋ ਤੇ ਆ ਪਵਾਈ। ਦੁਸ਼ਾਲਾ ਮੈਨੂੰ ਤਾਂ ਦਿੱਤਾ, ਕਹਿੰਦੇ ਵੀ ਇਹਦੇ ਇੱਕ ਪੱਲੇ ਜੇ ਦੇ ਨਾਲ ਬੰਨ ਕੇ ਪਾ ਕੇ ਲੈ ਆਵੀਂ। ਆਨ ਉਤਾਇਲ ਮੈਂ ਇਸ ਤੇ ਦੀਨੀ। ਮੈਂ ਬੜੀ ਛੇਤੀ ਉੱਥੋਂ ਬਾਹਰੋਂ ਬਾਗ ਚੋਂ ਆਇਆ ਤਾਂ ਇਹ ਜਿਹੜਾ ਹਲਵਾਈ ਤੁਹਾਡੇ ਕੋਲ ਮੈਨੂੰ ਚੋਰ ਕਹਿ ਕੇ ਲਾਇਆ, ਇਹਨੂੰ ਮੈਂ ਦਿੱਤੀ ਛਾਪ ਵੀ ਇਹਦੀ ਭਾਈ ਤੂੰ ਹੁਣ ਗਹਿਣੇ ਰੱਖ ਕੇ ਮਠਿਆਈ ਦੇ ਦੇ। ਲੱਖ ਕਰ ਤਸਕਰ ਭੁਜ ਗਹਿ ਲੀਨੀ। ਪਰ ਇਹਨੇ ਉਲਟਾ ਮਠਿਆਈ ਕੀ ਦੇਣੀ ਸੀ, ਮੇਰੀ ਬਾਂਹ ਹੀ ਫੜ ਲਈ ਤੇ ਬਾਂਹ ਫੜ ਕੇ ਤੁਹਾਡੇ ਕੋਲ ਲੈ ਆਇਆ। ਬਰਜ ਬਰਜ ਮੈਂ ਇਹ ਸਮਝਾਇਓ। ਇਹਨੂੰ ਮੈਂ ਰਾਹ ਵਿੱਚ ਰੋਕ ਰੋਕ ਕੇ ਕਿਹਾ ਵੀ ਭਾਈ ਮੈਂ ਤਾਂ ਗਰੀਬ ਜਿਹਾ ਵਿਚਾਰਾ ਬੱਕਰੀਆਂ ਚਾਰਨ ਵਾਲਾ, ਮੈਂ ਕੋਈ ਚੋਰ ਠੱਗ ਨਹੀਂ ਆ, ਮੈਨੂੰ ਕਾਹਤੋਂ ਥਾਣੇ ਲੈ ਕੇ ਚੱਲਿਆ ਏ ਤੂੰ। ਨਾਹਕ ਜਬਰੀ ਤੇ ਗਹਿ ਲਿਆਇਓ। ਇਹਨੇ ਤਾਂ ਬਿਨਾ ਨਾਹਕ ਹੁੰਦਾ, ਬਿਨਾ ਕਾਰਨ ਹੀ ਜ਼ਬਰਦਸਤੀ ਮੈਨੂੰ ਇਹ ਤੁਹਾਡੇ ਕੋਲ ਹੁਣ ਕੋਤਵਾਲੀ ਵਿੱਚ ਲੈ ਕੇ ਆ ਗਿਆ ਤੇ ਉਲਟਾ ਹੁਣ ਤੁਸੀਂ ਵੀ ਦਬਕੇ ਮਾਰਦੇ ਹੋ। ਉਪਬਨ ਵਿਖੇ ਖਸ਼ਟਾ ਸਵਾਰ। ਇਹ ਤਾਂ ਬਾਹਰ ਬਾਗ ਦੇ ਵਿੱਚ 6 ਘੋੜ ਸਵਾਰ ਉਤਰੇ ਹੋਏ ਹਨ। ਜਾਨੋ ਤਸਕਰ ਕੈ ਬਟ ਪਾਰ। ਇਹ ਤਾਂ ਹੁਣ ਤੁਸੀਂ ਉੱਥੇ ਜਾ ਕੇ ਵੇਖ ਲਓ ਵੀ ਉਹ ਚੋਰਾਂ ਨੂੰ ਕੋਈ ਜਾਂ ਕੋਈ ਰਾਹ ਮਾਰਨੇ, ਤਾਂ ਤੁਸੀਂ ਆਪ ਨਿਰਣਾ ਕਰੋ। ਕੈ ਕਿਸ ਥਲ ਕੋ ਵੱਡ ਸਰਦਾਰ। ਤੇ ਜਾਂ ਕਿਸੇ ਥਾਂ ਦਾ ਕੋਈ ਵੱਡਾ ਸਰਦਾਰ ਹੋਵੇਗਾ, ਚੋਰ ਹੋਵੇ, ਠੱਗ ਹੋਵੇ, ਕੋਈ ਸਰਦਾਰ ਹੋਵੇ, ਤਾਂ ਉੱਥੋਂ ਪਤਾ ਕਰੋ ਜਾ ਕੇ ਤੁਸੀਂ। ਸਾਧ ਅਸਾਧ ਲਿਹੋ ਨਿਰਧਾਰ। ਕੋਈ ਸਾਧੂ ਹੈ ਜਾਂ ਅਸਾਧ, ਕੋਈ ਲੁਟੇਰਾ ਹੈ, ਨਿਰਣਾ ਕਰ ਲਵੋ ਚੰਗੀ ਤਰ੍ਹਾਂ। ਆਹੋ ਨਾ ਕੂਰ ਹੇਰਨ ਤਲੀਜੇ। ਬੱਕਰੀਆਂ ਚਾਰਨ ਵਾਲਾ ਇਹ ਆਲੀ ਥਾਣੇਦਾਰ ਨੂੰ ਕਹਿੰਦਾ ਮੈਂ ਬਿਲਕੁਲ ਝੂਠ ਨਹੀਂ ਬੋਲਦਾ, ਮੇਰੇ ਨਾਲ ਚੱਲ ਕੇ ਤੁਸੀਂ ਉੱਥੇ ਵੇਖ ਲਵੋ ਬਾਗ ਦੇ ਵਿੱਚ। ਬੂਝੋ ਚੱਲ ਕਰ ਨਿਰਣਾ ਕੀਜੇ। ਉਹਨਾਂ ਦੇ ਕੋਲੋਂ ਤੁਸੀਂ ਆਪ ਹੀ ਚੱਲ ਕੇ ਪੁੱਛ ਲਓ ਤੇ ਫਿਰ ਨਿਰਣਾ ਕਰ ਲਵੋ ਵੀ ਕੌਣ ਹਨ। ਮੋਹ ਮਹਿ ਦੋਸ਼ ਹੋਏ ਜੇ ਤੇ ਕੋਈ। ਜੇ ਕੋਈ ਮੇਰੇ 'ਚ ਤੁਹਾਨੂੰ ਦੋਸ਼ ਲੱਗੇ ਨਾ ਵੀ ਮੈਂ ਕੋਈ ਚੋਰੀ ਠੱਗੀ ਕੀਤੀ ਹੋਵੇਗੀ ਕਿਸੇ ਨਾਲ, ਸੋ ਸਾਸਨਾ ਦੀਜੇ ਸੋਈ। ਆ ਫਿਰ ਜੋ ਚਾਹੋ ਮੈਨੂੰ ਸਜ਼ਾ ਦੇ ਦਿਓ, ਪਹਿਲਾਂ ਜਾ ਕੇ ਨਿਰਣਾ ਤੇ ਕਰ ਲਓ। ਐਵੇਂ ਮਾਤੜ ਨੂੰ ਉਦਾਂ ਹੀ ਨਾ ਮਾਰ ਦਿਓ ਬਿਨਾਂ ਕਿਸੇ ਕਾਰਨ। ਸੁਣ ਸਭ ਹੀ ਲਖਿਓ ਇਹ ਆਲੀ। ਇਸ ਤਰ੍ਹਾਂ ਜਦੋਂ ਇਹ ਆਲੀ ਬੱਕਰੀਆਂ ਚਾਰਨ ਵਾਲੇ ਦੀ ਗੱਲ ਸੁਣੀ ਤੇ ਸਾਰਿਆਂ ਨੇ ਇਹ ਗੱਲ ਜਾਣ ਲਈ ਵੀ ਠੀਕ ਕਹਿੰਦਾ ਲੱਗਦਾ ਹੈ। ਨਿਰਣੇ ਕਰਬੇ ਚਾਹਿਓ ਵੀ ਵਿਸਾਲੀ। ਪਹਿਲਾਂ ਨਿਰਣਾ ਕਰ ਲੈਣਾ ਚਾਹੀਦਾ, ਇਹਦੇ ਵੱਲ ਫੇਰ ਹੋਵਾਂਗੇ। ਜੇ ਸੱਚ ਬੋਲਦਾ ਹੋਊਗਾ ਤੇ ਫਿਰ ਛੱਡ ਦੇਾਂਗੇ। ਦੋਹਰਾ ਸੁਨ ਅਦਾਲਤੀ ਸਭਨ ਮਹਿ। ਇਸ ਤਰ੍ਹਾਂ ਅਦਾਲਤੀ ਨੇ ਭਾਵ ਕਿ ਉਸ ਕੋਤਵਾਲ ਥਾਣੇਦਾਰ ਨੇ ਸਭ ਮਨੁੱਖਾਂ 'ਚ ਖਲੋਤਿਆਂ ਹੋਇਆ ਜਦੋਂ ਬੱਕਰੀਆਂ ਵਾਲੇ ਦੀ ਗੱਲ ਸੁਣੀ। ਸਾਚ ਲਖਨ ਕੇ ਹੇਤ। ਸੱਚ ਜਾਣਨ ਵਾਸਤੇ ਵੀ ਇਹ ਝੂਠ ਬੋਲਦਾ ਹੈ ਜਾਂ ਸੱਚ ਬੋਲਦਾ ਹੈ। ਜੁਗਲ ਸਿਪਾਹੀ ਸਿਉ ਕਹਿਓ। 2 ਆਪਣੇ ਸਿਪਾਹੀਆਂ ਨੂੰ ਥਾਣੇਦਾਰ ਕਹਿਣ ਲੱਗਾ, ਗਮਨ ਹੋ ਸੰਗ ਸੁਚੇਤ। ਕਹਿੰਦੇ ਵੀ ਸੁਚੇਤ ਹੋ ਕੇ ਸਾਵਧਾਨ ਹੋ ਕੇ ਇਹਦੇ ਨਾਲ ਜਾਓ ਤੇ ਪਤਾ ਕਰੋ, ਇਹ ਵੀ ਧਿਆਨ ਰੱਖਿਓ ਕਿਤੇ ਭੱਜਦਾ ਨਾ ਹੋਵੇ ਰਾਹ ਦੇ ਵਿੱਚੋਂ। ਸੋ ਭਾਈ ਉਪਬਨ ਵਿਖੇ ਜਾਹੋ ਇਸ ਸੰਗ। ਤੇ ਬਾਗ ਦੇ ਵਿੱਚ ਜਿੱਥੇ ਕਹਿੰਦਾ ਹੈ ਨਾ ਵੀ ਬਾਰ-ਬਾਰ ਕੋਈ ਸਰਦਾਰ ਜਾਂ ਕੋਈ 6 ਘੋੜਸਵਾਰ ਉਤਰੇ ਨੇ, ਕਹਿੰਦਾ ਵੀ ਇਹਦੇ ਨਾਲ ਬਾਗ ਵਿੱਚ ਚਲੇ ਜਾਓ ਦੋਵੇਂ ਜਾਣੇ। ਦੇਖੋ ਤਹਾਂ ਅਸਵਾਰਨ ਢੰਗ। ਤੇ ਨਾਲ ਜਾ ਕੇ ਉਹਨਾਂ ਸਵਾਰਾਂ ਦਾ ਢੰਗ ਤਰੀਕਾ ਵੇਖੋ, ਵੀ ਵੇਖ ਕੇ ਪਤਾ ਲੱਗ ਹੀ ਜਾਣਾ ਹੈ ਨਾ ਵੀ ਕੋਈ ਪਾਤਸ਼ਾਹੀ ਬੰਦੇ ਨੇ, ਕੋਈ ਸਰਦਾਰ ਨੇ ਜਾਂ ਕੋਈ
ਉਹ ਚੋਰ ਠੱਗ ਫਿਰਦੇ ਹਨ। ਨਾਉ ਗਾਉ ਬੂਝੋ ਸਭ ਤੇ ਭਾਂਤੀ। ਸਭ ਤਰ੍ਹਾਂ ਕਰਕੇ ਉਹਨਾਂ ਦਾ ਨਾਮ ਕੀ ਹੈ, ਉਹਨਾਂ ਦਾ ਪਿੰਡ ਦੇਸ਼ ਕਿਹੜਾ ਹੈ, ਇਹਦੀ ਵੀ ਪੁੱਛ-ਗਿੱਛ ਕਰਨੀ ਹੈ। ਆਮਨ ਜਾਨ ਕਹਾਂ ਕੋ ਆ ਜਾਤੀ। ਕਿਧਰੋਂ ਆ ਰਹੇ ਹੈ, ਕਿਧਰ ਜਾ ਰਹੇ ਨੇ, ਉਹਨਾਂ ਦੀ ਜਾਤ ਕੀ ਹੈ, ਕਿਹੜੇ ਕਬੀਲੇ ਟੱਬਰ ਚੋਂ, ਇਹ ਵੀ ਪੁੱਛ-ਗਿੱਛ ਕਰਿਓ। ਕਿਸ ਥਲ ਕੇ ਹੋਏ ਹੈ ਸਰਦਾਰ। ਤੇ ਜੇ ਕੋਈ ਸਰਦਾਰ ਹੋਣਗੇ ਤਾਂ ਫੇਰ ਪੁੱਛ ਲਿਓ ਵੀ ਕਿਹੜੇ ਥਾਂ ਦੇ ਸਰਦਾਰ ਹੋ, ਵੀ ਤੁਹਾਡੇ ਤੁਸੀਂ ਕਿੱਥੇ ਰਾਜ ਭਾਗ ਕਰਦੇ ਹੋ। ਨਾਹੇ ਤਾਂ ਲਖੇ ਪਰਹਿ ਬਟ ਪਾਰ। ਤੇ ਜੇ ਸਰਦਾਰ ਨਾ ਹੋਏ, ਨਾਹੇ ਤਾਂ ਲਖੇ ਪਰਹੇ ਬਟ ਪਾਰ, ਫਿਰ ਜ਼ਰੂਰ ਕੋਈ ਰਾਹ ਮਾਰ ਹੋਣਗੇ। ਮਾਲਖ ਸੋਟਨ ਕਿਸ ਕੋ ਆਏ। ਫੇਰ ਕਿਸੇ ਨਾ ਕਿਸੇ ਕੋ ਮਾਲ ਮੱਤਾ ਖੋਣ ਵਾਸਤੇ ਆਏ ਹੋਣਗੇ, ਕੋਈ ਲੁੱਟ ਖੋਹ ਵਾਸਤੇ। ਬੈਠ ਬਹਿਰ ਜਿਨ ਅਸਨ ਮੰਗਾਏ। ਏਦਾਂ ਸ਼ੱਕ ਜਿਹਾ ਕਰਦੇ ਆ। ਥਾਣੇਦਾਰ ਕਹਿੰਦਾ ਵੀ ਕੋਈ ਗੱਲ ਸ਼ੱਕ ਵਾਲੀ ਹੈ, ਵੀ ਬਾਹਰ ਬਹਿ ਕੇ ਉਹਨਾਂ ਨੇ ਮਠਿਆਈ ਜਿਹੜੀ ਮੰਗਾਈ ਹੈ, ਜੇ ਸਰਦਾਰ ਹੁੰਦੇ ਸ਼ਹਿਰ 'ਚ ਹੀ ਆ ਜਾਣਾ ਸੀ, ਵੀ ਜਿਹੜਾ ਬਾਹਰ ਇਹਨੂੰ ਭੇਜਿਆ ਹੈ ਵੀ ਮਠਿਆਈ ਲੈ ਕੇ ਆ, ਜ਼ਰੂਰ ਕਿਸੇ ਨੂੰ ਲੁੱਟਣ ਹੀ ਆਏ ਹਨ। ਜਿਮ ਭਾਜੇ ਨ ਸੋਗਤ ਕੀ। ਤੇ ਨਾਲ ਹੀ ਇਹ ਵੀ ਤਾਕੀਦ ਕੀਤੀ ਸਿਪਾਹੀਆਂ ਨੂੰ ਵੀ ਜਿਸ ਤਰ੍ਹਾਂ ਉਹ ਭੱਜ ਨਾ ਜਾਣ, ਇਹੋ ਜਿਹੀ ਰੀਤੀ ਕਰਿਓ, ਭਾਵ ਕਿ ਆਪਣਾ ਬੋਲ ਚਾਲ ਢੰਗ ਤਰੀਕਾ ਠੀਕ ਰੱਖਿਓ, ਵੀ ਇਹ ਨਾ ਹੋਵੇ ਵੀ ਉਹ ਤੁਹਾਨੂੰ ਵੇਖ ਕੇ ਜਾਂ ਤੁਹਾਡੀ ਕੜਵੀ ਜੀ ਗੱਲ ਸੁਣ ਕੇ ਭਾਜੀ ਜਾਣ। ਭੇਦ ਮధుਰ ਬਾਕਨ ਤੇ ਲਈ। ਕਹਿੰਦਾ ਮਿੱਠੇ ਮਿੱਠੀਆਂ ਗੱਲਾਂ ਕਰਕੇ ਭੇਦ ਲਿਓ। ਹੈ ਤਾਂ ਇਧਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ, ਕਿਉਂਕਿ ਅਸਲੀਅਤ ਸਚਾਈ ਵਿੱਚ ਨੇ, ਤੇ ਇਹਨਾਂ ਨੇ ਸ਼ੱਕ ਕੀਤਾ ਹੈ, ਪਰ ਕਰਦੇ ਇਦਾਂ ਹੀ ਹੈ ਨਾ, ਮਿੱਠੀਆਂ ਮਿੱਠੀਆਂ ਗੱਲਾਂ। ਕੋਈ ਨਹੀਂ ਦੱਸਦੇ ਤੂੰ, ਇਉਂ ਹੀ ਕਰਦੇ ਹੁੰਦੇ ਕਿਸੇ ਗਰੀਬ ਜੇ ਮਹਾਤੜ ਨੂੰ ਫਸਾਉਣਾ ਹੋਵੇ, ਕਹਿੰਦਾ ਤੂੰ ਲਿਖ ਦੇ ਥੋੜਾ ਜਿਹਾ, ਕੋਈ ਨਹੀਂ ਹੋਣ ਦਿੰਦੇ, ਤੈਨੂੰ ਬਚਾ ਲਾਂਗੇ। ਐਵੇਂ ਫਿਰ ਜਦੋਂ ਲੈ ਜਾਂਦੇ ਆ ਥਾਣੇ, ਫੇਰ ਨਹੀਂ ਕਿਸੇ ਦੇ ਮਾਈ ਬਾਪ ਬਣਦੇ, ਫੇਰ ਪੁੱਠਾ ਲਟਕਾਉਂਦੇ ਆ, ਝੂਠੇ ਸੱਚੇ ਪਰਚੇ, ਜੋ ਕੁਝ ਆ ਸਭ ਕੁਝ ਹੀ ਕਰ ਦਿੰਦੇ ਆ। ਇਹ ਇਹਨਾਂ ਦੀ ਆਦਤ ਹੁੰਦੀ ਹੈ, ਤੇ ਇਹ ਢੰਗ ਤਰੀਕਾ ਸਿਖਾਇਆ ਜਾਂਦਾ। ਉਹ ਥਾਣੇਦਾਰ ਆਪਣੇ ਸਿਪਾਹੀਆਂ ਨੂੰ ਕਹਿੰਦਾ ਵੀ ਜਾ ਕੇ ਤੇ ਮਿੱਠੀਆਂ ਮਿੱਠੀਆਂ ਜੀਆਂ ਗੱਲਾਂ ਕਰਿਓ, ਇਹ ਨਾ ਹੋਣ ਕਿ ਭਾਜੀ ਜਾਣ ਤੁਹਾਡੀ ਕੜਵੀ ਜੀ ਗੱਲ ਸੁਣ ਕੇ। ਇਕ ਤੈ ਰਹੋ ਸ਼ਿਗਰ ਇਕ ਆਵੇ। ਤੇ ਜਦੋਂ ਕੋਈ ਨਿਸ਼ਾਨਦੇਹੀ ਕਰਦਿਆਂ ਸ਼ੱਕ ਜਿਹਾ ਲੱਗੇ ਨਾ, ਤਾਂ ਇੱਕ ਸਿਪਾਹੀ ਤਾਂ ਉੱਥੇ ਹੀ ਰਿਓ ਉਹਨਾਂ ਦੇ ਕੋਲ, ਤਾਂ ਇੱਕ ਭੱਜ ਕੇ ਇੱਥੇ ਮੈਨੂੰ ਆ ਕੇ ਸੁਨੇਹਾ ਦਿਓ, ਅਸੀਂ ਪਹਿਲਾਂ ਹੀ ਤਿਆਰੀ ਰੱਖਾਂਗੇ। ਜਥਾ ਹੋਏ ਤੇ ਮਾਨ ਸੁਨਾਵੇ। ਵੀ ਜਿਵੇਂ ਕੋਈ ਸਹੀ ਅਸਲੀਅਤ ਹੋਏਗੀ, ਉਹ ਮੈਨੂੰ ਆ ਕੇ ਦੱਸ ਦੇਵੇ ਵੀ ਚੋਰ ਨੇ, ਠੱਗ ਨੇ, ਜਾਂ ਕਿਸੇ ਥਾਂ ਦੇ ਸਰਦਾਰ ਹਨ। ਕਰਿਓ ਅਗਾਰੀ ਤਬ ਹੈ ਆਲੀ। ਉਸ ਵੇਲੇ ਉਹ ਥਾਣੇਦਾਰ ਦੇ ਦੋ ਸਿਪਾਹੀਆਂ ਨੇ ਉਹ ਇਆਲੀ ਨੂੰ ਬੱਕਰੀਆਂ ਚਾਰਨ ਵਾਲੇ ਨੂੰ ਅੱਗੇ ਲਾ ਲਿਆ, ਵੀ ਸਿੱਧਾ ਹੋ ਕੇ ਦੱਸ ਕਿੱਥੇ ਹੈ, ਤੇ ਆਪ ਮਗਰ ਮਗਰ ਦੋਵੇਂ ਤੁਰ ਪਏ। ਚਲੇ ਸਿਪਾਹੀ ਸਾਥ ਉਤਾਲੇ। ਸਿਪਾਹੀ ਬੜੀ ਛੇਤੀ ਦੇ ਨਾਲ ਆਗਰੇ ਦੇ ਕੋਤਵਾਲੀ ਦੇ ਵਿੱਚੋਂ ਆਗਰੇ ਸ਼ਹਿਰ ਤੋਂ ਬਾਹਰ ਨੂੰ ਚੱਲੇ ਹਨ। ਖੜਗ ਸਿਪਰ ਜਨ ਧਾਰਨ ਕੀ। ਜਿਹਨਾਂ ਢਾਲਾਂ ਦੇ ਕਿਰਪਾਨਾਂ ਵੀ ਨਾਲ ਸ਼ਸਤਰ ਧਾਰਨ ਕੀਤੇ ਨੇ। ਉਪਬਨ ਕੋ ਗਮਨੇ ਸੰਗ ਲੀਨ। ਬੱਕਰੀਆਂ ਚਾਰਨ ਵਾਲੇ ਨੂੰ ਨਾਲ ਲੈ ਕੇ ਬਾਗ ਵਿੱਚ ਚਲੇ ਗਏ, ਜਿੱਥੇ ਉਹਨੇ ਦੱਸਿਆ ਸੀ। ਆਵਤ ਦੇਖ ਦੂਰ ਤੇ ਇਹਨਾਂ ਜਬ। ਦੂਰਾਂ ਹੀ ਆਉਂਦਿਆਂ ਵੇਖਿਆ ਨਾ ਜਦੋਂ ਸਤਿਗੁਰੂ ਮਹਾਰਾਜ ਜੀ ਨੇ। ਮਤੀ ਦਾਸ ਐਮ ਬੋਲਿਓ ਤਬੈ। ਭਾਈ ਮਤੀ ਦਾਸ ਦੀ ਪਹਿਲਾਂ ਨਿਗਾਹ ਗਈ ਉਧਰ ਵੇਖ ਕੇ, ਵੀ ਉਹ ਬੱਕਰੀਆਂ ਵਾਲਾ ਲੱਗਦਾ ਤੇ ਹੈ, ਵੀ ਨਾਲ ਕੋਈ ਹੋਰ ਵੀ ਆ ਰਿਹਾ ਏ। ਪਠਿਓ ਆਪ ਕੋ ਆਵਤ ਸੋਈ। ਕਹਿਣ ਲੱਗਾ ਮਹਾਰਾਜ ਜਿਹਨੂੰ ਤੁਸੀਂ ਭੇਜਿਆ ਸੀ ਬੱਕਰੀਆਂ ਚਾਰਨ ਵਾਲੇ ਨੂੰ, ਲੱਗਦਾ ਹੈ ਵੀ ਉਹ ਦੂਰ ਉਹੀ ਤੁਰਿਆ ਆ ਰਿਹਾ ਸ਼ਹਿਰ ਵੱਲੋਂ। ਆਨਿਓ ਅਸਨ ਪੇ ਨਾਹਨ ਜੋਈ। ਇਸ ਤਰ੍ਹਾਂ ਦਾ ਲੱਗਦਾ ਨਹੀਂ, ਵੇਖ ਕੇ ਵੀ ਮਠਿਆਈ ਲੈ ਕੇ ਆਇਆ ਹੋਊਗਾ, ਹੱਥ ਤਾਂ ਖਾਲੀ ਜਿਹੀ ਮਾਰਦਾ ਹੁੰਦਾ ਏ। ਸਭਨ ਸੁਨਾਵਤ ਸਤਿਗੁਰ ਕਹਿਓ। ਮਤੀ ਦਾਸ ਤੋਂ ਸੁਣ ਕੇ ਸਭ ਨੂੰ ਸੁਣਾਉਂਦੇ ਆ। ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ, ਆਵਤ ਉਹੀ ਠੀਕ ਤੁਮ ਲਹਿਓ। ਕਹਿਣ ਲੱਗੇ ਮਤੀ ਦਾਸ ਜੀ ਬਿਲਕੁਲ ਤੁਸੀਂ ਪਛਾਣ ਲਿਆ, ਉਹੀ ਆ ਰਿਹਾ ਬੱਕਰੀਆਂ ਚਾਰਨ ਵਾਲਾ। ਤਉ ਜਾਨੀਐ ਹੈ ਬਨਿਓ ਕਸੂਤ। ਪਰ ਫੇਰ ਵੀ ਜਾਣ ਲਓ ਵੀ ਹੁਣ ਜਿਹੜੀ ਗੱਲ ਬਣ ਗਈ ਹੈ, ਖੇਡ ਬਣਨੀ ਸੀ ਉਹ ਕਸੂਤੀ ਹੁਣ ਬਣ ਗਈ, ਸਮਝ ਲਵੋ। ਆਨੇ ਸੰਗ ਦੋਏ ਜਮਦੂਤ। ਉਹ ਗੱਲ ਇਹ ਹੈ ਵੀ ਉਹ ਇਕੱਲਾ ਨਹੀਂ ਆਇਆ, ਵੇਖੋ ਧਿਆਨ ਨਾਲ, ਦੋ ਜਮਦੂਤਾਂ ਨੂੰ ਵੀ ਨਾਲ ਲਈ ਆਉਂਦਾ। ਪੁਲਿਸ ਵਾਲਿਆਂ ਨੂੰ ਜਮਦੂਤ ਹੀ ਕਹਿੰਦੇ ਸਨ ਮਹਾਰਾਜ। ਨੈ ਸੌਦਾ ਆਨਿਓ ਐਮ ਲਖੀਅਤ। ਨੈ ਸੌਦਾ ਆਨਿਓ ਐਮ ਲਖੀਅਤ। ਤੇ ਇਹ ਤਾਂ ਗੱਲ ਪੱਕੀ ਜਾਣੀ ਜਾਂਦੀ ਹੈ ਵੀ ਸੌਦਾ ਜੋ ਲੈਣ ਕੇ ਭੇਜਿਆ ਸੀ ਉਹ ਤਾਂ ਨਹੀਂ ਲੈ ਕੇ ਆਇਆ, ਨਾਲ ਦੋ ਜਮਦੂਤਾਂ ਨੂੰ ਲੈ ਆਇਆ ਏ। ਅਗਰ ਜੁਗਨ ਕੇ ਸ਼ੂਸ਼ੋ ਪਿਖੀਅਤ। ਦੋਵਾਂ ਜਾਣਿਆਂ ਦੇ ਅੱਗੇ ਲੱਗਾ ਤੇ ਆਪ ਖਾਲੀ ਹੀ ਵੇਖਣ ਵਿੱਚ ਆਉਂਦਾ ਏ। ਦੂਰੋਂ ਹੀ ਦਿਸ਼ਾਲਾ ਦਿਖ ਜਾਣਾ ਸੀ ਜੇ ਕੁਝ ਹੁੰਦਾ ਉਹਦੇ ਪਾਸ। ਸੁਨ ਕੈ ਮਤੀ ਦਾਸ ਤੇ ਆਦ। ਜਦੋਂ ਗੁਰੂ ਸਾਹਿਬ ਨੇ ਇਦਾਂ ਕਿਹਾ ਨਾ ਵੀ ਗੱਲਾਂ ਨਹੀਂ ਆਉਂਦਾ, ਜਮਦੂਤਾਂ ਨੂੰ ਲੈ ਕੇ ਆਉਂਦਾ ਨਾਲ, ਤਾਂ ਮਤੀ ਦਾਸ ਤੇ ਹੋਰ
ਸਿੱਖਾਂ ਨੇ ਜਦੋਂ ਸੁਣਿਆ, ਗੋਚਰਿਤਰ ਤੇ ਭੇ ਗੁਰੂ ਬਿਸਮਾਦ ਸਾਹਿਬ ਦੇ ਇਸ ਕੌਤਕ ਤੋਂ ਬੜੇ ਹੀ ਹੈਰਾਨ ਜੇ ਅਚਰਜ ਜੇ ਹੋਏ ਨੇ। ਪਾਨ ਇਆਲੀ ਕੇ ਪਕਵਾਨ ਵੀ ਇਹ ਮਹਾਰਾਜ ਸਾਹਿਬ ਜੀ ਕੀ ਕਹਿ ਰਹੇ ਹਨ ਵੀ ਉਹ ਜਮਦੂਤ ਨਾਲ ਆਉਂਦੇ ਨੇ ਵੱਖਰੀ ਜੀ ਨਵੀਂ ਜੀ ਗੱਲ ਪਹਿਲਾਂ ਕੀਤੀ ਸੀ ਜਾਂ ਭੇਜਣ ਸਮੇਂ, ਹੁਣ ਵੀ ਅਚਰਜ ਜੀ ਗੱਲ ਕਰ ਰਹੇ ਨੇ। ਤੇ ਫਿਰ ਵੇਖੋ ਇਹ ਵੀ ਹੈਰਾਨੀ ਵਾਲੀ ਗੱਲ ਹੀ ਹੈ ਵੀ ਕਾਹਤੋਂ ਇਸ ਭੇਡਾਂ ਬੱਕਰੀਆਂ ਚਾਰਨ ਵਾਲੇ ਨੂੰ ਭੇਜਣਾ ਸੀ, ਇਹਦੇ ਹੱਥੋਂ ਪਕਵਾਨ ਕਿਉਂ ਮੰਗਾਉਣਾ ਸੀ ਮਹਾਰਾਜ ਨੇ। ਅਨਵਾਵਨ ਕਰ ਚਾਹਤ ਖਾਨ ਤੇ ਅੱਜ ਇਦਾਂ ਕੀਤਾ ਕਿਉਂ ਮਹਾਰਾਜ ਨੇ ਵੀ ਇੱਕ ਭੇਡਾਂ ਚਾਰਨ ਬੱਕਰੀਆਂ ਚਾਰਨ ਵਾਲੇ ਦੇ ਹੱਥੋਂ ਮੰਗਾ ਕੇ ਮਠਿਆਈ ਖਾਣੀ ਚਾਹੀ ਹੈ। ਜੇਨਿਤ ਸੋਚ ਸੋ ਕਰਤ ਆਹਾਰ ਆਪਾਂ ਨੂੰ ਵੀ ਕਹਿੰਦੇ ਵਿਚਾਰੇ ਆਈ ਨਹੀਂ ਵੀ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਬੜੀ ਸੁਚਮਤਾ ਸੰਜਮ ਦੇ ਨਾਲ ਲੰਗਰ ਵਿੱਚੋਂ ਭੋਜਨ ਪ੍ਰਸ਼ਾਦਾ ਛਕਦੇ ਆ, ਨਾ ਕਦੀ ਬਾਹਰੋਂ ਮਠਿਆਈ ਮੁਠੀਏ ਖਾਂਦੇ ਕੁਝ ਨਹੀਂ ਹੈ, ਆਪਣਾ ਤਿਆਰ ਕਰਕੇ ਛਕਦੇ ਹਨ। ਤੇ ਇਹ ਅੱਜ ਕਿਸੇ ਇੱਕ ਭੇਡਾਂ ਬੱਕਰੀਆਂ ਵਾਲੇ ਕੋਲੋਂ ਮਠਿਆਈ ਕਿਵੇਂ ਖਾਣਗੇ? ਪਹਿਲਾਂ ਇਹ ਮੇਰੇ ਮਨ ਵਿੱਚ ਮਤੀ ਦਾਸ ਕਹਿੰਦਾ ਵੀ ਇਹ ਸ਼ੰਕਾ ਜਾਤਾ ਸੀ। ਫਿਰ ਮੈਂ ਆਖਿਆ ਵੀ ਹੋਊ ਗੁਰੂ ਮਹਾਰਾਜ ਦੀ ਮਰਜ਼ੀ, ਵੀ ਅਸੀਂ ਕੀ ਕਰ ਸਕਦੇ ਹਾਂ ਵੀ ਜਿਹੜੇ ਪਾਤਸ਼ਾਹ ਨਿਤ ਲੰਗਰ ਵਿੱਚੋਂ ਹੀ ਭੋਜਨ ਛਕਣਾ ਪਸੰਦ ਕਰਦੇ ਆ, ਇਹ ਆਲੀ ਕੋ ਮਠਿਆਈ ਕਿਉਂ ਮੰਗਾਈ ਹੈ? ਅਬ ਵੀ ਲੋਕ ਕਿਆ ਕੀਨ ਉਚਾਰ ਪਹਿਲਾਂ ਵੀ ਇਹਨਾਂ ਨੇ ਅਚਰਜ ਜੀ ਗੱਲ ਕੀਤੀ, ਉਦੋਂ ਵੀ ਅਸੀਂ ਹੈਰਾਨ ਹੈ, ਹੁਣ ਉਹਨੂੰ ਆਉਂਦਿਆਂ ਵੇਖ ਕੇ ਵੀ ਇਹ ਕੀ ਉਚਾਰ ਰਹੇ ਹਨ। ਦੋ ਜਮਦੂਤ ਆਵ ਤੇ ਸਾਥ ਵੇਖੋ ਵੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕੱਲਾ ਨਹੀਂ ਆ ਰਿਹਾ, ਦੋ ਜਮਦੂਤ ਵੀ ਉਹਦੇ ਨਾਲ ਆ ਰਹੇ ਹਨ। ਕਹਾਂ ਰਚੀਗਤ ਇਸ ਬਿਦਨਾਥ ਇਸ ਤਰ੍ਹਾਂ ਭਾਈ ਮਤੀ ਦਾਸ ਨਾਲ ਦੇ ਸਿੱਖਾਂ ਨੂੰ ਕਹਿੰਦਾ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਪਤਾ ਨਹੀਂ ਹੈ ਵੀ ਕੀ ਖੇਡ ਰਚੀ ਹੈ, ਕੀ ਕਰਨ ਲੱਗੇ ਹਨ ਮਹਾਰਾਜ। ਕਰਹਿ ਵਿਚਾਰਨ ਕੋ ਬਹੁ ਬਾਰ ਵਾਰ-ਵਾਰ ਵਿਚਾਰਦੇ ਨੇ, ਪਰ ਉਹ ਸਾਧ ਸੰਗਤ ਗੁਰੂ ਦੀ ਖੇਡ ਹੀ ਕੀ ਹੈ। ਭਾਵੇਂ ਵੱਡੇ ਤੋਂ ਵੱਡਾ ਸਿੱਖ ਹੈ ਜਿਹਦੇ ਮੰਨਣ 'ਚ ਸਮਝ 'ਚ ਆ ਜਾਵੇ, ਕਹਿੰਦੇ ਗੁਰੂ ਸਾਹਿਬ ਜੀ ਦੀ ਗੱਲ, ਗੁਰੂ ਸਾਹਿਬ ਦਾ ਵਚਨ ਕੋਈ ਸਮਝ ਨਹੀਂ ਸਕਦਾ। ਮੈਂ ਬੋਲੇ ਪ੍ਰਣ ਗੁਰ ਅਨੁਸਾਰੀ ਪਰ ਬੋਲੇ ਨਹੀਂ ਹੈ, ਕਿਉਂਕਿ ਪ੍ਰਣ ਕੀਤਾ ਸੀ ਨਾ ਮਹਾਰਾਜ, ਹੁਣ ਤੁਹਾਡੇ ਅਨੁਸਾਰੀ ਰਹਾਂਗੇ। ਜਦੋਂ ਅੰਮ੍ਰਿਤ ਛਕਿਆ ਸੀ ਚਰਣਾ ਅੰਮ੍ਰਿਤ ਲੈ ਕੇ ਵੀ ਅੰਮ੍ਰਿਤ ਛਕ ਕੇ ਸਿੱਖ ਬਣੇ ਆ, ਤੁਹਾਡੇ ਅਨੁਸਾਰੀ ਰਹਾਂਗੇ, ਇਹ ਪ੍ਰਣ ਹੈ। ਗੁਰੂ ਸਾਹਿਬ ਦੇ ਵਚਨ ਵੇਖ ਕੇ ਹੈਰਾਨ ਤਾਂ ਹੋਏ ਆ ਕੌਤਕ ਕਰਦਿਆਂ ਵੇਖ ਕੇ, ਪਰ ਕੁਝ ਬੋਲੇ ਨਹੀਂ ਸਿੱਖ। ਬ੍ਰਿਧ ਕੇ ਬੰਸ ਸਾਧੂ ਗੁਰ ਦਿੱਤਾ ਬਾਬਾ ਬੁੱਢਾ ਸਾਹਿਬ ਦੀ ਬੰਸ ਵਿੱਚੋਂ ਜੋ ਉਹਨਾਂ ਦੇ ਪੋਤਰੇ ਦਾ ਪੋਤਰਾ ਸ੍ਰੀ ਗੁਰਦਿੱਤਾ ਸਾਧੂ ਸੁਭਾਅ ਹੈ। ਹੋਣਹਾਰ ਪਰ ਮਨ ਦ੍ਰਿੜ ਕੀਤਾ ਇਹਨੇ ਹੋਣਹਾਰ ਤੇ ਮਨ ਦ੍ਰਿੜ ਕਰ ਲਿਆ ਵੀ ਜਿਹੜੀ ਗੱਲ ਹੋ ਕੇ ਰਹਿਣੀ ਆ ਉਹ ਬਸ ਹੋਣ ਵਾਲੀ ਹੈ। ਜੋ ਗੁਰ ਕਰਹਿ ਭਲੀ ਸਭ ਹੋਏ ਕਹਿੰਦਾ ਕੋਈ ਨਹੀਂ ਮਤੀ ਦਾਸ ਜੀ, ਆਪਾਂ ਨੂੰ ਕੀ ਫਿਕਰ ਹੈ, ਜੋ ਗੁਰੂ ਕਰੇਗਾ ਸਾਡੇ ਲਈ ਉਹੀ ਭਲਾ ਹੈ। ਕੋਟ ਜਤਨ ਤੇ ਮਿਟਹਿ ਨ ਸੋਏ ਬਾਕੀ ਗੁਰੂ ਸਾਹਿਬ ਜੋ ਕਰਨਾ ਚਾਹੁੰਦੇ ਨੇ ਕਰੋੜਾਂ ਵੀ ਯਤਨਾਂ ਨਾਲ ਉਹ ਕਦੀ ਮਿਟ ਨਹੀਂ ਸਕਦਾ, ਹੋ ਕੇ ਹੀ ਰਹੇਗੀ। ਹਿਮ ਲਿਖ ਕੈ ਤੂਸ਼ਨ ਹੋਏ ਰਹਿਓ ਇਸ ਤਰ੍ਹਾਂ ਜਾਣ ਕਰਕੇ ਭਾਈ ਗੁਰਦਿੱਤਾ ਜੀ ਵੀ ਚੁੱਪ ਹੀ ਰਿਹਾ, ਕੁਝ ਨਹੀਂ ਬੋਲਿਆ। ਭਲੀ ਕੇ ਬੁਰੀ ਨਹੀਂ ਬਚ ਕਹਿਓ ਆਏ ਭਲੀ ਕੀਤੀ ਮਹਾਰਾਜ ਨੇ, ਬੁਰੀ ਕੀਤੀ ਕੋਈ ਬਚਨ ਕਿਹਾ ਹੀ ਨਹੀਂ। ਕਹਿੰਦੇ ਜਦੋਂ ਸਿੱਖ ਹੀ ਬਣ ਗਏ, ਸਿੱਖ ਦਾ ਮਤਲਬ ਹੀ ਨਹੀਂ ਸਵਾਲ ਕਰਨ ਦਾ, ਕਿਉਂਕਿ ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਕੁੱਛਾ ਜਾਏ ਮੱਥਾ ਵੀ ਟੇਕੀ ਜਾਵੇ, ਇਹ ਵੀ ਆਖੀ ਜਾਵੇ ਮਹਾਰਾਜ ਇਦਾਂ ਨਹੀਂ ਹੁੰਦੀ ਗੱਲ, ਇਦਾਂ ਹੁੰਦੀ ਹੈ, ਫੇਰ ਕਾਹਦਾ ਸਿੱਖ ਹੈ। ਇਹ ਕੁਝ ਨਹੀਂ ਬੋਲੇ, ਕਹਿੰਦੇ ਜੋ ਗੁਰੂ ਸਾਹਿਬ ਕਰਨਗੇ ਠੀਕ ਹੀ ਆ। ਇਤਨੇ ਮਹਿ ਪਹੁੰਚੇ ਚਲ ਤਿੰਨੋਂ ਇਹਨੇ ਚਿਰ ਨੂੰ ਤਿੰਨੇ ਜਾਣੇ, ਭਾਵ ਇੱਕ ਬੱਕਰੀਆਂ ਚਾਰਨ ਵਾਲਾ ਤੇ ਦੋ ਜਿਹੜੇ ਪੁਲਿਸ ਵਾਲੇ ਸਨ ਜਿਨ੍ਹਾਂ ਨੂੰ ਮਹਾਰਾਜ ਜਮਦੂਤ ਕਹਿੰਦੇ, ਉਹ ਵੀ ਆਣ ਪਹੁੰਚੇ ਬਾਗ ਵਿੱਚ। ਵਨ ਵਿਖੇ ਪਰਵੇਸ਼ਨ ਕੀਨੋ ਬਾਗ ਦੇ ਵਿੱਚ ਪ੍ਰਵੇਸ਼ ਕੀਤਾ ਜਦੋਂ, ਖਰੇ ਹਜ਼ੂਰ ਗੁਰੂ ਕੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਆ ਕੇ ਖਲੋ ਗਏ ਸਿਪਾਹੀ। ਬੂਝੇ ਕਿਤ ਤੇ ਹੋ ਤੁਮ ਕੋਏ ਕਹਿਣ ਲੱਗੇ ਜੀ ਤੁਸੀਂ ਕਿੱਥੋਂ ਆਏ ਹੋ? ਕਹਾ ਨਾਮ ਕਿਸ ਗ੍ਰਾਮ ਬਸੰਤੇ ਤੁਹਾਡਾ ਨਾਮ ਕੀ ਹੈ ਤੇ ਕਿਹੜੇ ਨਗਰ ਸ਼ਹਿਰ ਚ ਵੱਸਦੇ ਹੋ? ਕਿਤ ਤੇ ਆਏ ਕਹਾ ਗਮਨੰਤੇ ਆਏ ਕਿਧਰੋਂ ਇਸ ਵੇਲੇ ਦੇ ਅੱਗੇ ਕਿੱਥੇ ਜਾਣਾ ਚਾਹੁੰਦੇ ਹੋ? ਸਾਰੇ ਸਵਾਲ ਕੀਤੇ। ਸੁਣ ਬੋਲੇ ਸਤਿਗੁਰੂ ਸੁਖ ਧਾਮ ਸੁੱਖਾਂ ਦੇ ਘਰ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਬੋਲੇ ਹਨ। ਤੇਗ ਬਹਾਦਰ ਹੈ ਹਮ ਨਾਮ ਕਹਿਣ ਲੱਗੇ ਜੀ ਸਾਡਾ ਨਾਮ ਤੇਗ ਬਹਾਦਰ ਹੈ। ਸ੍ਰੀ ਨਾਨਕ ਕੀ ਕਰੁਣਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ ਬਹੁਤ ਸਾਡੇ ਤੇ ਕਿਰਪਾ ਏ। ਜਾਂਤੇ ਗੁਰੂ ਜਗਤ ਮੈਂ ਕਹਾਂ ਜਾਂ ਕਿ ਜਗਤ ਦੇ ਇਸ ਕਰਕੇ ਜਿਹੜੇ ਜੀਵ ਨੇ ਸਾਨੂੰ ਗੁਰੂ ਤੇਗ ਬਹਾਦਰ ਜੀ ਕਹਿੰਦੇ ਹਨ। ਵਿਚਰਹਿ ਜਿਤ ਕਿਤ ਸਹਿਜ ਸੁਭਾਏ ਇਹ ਪਾਤਸ਼ਾਹ ਕਦੀ ਵੀ ਇਦਾਂ ਨਹੀਂ ਹੋਇਆ, ਸਿੱਖ ਹੀ ਦੱਸਦੇ ਹੁੰਦੇ ਸੀ ਜਦੋਂ ਕੋਈ ਪੁੱਛਗਿੱਛ ਹੋਵੇ, ਪਰ ਸਤਿਗੁਰੂ ਸਾਹਿਬ ਖੁਦ ਇੱਥੇ ਦੱਸ ਰਹੇ ਆਪਣਾ ਨਾਮ। ਕਹਿਣ ਲੱਗੇ ਵੀ ਸਾਡਾ ਨਾਮ ਇਹ ਗੁਰੂ ਤੇਗ ਬਹਾਦਰ ਕਹਿੰਦੇ ਨੇ ਸਾਨੂੰ। ਐਵੇਂ ਵੀ ਹੋਇਆ ਨਾ ਪੁੱਛਿਆ ਜਦੋਂ ਸ਼ੱਕ ਜਿਹਾ ਹੋਇਆ ਜੀ ਤੁਸੀਂ ਗੁਰੂ ਹੋ?
ਮਹਾਰਾਜ ਕਹਿੰਦੇ ਗੁਰੂ ਤਾਂ ਗੁਰੂ ਨਾਨਕ ਦੇਵ ਸਾਹਿਬ ਨੇ, ਹਾਂ ਅਸੀਂ ਦਾਸ ਉਹਨਾਂ ਦੇ ਹੀ ਆ, 9ਵੇਂ ਥਾਂ ਤੇ ਉਹਨਾਂ ਦੇ ਹੀ ਸੇਵਕ ਹੈ, ਤਖਤ ਤੇ ਬਰਾਜੇ। ਸੋ ਇਸ ਤਰ੍ਹਾਂ ਮਹਾਰਾਜ ਸਾਹਿਬ ਨੇ ਜਦੋਂ ਕਿਹਾ ਆਪਣਾ ਨਾਮ ਲੈ ਕੇ ਤੇ ਵਿਚਰੈ ਜਿਤ ਕਿਤ ਸਹਿਜ ਸੁਭਾਏ, ਵੀ ਪੁੱਛਿਆ ਸੀ ਵੀ ਕਿੱਧਰੋਂ ਆਏ ਤੇ ਕਿੱਥੇ ਜਾ ਰਹੇ ਹੋ। ਮਹਾਰਾਜ ਕਹਿੰਦੇ ਅਸੀਂ ਸੋਚ ਕੇ ਕਿਤੇ ਆਉਂਦੇ ਜਾਂਦੇ ਨਹੀਂ, ਸਹਿਜ ਸੁਭਾਅ ਵਾਹਿਗੁਰੂ ਦੀ ਰਜਾ ਵਿੱਚ ਹੀ ਵਿਚਰ ਰਹੇ ਹਾਂ। ਜਾਂ ਤੇ ਗੁਰੂ ਜਗਤ ਮੈਂ ਕਹੈ, ਥਿਰ ਹੋਏ ਬਸੇ ਨਹੀਂ ਇੱਕ ਥਾਂ, ਇੱਕ ਥਾਂ ਤੇ ਕਹਿੰਦੇ ਅਸੀਂ ਕਿਤੇ ਵਸਦੇ ਨਹੀਂ ਹਾਂ ਰੁਕ ਕੇ। ਸਿਮ ਸੁਨ ਕੈ ਗੁਰ ਤੇ ਤਿਸ ਠਾਉਰ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲੋਂ ਸਤਿਗੁਰਾਂ ਦਾ ਨਾਮ ਸੁਣਿਆ ਨਾ, ਉਸ ਥਾਂ ਤੇ ਬਾਗ ਵਿੱਚ ਖਲੋਤੇ ਸਿਪਾਹੀਆਂ ਨੇ, ਗਮਨਿਓ ਇੱਕ ਸਿਪਾਹੀ ਦੌੜ, ਇਹਨਾਂ ਦੀ ਤਾਂ ਜਿਵੇਂ ਲਾਟਰੀ ਲੱਗੀ, ਇੱਕ ਸਿਪਾਹੀ ਉੱਥੇ ਖਲੋ ਗਿਆ, ਇੱਕ ਦੌੜਿਆ ਸ਼ਹਿਰ ਨੂੰ ਚਲਾ ਗਿਆ। ਸੰਗੇ ਆਲੀ ਕੇ ਇੱਕ ਤੇ ਇੱਕ ਖਰਿਓ, ਬੱਕਰੀਆਂ ਚਾਰਨ ਵਾਲੇ ਦੇ ਨਾਲ ਉੱਥੇ ਗੁਰਾਂ ਦੇ ਹਜ਼ੂਰ ਖਲੋਤਾ ਰਿਹਾ। ਪ੍ਰਭ ਨੇ ਤਬਹਿ ਬੂਝਬੋ ਕਰਿਓ, ਧੰਨ ਗੁਰੂ ਤੇਗ ਬਹਾਦਰ ਸਾਹਿਬ ਉਹਨੂੰ ਪੁੱਛਣ ਲੱਗੇ ਵੀ ਤੈਨੂੰ ਜਿਹੜੇ ਕੰਮ ਭੇਜਿਆ ਸੀ, ਸਾਪ ਦੁਸ਼ਾਲਾ ਕਹਾਂ ਨਾ ਮਿਠਾਈ, ਛਾਪ ਨਾ ਦੁਸ਼ਾਲਾ, ਮਠਿਆਈ ਕਿੱਥੇ ਹੈ? ਮਹਾਰਾਜ ਕਹਿੰਦੇ ਜੋ ਲੈਣ ਗਿਆ ਸਾਂ। ਨਹੀਂ ਆਨਿਓ ਕਛ ਨਿਕਟ ਇਥਾਈ, ਆ ਇਸ ਥਾਂ ਤੇ ਕਹਿੰਦੇ ਕੁਝ ਵੀ ਤੂੰ ਲੈ ਕੇ ਨਹੀਂ ਆਇਆ ਜਿਹੜੇ ਕੰਮ ਭੇਜਿਆ ਸੀ। ਸੁਨ ਕਰ ਜੋਰ ਕਹਿਓ ਤਿਸ ਕਾਲਾ, ਹੱਥ ਜੋੜ ਕੇ ਉਸ ਵੇਲੇ ਮਹਾਰਾਜ ਨੂੰ ਕਹਿਣ ਲੱਗਾ, ਕਹਿਓ ਬਾਣੀਏ ਦੇਖ ਦੁਸ਼ਾਲਾ, ਮਹਾਰਾਜ ਜਦੋਂ ਮੈਂ ਬਾਣੀਏ ਕੋ ਮਠਿਆਈ ਲੈਣ ਗਿਆ, ਉਹਨੇ ਤਾਂ ਮੈਨੂੰ ਦੁਸ਼ਾਲਾ ਵੇਖ ਕੇ ਫੜ ਲਿਆ ਕਿ ਤੂੰ ਚੋਰ ਹੈ ਕੋਈ। ਚੱਲ ਚਬੂਤਰੇ ਮਹਿ ਆ ਪਹੁੰਚਾਏ, ਬਾਹੋਂ ਫੜ ਕੇ ਚਬੂਤਰੇ 'ਚ ਥਾਣੇ 'ਚ ਲੈ ਗਿਆ ਮੈਨੂੰ, ਥਾਣੇਦਾਰ ਕੋਲ। ਸੀਨ ਮੋਹੇ ਤੇ ਤਹਾਂ ਰਖਾਇਓ, ਉਹ ਸ਼ਾਪ ਤੇ ਦੁਸ਼ਾਲਾ ਉਹਨੇ ਥਾਣੇਦਾਰ ਨੇ ਖੋ ਕੇ ਉੱਥੇ ਰੱਖ ਲਿਆ, ਹੁਣ ਨੱਪ ਨੂੰ ਪਜਾਊ ਉਹ ਨਹੀਂ ਦਿੰਦਾ ਮਹਾਰਾਜ। ਹੀਰਾ ਹੀਰ ਮੁੰਦਰੀ ਆ ਮਾਹੀ, ਮੁੰਦਰੀ 'ਚ ਹੀਰਾ ਵੇਖ ਕਰਕੇ ਉਹਨਾਂ ਨੇ ਧਰ ਅਦਾਲਤੀ ਆਪਣੇ ਪਾਹੀ, ਅਦਾਲਤੀ ਨੇ ਕਹਿੰਦੇ ਉਸ ਵੇਲੇ ਆਪਣੀ ਮਹਾਰਾਜ ਜੇਬ 'ਚ ਪਾ ਲਿਆ ਸੀ ਸਹਿਜੇ ਨਿਰਣੇ ਜੇ। ਕਰਨ ਹੇਤ ਪਠ ਦੋਏ, ਤੇ ਮੈਨੂੰ ਕਹਿੰਦਾ ਤੂੰ ਚੋਰ ਆ। ਮੈਂ ਕਿਹਾ ਨਹੀਂ, ਵੀ ਮੈਨੂੰ ਤਾਂ ਭੇਜਿਆ ਇਦਾਂ ਤੁਹਾਡਾ ਨਾਂ ਲੈ ਕੇ ਵੀ ਉਹਨਾਂ ਬਾਹਰੋਂ, ਤੇ ਹੁਣ ਨਿਰਣਾ ਕਰਨ ਵਾਸਤੇ ਨਾਲ ਦੋ ਬੰਦੇ ਭੇਜੇ। ਇੱਕ ਤੋਂ ਗਇਓ ਬੂਝ ਕਰ ਆ ਸੋਏ, ਜੋ ਤੁਸੀਂ ਦੱਸਿਆ ਇਹ ਤੁਹਾਡੇ ਤੋਂ ਪੁੱਛ ਕੇ ਇੱਕ ਤਾਂ ਹੁਣ ਚਲੇ ਗਿਆ ਥਾਣੇ ਨੂੰ ਵਾਪਸ। ਇਹ ਮੋ ਕੋ ਮੁਸ਼ਕਲ ਬਨ ਗਏ, ਐਵੇਂ ਮਹਾਰਾਜ ਮਠਿਆਈ ਤਾਂ ਮੈਂ ਕੀ ਲਿਆਉਣੀ ਸੀ, ਮੈਨੂੰ ਤਾਂ ਉਲਟਾ ਵਿਪਤਾ ਪੈ ਗਈ, ਬੈਠੇ ਬਿਠਾਏ ਨੂੰ ਮੁਸ਼ਕਲ ਬਣ ਗਈ। ਅਬ ਗਮਨੋ ਸਭ ਹੀ ਕਹਿ ਦਈ, ਹੁਣ ਤਾਂ ਮੈਂ ਸਭ ਕੁਝ ਗੱਲ ਸੱਚੋ ਸੱਚ ਉਹਨਾਂ ਨੂੰ ਕਹਿਤੀ ਆ। ਉਹਨਾਂ ਤੁਹਾਨੂੰ ਪੁੱਛ ਲਿਆ ਵੀ ਮੈਂ ਤਾਂ ਜਾਣਾ ਵੀ ਮੈਨੂੰ ਨਹੀਂ ਦਿਹਾੜੀ ਚਾਹੀਦੀ, ਮੈਂ ਬੱਕਰੀਆਂ ਹੀ ਚਾਰ ਕੇ ਖੁਸ਼ ਹਾਂ। ਜਾਏ ਇਹ ਆਲੀ ਅਜਾ ਸੰਭਾਲੇ, ਇਹ ਆਲੀ ਨੇ ਇਦਾਂ ਕਹਿ ਕੇ ਨਾਵੇਂ ਸਤਿਗੁਰਾਂ ਨੂੰ ਜਾ ਕੇ ਆਪਣੀਆਂ ਬੱਕਰੀਆਂ ਸੰਭਾਲ ਲਈਆਂ। ਗਇਓ ਸਿਪਾਹੀ ਸਕਲ ਉਚਾਰੇ, ਤੇ ਜਿਹੜਾ ਸਿਪਾਹੀ ਗਿਆ ਸੀ ਉਹਨੇ ਸਾਰੀ ਗੱਲ ਜਾ ਕਰਕੇ ਥਾਣੇਦਾਰ ਨੂੰ ਦੱਸ ਦਿੱਤੀ ਵੀ ਉਹੀ ਆ ਜਿਨ੍ਹਾਂ ਨੂੰ ਆਪਾਂ ਲੱਭਦੇ ਫਿਰਦੇ ਆ, ਗੁਰੂ ਤੇਗ ਬਹਾਦਰ ਸਾਹਿਬ, ਜਿਨ੍ਹਾਂ ਦੇ ਸਰਕਾਰ ਨੇ 1000 ਰੁਪਈਆ ਨਾਮ ਉਦੋਂ ਦਾ ਰੱਖਿਆ ਹੋਇਆ ਹੈ ਵੀ 10 ਪਾਉਣ ਵਾਲੇ ਨੂੰ 1000 ਰੁਪਈਆ ਦੇਵਾਂਗੇ। ਐਵੇਂ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬੜੇ ਜੁਗਤੀ ਦੇ ਨਾਲ ਆਪਣੇ ਆਪ ਨੂੰ ਗ੍ਰਿਫਤਾਰ ਕਰਾਉਣ ਲਈ ਇਹ ਖੇਡ ਰਚੀ ਹੈ। ਇਹ ਵੀ ਪ੍ਰਸੰਗ ਜਿਵੇਂ ਆਇਆ, ਇਹਨੂੰ ਹੋਰ ਖੋਲ ਕੇ ਵੀ ਵਿਦਵਾਨਾਂ ਨੇ ਲਿਖਿਆ ਵੀ ਜਦੋਂ ਉਹ ਮਾਈ ਨੂੰ ਦਰਸ਼ਨ ਦੇ ਕੇ ਮਹਾਰਾਜ ਇੱਥੇ ਆਏ, ਇੱਕ ਹਸਨ ਅਲੀ ਨਾਮ ਦਾ ਇੱਕ ਮੁਸਲਮਾਨ ਜੋ ਬੱਕਰੀਆਂ ਚਾਰਦਾ ਸੀ, ਉਹਨੂੰ ਵੀ ਪਤਾ ਲੱਗਾ ਵੀ 1000 ਦੀ ਅਨਾਉਂਸਮੈਂਟ ਹੋਈ ਹੈ ਵੀ ਜਿਹੜਾ ਗੁਰੂ ਤੇਗ ਬਹਾਦਰ ਜੀ ਦੀ ਦੱਸ ਪਾਵੇ, ਤੇ ਅਰਦਾਸਾਂ ਕਰਦਾ ਸੀ ਵੀ ਮਹਾਰਾਜ ਗ੍ਰਿਫਤਾਰ ਤਾਂ ਇਹਨਾਂ ਨੇ ਤੁਹਾਨੂੰ ਕਰਨਾ ਜਾਂ ਤੁਸੀਂ ਹੋਣਾ ਹੀ ਹੈ। ਕਹਿੰਦੇ ਹਿੰਦੂਆਂ ਦੀ ਬਾਹ ਫੜੀ ਹੈ ਤੁਸੀਂ, ਤੇ ਜੇ ਮੇਰੇ ਰਾਹੀਂ ਕਿਤੇ ਗ੍ਰਿਫਤਾਰੀ ਦੇ ਦਿਓ, ਮੇਰਾ ਬੜੇਪਾ ਸੌਖਾ ਲੰਘੇ। ਧੀ ਇੱਕ ਵਿਆਹਣ ਵਾਲੀ ਹੈ ਘਰ 'ਚ ਬੈਠੀ, ਮੈਂ ਉਸ ਪੈਸੇ ਨਾਲ ਆਪਣੀ ਧੀ ਦਾ ਵਿਆਹ ਨਿਕਾਹ ਕਰ ਦਿਆਂਗਾ, ਮੇਰਾ ਪਰਿਵਾਰ ਸੁਖੀ ਹੋ ਜਾਊਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਉਹਦੀ ਵੀ ਭਾਵਨਾ ਪੂਰੀ ਕਰਨ ਵਾਸਤੇ ਹੀ ਇੱਥੇ ਗਏ ਆ। ਇਹ ਬੱਕਰੀਆਂ ਚਾਰਨ ਵਾਲਾ ਉਹਦਾ ਪੋਤਰਾ ਹੀ ਸੀ ਹਸਨ ਅਲੀ ਦਾ, ਤੇ ਇਹਨੂੰ ਮਹਾਰਾਜ ਨੇ ਕਿਹਾ ਸੀ ਜਦੋਂ ਮਠਿਆਈ ਲੈਣ ਜਾਵੀਂ ਤੇ ਦੱਸ ਜਾਈਂ ਉੱਥੇ ਸਾਡੇ ਬਾਬਤ। ਤੇ ਉਹ ਵੀ ਥਾਣੇ ਕਹਿੰਦੇ ਵੀ ਨਾਲ ਹੀ ਗਿਆ ਸੀ। ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਵੱਲ ਸਿਪਾਹੀ ਆ ਰਹੇ ਸਨ, ਪਹਿਲਾਂ ਅੱਗੇ ਉਹ ਹਸਨ ਅਲੀ ਆ ਗਿਆ। ਜਦੋਂ ਬਾਗ ਵਿੱਚ ਆਇਆ ਵੀ ਵੇਖਾਂ ਤਾਂ ਸਹੀ ਵੀ ਗੁਰੂ ਸਾਹਿਬ ਕੈਸੇ ਨੇ, ਜਦੋਂ ਦਰਸ਼ਨ ਕੀਤੇ ਤੇ ਫਿਰ ਪਛਤਾਉਣ ਲੱਗ ਪਿਆ। ਇੱਥੋਂ ਤੀਕਰ ਕਹਿੰਦੇ ਰੋ ਵੀ ਪਿਆ, ਕਹਿਣ ਲੱਗਾ ਉਹ ਹਸਨ ਅਲੀਆ, ਐਡੀ ਵੱਡੀ ਮਹਾਨ ਖੁਦਾ ਦੀ ਮੂਰਤ ਦਾ ਮੁੱਲ ਤੂੰ 1000 ਪਾਇਆ। ਕਹਿੰਦਾ ਮੈਂ ਤਾਂ ਸਮਝਿਆ ਕੋਈ ਐਵੇਂ ਸਾਧ ਹੋਣੇ, ਕੋਈ ਪੀਰ ਫਕੀਰ ਜਿਵੇਂ ਤੁਰੇ ਫਿਰਦੇ ਉਹੋ ਜਿਹੇ ਹੋਣਗੇ, ਕਿਹੜਾ ਕੋਈ ਫਰਕ ਪੈਂਦਾ, ਇਹ ਤਾਂ ਨਿਰਾ ਹੀ ਅੱਲਾ ਦਾ ਨੂਰ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ ਫਿਰ ਚਰਨੀ ਪੈ ਗਿਆ ਸੀ। ਕਹਿੰਦਾ ਮਹਾਰਾਜ ਹਜੇ ਸਿਪਾਹੀ ਪਹੁੰਚੇ ਨਹੀਂ ਹੈ, ਤੁਸੀਂ ਕਿਤੇ ਲੁਕ ਛਿਪ ਜਾਓ।
ਕਹਿਣ ਲੱਗੇ ਮਹਾਰਾਜ ਕਹਿੰਦੇ ਤੂੰ ਜਿਹੜਾ ਕੰਮ ਕਰਨਾ ਹੈ ਉਹ ਆਪਣਾ ਕੰਮ ਕਰ। ਹੁਣ ਪਹਿਲਾਂ ਅਰਦਾਸਾਂ ਕਰਦਾ ਸੀ, ਹੁਣ ਉਹ ਪੂਰੀ ਹੋ ਗਈ, ਬਸ ਤੂੰ ਬਾਕੀ ਜੋ ਖੇਡ ਹੋ ਰਹੀ ਹੈ ਉਹਦੇ ਵਿੱਚ ਨਾ ਆ। ਲੁਕਣ ਦੀ ਨਹੀਂ ਲੋੜ, ਸਾਨੂੰ ਕੋਈ ਫੜ ਸਕਦਾ ਹੈ? ਇਹ ਤਾਂ ਅਸੀਂ ਤੇਰਾ ਉਧਾਰ, ਤੇਰਾ ਭਲਾ ਹੀ, ਤੇਰੀ ਇੱਛਾ ਹੀ ਪੂਰੀ ਕਰਨ ਵਾਸਤੇ ਇੱਥੇ ਆਏ ਹਾਂ। ਇਹ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਿਰ ਉਹ ਸਿਪਾਹੀਆਂ ਨੂੰ ਦੱਸਿਆ ਸੀ। ਉਹ ਜਿਵੇਂ ਹੁਣ ਬਹੁਤ ਹੀ ਫੌਜ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕਰਨ ਵਾਸਤੇ ਆਉਂਦੇ ਨੇ। ਗ੍ਰਿਫਤਾਰੀ ਤਾਂ ਇਕੱਲੀ ਨਾਵੇਂ ਸਤਿਗੁਰਾਂ ਦੀ ਹੀ ਕਰਨੀ ਸੀ, ਪਰ ਬਾਕੀ ਸਿੱਖ ਆਪਣੀ ਇੱਛਾ ਨਾਲ ਗ੍ਰਿਫਤਾਰੀ ਦਿੰਦੇ ਆ, ਕਿਉਂਕਿ ਇਕੱਲਾ ਗੁਰੂ ਸਾਹਿਬ ਨੂੰ ਲਿਆਉਣ ਵਾਸਤੇ ਹੁਕਮ ਸੀ ਨਾ, ਸਿੱਖਾਂ ਦਾ ਦੇ ਵਿੱਚ ਕੋਈ ਰੋਲ ਨਹੀਂ ਸੀ। ਪਰ ਸਿੱਖਾਂ ਨੇ ਵੀ ਪਿਆਰ ਸਿਦਕ ਜਿਵੇਂ ਨਿਭਾਇਆ, ਇਹ ਕਥਾ ਪਾਉਣ ਵਾਲੇ ਸਮੇਂ ਸਰਵਣ ਕਰਾਂਗੇ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਇਤਿਹਾਸ ਨੂੰ ਕਹਿੰਦਿਆਂ ਸੁਣਦਿਆਂ ਹੋਈਆਂ ਅਨੇਕ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਅੱਜ ਦਾ ਜਿਹੜਾ ਦਿਹਾੜਾ ਹੈ 9 ਪੋਹ ਤੇ ਜਿਹੜਾ 10 ਪੋਹ ਹੈ, ਇੱਕ ਬੀਬੀ ਸ਼ਰਨ ਕੌਰ ਜਦੋਂ ਉਹਨੂੰ ਪਤਾ ਲੱਗਾ ਵੀ ਇੱਥੇ ਸਿੰਘ ਸ਼ਹੀਦ ਹੋਏ ਹਨ, ਰਾਤ ਦੇ ਸਮੇਂ ਆ ਜਿਹੜੀ ਲੰਘੀ ਰਾਤ ਹੈ 9 ਪੋਹ ਦੀ ਰਾਤ, ਉਹ ਲੱਭਦੀ ਰਹੀ ਮਹਾਰਾਜ ਸਾਹਿਬ ਜੀ ਦੇ ਸਿੰਘਾਂ ਦੇ ਸਰੀਰ ਮੈਂ ਸੰਭਾਲ ਲਵਾਂ। ਨੌਜਵਾਨ ਬੱਚੀ ਸੀ, ਤੁਰਕ ਥੱਕੇ ਟੁੱਟੇ ਹਾਰੇ ਹੰਬੇ ਸੌਂ ਗਏ। ਜਦੋਂ ਅੱਧੀ ਕੁ ਰਾਤ ਤੋਂ ਬਾਅਦ ਇਹਨੇ ਚਾਨਣ ਕਰਕੇ ਤੇ ਮਹਾਰਾਜ ਸਾਹਿਬ ਦੇ ਸਿੰਘਾਂ ਦੇ ਸਰੀਰ ਲੱਭੇ। 15-16 ਸਰੀਰ ਕਹਿੰਦੇ ਇਹਨੂੰ ਲੱਭੇ ਸਨ। ਬੀਬੀ ਸ਼ਰਨ ਕੌਰ ਇਹਦਾ ਨਾਮ ਹੈ। ਕੈਸੀ ਮਰਦ ਦਲੇਰ ਧੀ ਹੋਵੇਗੀ ਵੀ 4 ਛਪੇਰੇ ਭੇੜੀਆਂ ਦਾ ਘੇਰਾ ਏ, ਤੇ ਇਹਦਾ ਇੱਥੋਂ ਥੋੜ੍ਹੀ ਦੂਰੀ ਤੇ ਰਾਏਪੁਰ ਨਗਰ ਹੈ। ਜਦੋਂ ਮਾਛੀਵਾੜੇ ਨੂੰ ਮਹਾਰਾਜ ਗਏ, ਰਾਏਪੁਰ ਦੇ ਵਿੱਚੋਂ ਦੀ ਹੋ ਕੇ 10ਵੇਂ ਪਾਤਸ਼ਾਹ ਗਏ ਸਨ, ਤੇ ਇਹਨੇ ਕੱਲਾ ਸਰੀਰ ਸਿੰਘਾਂ ਦਾ ਲੱਭਣ ਦੀ ਕੋਸ਼ਿਸ਼ ਕੀਤੀ। ਕੱਲੀ ਸੀ, 15-16 ਸਰੀਰ ਕਹਿੰਦੇ ਇਹਨੇ ਲੱਭੇ। ਉਹਨਾਂ ਦਾ ਫਿਰ ਸੰਸਕਾਰ ਕਰਨ ਲਈ ਪਾਥੀਆਂ, ਜੋ ਵੀ ਜੰਗਲ ਦੇ ਵਿੱਚੋਂ ਸੁੱਕੀ ਲੱਕੜ ਜੋ ਕੁਝ ਮਿਲਿਆ, ਢੇਰ ਬਹੁਤ ਵੱਡਾ ਲਾਤਾ ਇੱਕ ਥਾਂ ਤੇ ਜਦੋਂ ਚੰਡਾ ਲਾਇਆ ਤਾਂ ਉਸ ਵੇਲੇ ਸੋਲਾ ਸਾਹਿਬ ਦਾ ਪਾਠ ਨਾਲ ਹੀ ਆਰੰਭ ਕਰਤਾ। ਅੰਮ੍ਰਿਤ ਵੇਲਾ ਹੋ ਚੁੱਕਿਆ ਸੀ। ਜਦੋਂ ਨਿਤਨੇਮ ਕਰਦੇ ਸਿੱਖ, ਮਾਈ ਬੀਬੀ ਸੋਲਾ ਸਾਹਿਬ ਪੜ੍ਹ ਰਹੀ ਹੈ। ਸਿਪਾਹੀਆਂ ਨੇ ਬਹੁਤ ਅੱਗ ਬਲਦੀ ਵੇਖ ਕੇ ਨੇੜੇ ਆਏ। ਬੀਬੀ ਨੇ ਆਪਣਾ ਬਾਹਰੋਂ ਭੇਖ ਜਿਹੜਾ ਸੀ ਉਹ ਇਦਾਂ ਦਾ ਬਣਾਇਆ ਜਿਵੇਂ ਮੁਸਲਮਾਨ ਬੀਬੀਆਂ, ਅੰਦਰ ਉਹਨੇ ਸ਼ਸਤਰ ਧਾਰੇ ਸਨ ਉਸ ਕੱਪੜਿਆਂ ਦੇ। ਨੇੜੇ ਆਏ, ਪੁੱਛਿਆ ਪਾਠ ਕਰਦੀ ਹੋਣ ਕਰਕੇ ਕੁਝ ਬੋਲੀ ਨਾ। ਜਦੋਂ ਵੇਖਿਆ ਵੀ ਇਹਦਾ ਸੰਸਕਾਰ ਆਪਣੇ ਸਿੰਘਾਂ ਦਾ ਕਰ ਰਹੀ ਹੈ ਜਿਹੜੇ ਅਸੀਂ ਸ਼ਹੀਦ ਕੀਤੇ ਆ, ਤਾਂ ਉਸ ਬੀਬੀ ਦੇ ਨੇੜੇ ਉਹਨੇ ਕਿਰਪਾਨ ਕੱਢ ਲਈ, ਇਹਨਾਂ ਨਾਲ ਲੜੀ। ਕਈ ਤੁਰਕ ਉੱਥੇ ਮੌਤ ਦੇ ਘਾਟ ਉਹਨੇ ਉਤਾਰਤੇ, ਪਰ ਅਖੀਰ ਉਹਨਾਂ ਦੇ ਕਾਬੂ ਆਈ। ਉਹਨਾਂ ਜਿਉਂਦੀ ਫੜ ਕੇ ਸਾਧ ਸੰਗਤ ਉਸ ਅੱਗ ਦੇ ਵਿੱਚ ਬੀਬੀ ਸ਼ਰਨ ਕੌਰ ਨੂੰ ਸੁੱਟ ਦਿੱਤਾ ਸੀ। ਤੇ ਉਹ ਜਿਉਂਦੀ ਹੋਈ ਨੇ, ਜਦੋਂ ਸਰੀਰ ਵੀ ਉਹਦਾ ਅੱਧਾ ਕੀ ਸੰਸਕਾਰ ਹੋਇਆ, ਇਹਨਾਂ ਨੇ ਅੱਗ ਉੱਗ ਬੁਝਾ ਦਿੱਤੀ, ਮਿੱਟੀ ਘੱਟਾ ਪਾ ਕੇ। ਚਾਹੁੰਦੇ ਸਨ ਵੀ ਸਿੰਘਾਂ ਦੇ ਸਰੀਰ ਉਲ ਜਾਣ ਤਾਂ ਕਿ ਕੋਈ ਡਰਦਾ ਸਿੰਘ ਨਾ ਸੱਜੇ ਮੁੜ ਕੇ। ਉਹ ਤਾਂ ਇੱਕ ਅੰਗੀਠਾ ਠੰਡਾ ਜਿਹਾ ਹੋ ਗਿਆ। 2 ਸਿੱਖ ਮਹਾਰਾਜ ਦੀ ਕਿਰਪਾ ਨਾਲ ਫਿਰ ਹੋਰ ਆਏ ਸਨ, ਭਾਈ ਰਾਮਾ ਤੇ ਭਾਈ ਤਲੋਕਾ। ਸਰਹੰਦ ਤੋਂ ਇਹਨਾਂ ਨੂੰ ਸ਼ੋਅ ਮਿਲੀ ਸੀ ਵੀ ਇੱਧਰ ਮਹਾਰਾਜ ਸਾਹਿਬ ਇੱਦਾਂ ਆਏ ਨੇ, ਤਾਂ ਸਹਿਜੇ ਆ ਕੇ ਪਤਾ ਲੱਗਾ ਵੀ ਸਿੰਘ ਸ਼ਹੀਦ ਹੋ ਗਏ ਨੇ। ਇਹਨਾਂ ਆਪਣੇ ਕੇਸ ਪਿੱਛੇ ਨੂੰ ਖਿਲਾਰ ਕੇ ਉਹਦੇ ਵਿੱਚ ਘੱਟਾ ਮਿੱਟੀ ਜਿਹਾ ਪਾ ਕੇ ਗੰਦਗੀ ਜੀ ਕੱਪੜਿਆਂ ਦੇ ਮਲ ਕੇ ਦੇ ਪਾਗਲਾਂ ਵਾਲੀ ਹਾਲਤ ਬਣਾਈ ਵੀ ਜਿਵੇਂ ਕੋਈ ਪਾਗਲ ਮੈਂਟਲ ਹੁੰਦੇ ਨੇ। ਤੇ ਇਦਾਂ ਦੀ ਹਾਲਤ ਸਾਰਾ ਦਿਨ ਕਹਿੰਦੇ ਵੀ ਜੋ ਆ 10 ਪੋਹ ਦਾ ਦਿਨ ਹੈ ਨਾ, ਸਾਰਾ ਦਿਨ ਇਹ ਉੱਥੇ ਚਮਕੌਰ ਸਾਹਿਬ, ਗੜੀ ਚਮਕੌਰ ਦੇ ਆਲੇ ਦੁਆਲੇ ਫਿਰਦੇ ਰਹੇ। ਸਿਪਾਹੀ ਵੇਖਦੇ ਰਹੇ। ਉਹ ਸਾਰਿਆਂ ਨੂੰ ਹੋ ਗਿਆ ਵੀ ਇਹ ਕੋਈ ਪਾਗਲ ਹੀ ਨੇ। ਜਦੋਂ ਅੱਧੀ ਕੁ ਰਾਤ ਹੋਈ, ਇਹਨਾਂ ਫਿਰ ਸਿੰਘਾਂ ਦੀ ਪਛਾਣ ਕੀਤੀ। ਪਛਾਣ ਕਰਦੇ ਇੱਕ ਸ਼ਹਿਰਾ ਵੇਖ ਕੇ, ਕੇਸ ਵੇਖ ਕੇ, ਕੜਾ ਵੇਖ ਕੇ ਵੀ ਇਹਨਾਂ ਦੀ ਸੰਭਾਲ ਕਰਨੀ ਚਾਹੀਦੀ, ਕਿਉਂਕਿ ਇਹਨਾਂ ਦਿਨੇ ਵੇਖਿਆ ਸੀ ਵੀ ਕੁਝ ਜਿਹੜੇ ਮੁਸਲਮਾਨਾਂ ਦੇ ਅਫਸਰ ਮਰੇ ਸਨ, ਉਹਨਾਂ ਦੇ ਸਰੀਰ ਮੁਸਲਮਾਨ ਸੰਭਾਲ ਰਹੇ। ਤੇ ਇਹਨਾਂ ਸੋਚਿਆ ਵੀ ਸਾਡੇ ਗੁਰੂ ਕੇ ਸਿੰਘਾਂ ਦੇ ਸਰੀਰ ਵੀ ਜਿਹੜੇ ਸੰਭਾਲੇ ਜਾਣੇ ਚਾਹੀਦੇ। ਲੱਭਣ ਲੱਗੇ ਤਾਂ ਉਹੀ ਅੰਗੀਠਾ ਜਿਹੜਾ ਬੀਬੀ ਨੇ ਬਾਲਿਆ ਸੀ, ਅੱਧਾ ਕੁ ਬਲਿਆ, ਉਹ ਫੋਲਿਆ। ਇੱਕ ਅੱਧ ਸੜੀ, ਅੱਧੀ ਕੁ ਵਿੱਚ ਅੱਗ ਦੇ ਨਾਲ ਸੰਸਕਾਰ ਹੋਈ ਲਾਸ਼ ਵੇਖੀ ਵੀ ਇਹ ਕਿਸੇ ਬੀਬੀ ਦੀ ਹੈ। ਇਉਂ ਜਾਪਦਾ ਹੈ ਵੀ ਇਹਨਾਂ ਨੇ ਫੜ ਕੇ ਮਾਰੀ ਹੈ। ਸੋ ਇਸ ਤਰ੍ਹਾਂ ਇਹਨਾਂ ਨੇ ਉਹ 15-16 ਦਾ ਸਰੀਰ ਪਹਿਲਾਂ ਉਸ ਬੀਬੀ ਸ਼ਰਨ ਕੌਰ ਨੇ ਲੱਭੇ ਸਨ। ਫਿਰ ਇਹ ਦੋਵਾਂ ਨੇ ਰਾਤ ਲੱਭਦਿਆਂ ਸਾਹਿਬਜ਼ਾਦਿਆਂ ਦੇ ਵੀ ਸਰੀਰ ਕਹਿੰਦੇ ਇਹਨਾਂ ਨੂੰ ਇੱਕੇ ਥਾਂ ਤੇ ਲੱਭੇ। ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੋਵੇਂ ਵੀਰ ਇੱਕੇ ਥਾਂ ਤੇ ਪਏ ਸਨ, ਜਿਵੇਂ ਸਦਾ ਇਕੱਠੇ ਹੀ ਰਹੇ। ਤੇ ਜੰਗੇ ਮੈਦਾਨ ਵਿੱਚ ਦੋਵਾਂ ਦੇ ਸਰੀਰ ਵੀ ਇੱਕ ਥਾਂ ਤੇ ਸਨ।
ਇਤਿਹਾਸਕਾਰਾਂ ਇਹ ਜ਼ਿਕਰ ਕੀਤਾ ਹੈ ਵੀ ਜਿਵੇਂ ਦੋਵੇਂ ਭਾਈ ਜਫੀਆਂ ਪਾ ਕੇ ਸੁੱਤੇ ਹੋਣ ਜੰਗ ਦੇ ਮੈਦਾਨ ਵਿੱਚ, ਸਾਹਿਬਜ਼ਾਦਿਆਂ ਦੇ ਸਰੀਰ, ਕਿਉਂਕਿ 10ਵੇਂ ਗੁਰਾਂ ਨੂੰ ਇਹਨਾਂ ਆ ਕੇ ਦੱਸਿਆ ਸੀ ਫਿਰ ਦਮਦਮੇ ਵੀ ਮਹਾਰਾਜ ਸਾਨੂੰ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਦੀ ਪਛਾਣ ਸੀ, ਉਹਨਾਂ ਦੇ ਸਰੀਰਾਂ ਦਾ ਵੀ ਅਸੀਂ ਸੰਸਕਾਰ ਕੀਤਾ। ਸਾਰੇ ਸਿੰਘ ਇਹਨਾਂ ਲੱਭ ਲਏ, 40-45 ਦੇ ਕਰੀਬ ਹੀ ਇਹਨਾਂ ਨੂੰ ਕਿਸੇ ਨੇ ਦੱਸਿਆ ਸੀ ਵੀ ਰਹਿ ਗਏ। ਇੰਨੇ ਕੁ ਜਦੋਂ ਸਰੀਰ ਲੱਭ ਗਏ, ਅੰਗੀਠਾ ਬਹੁਤ ਵੱਡਾ ਬਣਾ ਕੇ, ਬਹੁਤ ਬਾਲਣ ਇਕੱਠਾ ਕਰਕੇ ਤੇ ਚੰਡਾ ਮਚਾ ਦਿੱਤਾ। ਸਿਪਾਹੀ ਫੇਰ ਵੇਖ ਕੇ ਭੱਜੇ ਆਏ ਤਾਂ ਇਹ ਆਲੇ ਦੁਆਲੇ ਚੱਕਰ ਕੱਢੀ ਜਾਣ ਤੇ ਵਾਲ ਖਿਲਰੇ ਤੇ ਪਾਗਲਾਂ ਵਾਂਗ ਹਰਕਤਾਂ ਕਰਨ। ਉਹ ਵੇਖ ਕੇ ਵੀ ਇਹ ਤਾਂ ਉਹੀ ਦੋਵੇਂ ਪਾਗਲ ਜੋ ਸਵੇਰ ਦੇ ਫਿਰਦੇ ਉਹੀ ਫਿਰਦੇ ਆ। ਤੇ ਗੁਰੂ ਦੀ ਐਸੀ ਕਲਾ ਵਰਤੀ ਵੀ ਅੱਗ ਸਾਹਮਣੇ ਬਲਦੀ ਜਿਹੜੀ ਹੈ ਉਹ ਬਲਦੀ ਹੋਈ ਉਹਨਾਂ ਜਿਹੜੇ ਸਿਪਾਹੀਆਂ ਨੂੰ ਨਾ ਉਹਨਾਂ ਦਾ ਧਿਆਨ ਉਧਰ ਗਿਆ ਹੀ ਨਹੀਂ ਹੈ। ਇਹ ਪਾਗਲ ਵੇਖ ਕਰਕੇ ਵਾਪਸ ਮੁੜ ਗਏ। ਫਿਰ ਇਹ ਭਾਈ ਰਾਮਾ ਤੇ ਭਾਈ ਤਲੋਕੇ ਨੇ ਦੋਵਾਂ ਨੇ ਰਹਿੰਦਾ ਹੋਇਆ ਸਰੀਰਾਂ ਦਾ ਸੰਸਕਾਰ 10 ਪੋਹ ਦੀ ਰਾਤ ਨੂੰ ਸਾਧ ਸੰਗਤ ਚਮਕੌਰ ਵਿਖੇ ਕੀਤਾ। ਸਾਰੇ ਸਿੰਘਾਂ ਦੇ ਸਰੀਰ ਸੰਭਾਲੇ ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਇਹਨਾਂ ਸਿੱਖਾਂ ਵਿੱਚ ਵਰਤ ਕੇ। ਇਹ ਫਿਰ ਜਦੋਂ ਦਮਦਮੇ ਸਾਹਿਬ ਗਏ ਸਨ, ਅੰਮ੍ਰਿਤ ਛਕਿਆ, ਸਿੰਘ ਸੱਜੇ ਸੀ ਤੇ ਮਹਾਰਾਜ ਨੇ ਇਹਨਾਂ ਨੂੰ ਵਰ ਦਿੱਤੇ ਸਨ। ਇਹਨਾਂ ਦੇ ਵੱਡੇ ਵਡੇਰਿਆਂ ਨੂੰ ਬਖਸ਼ਿਸ਼ਾਂ 7ਵੇਂ ਪਾਤਸ਼ਾਹ ਵੱਲੋਂ ਹੋਈਆਂ। ਇਹ ਫਿਰ ਨਾਭੇ, ਪਟਿਆਲੇ ਤੇ ਜੀਂਦ ਦੇ ਰਾਜੇ ਹੋਏ ਇਹਨਾਂ ਦੀ ਬੰਸ ਦੇ ਵਿੱਚੋਂ। ਇਹਨਾਂ ਨੇ ਸਾਹਿਬਜ਼ਾਦਿਆਂ ਦੇ ਸਮੇਤ ਸਿੰਘਾਂ ਦੇ ਸੰਸਕਾਰ ਕੀਤੇ। ਬੀਬੀ ਸ਼ਰਨ ਕੌਰ ਵੀ ਸ਼ਹੀਦ ਹੋ ਗਏ। ਕੁਝ ਸਿੰਘਾਂ ਦੇ ਸੰਸਕਾਰ ਦਾ ਯਤਨ ਉਹਨਾਂ ਕੀਤਾ ਤੇ ਭਾਈ ਰਾਮਾ ਤੇ ਤਲੋਕੇ ਨੇ ਮਹਾਰਾਜ ਸਾਹਿਬ ਜੀ ਦੇ ਸਿੰਘਾਂ ਦੀ ਸੇਵਾ ਕੀਤੀ ਸੀ। ਇਹਨਾਂ ਗੁਰੂ ਕੇ ਸੂਰਮਿਆਂ ਨੂੰ, ਬੀਬੀ ਸ਼ਰਨ ਕੌਰ ਨੂੰ ਧੰਨ ਹੋਵੇਗੀ ਉਹ ਮਾਂ ਜਿਸ ਦੀ ਇਹ ਨੌਜਵਾਨ ਬੱਚੀ ਕਿੰਨੇ ਹਜ਼ਾਰਾਂ ਲੱਖਾਂ ਹੀ ਤੁਰਕਾਂ ਦੇ ਵਿੱਚ ਅੱਧੀ ਰਾਤ ਆ ਕੇ ਸਿੰਘਾਂ ਦੀ ਸੇਵਾ ਕਰਨ ਵਾਸਤੇ ਕੁਰਬਾਨ ਹੋ ਗਈ, ਸ਼ਹੀਦ ਹੋ ਗਈ। ਧੰਨ ਐਸੀਆਂ ਮਾਵਾਂ ਜਿਨ੍ਹਾਂ ਨੇ ਐਸੀ ਅਣਖੀ ਧੀਆਂ ਪੁੱਤਰ ਜਨਮੇ ਹਨ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ। ਉਹਨਾਂ ਗੁਰੂ ਕੇ ਸੂਰਮਿਆਂ ਦਾ ਖੂਨ ਸੁੱਕਦਾ ਨਹੀਂ ਹੈ, ਸਮੇਂ ਸਮੇਂ ਦੇ ਉਹ ਮਾਰ ਕਰ ਜਾਂਦਾ ਹੈ। ਇੱਕ ਬਹੁਤ ਹੀ ਵੱਡਾ ਨਿੰਦਕ ਜਿਹੜਾ ਹਰ ਵੇਲੇ ਗੁਰੂ ਸਾਹਿਬ ਦੀ, ਗੁਰੂ ਦੇ ਇਤਿਹਾਸ ਦੀ ਨਿੰਦਾ ਹੀ ਕਰਦਾ ਰਹਿੰਦਾ ਸੀ, ਨਿਊਜ਼ੀਲੈਂਡ 'ਚ ਬੈਠਾ, ਉਹਦਾ ਵੀ ਸਿੰਘਾਂ ਅੱਜ ਸੋਧਾ ਲਾਇਆ। ਉਹ ਵੇਖ ਕੇ ਆਉਂਦਾ ਵੀ ਗੁਰੂ ਕੇ ਸਿੱਖਾਂ ਨੂੰ ਕਿਸੇ ਦੇਸ਼ ਦੇ ਪਾਸਪੋਰਟ ਦੀ ਲੋੜ ਨਹੀਂ ਹੈ, ਤਾਂ ਦੁਸ਼ਟ ਨੂੰ ਸੋਧਣ ਕਿਤੇ ਵੀ ਪਹੁੰਚ ਹੀ ਜਾਂਦੇ ਹਨ। ਗੁਰੂ ਸਾਹਿਬ ਉਹਨਾਂ ਸਿੰਘਾਂ ਦੀ ਵੀ ਚੜ੍ਹਦੀ ਕਲਾ ਕਰਨ, ਕਿਉਂਕਿ ਉਹਨਾਂ ਨੇ ਪੰਥਕ ਕਾਰਜ ਕੀਤਾ ਹੈ ਕਿ ਗੁਰ ਕੀ ਨਿੰਦਾ ਸੁਣੇ ਨਾ ਕਾਣ, ਭੇਟਾ ਤੁਰਤ ਕਰੇ ਕਿਰਪਾਨ। ਕਿਰਪਾਨ ਦੀ ਭੇਟਾ ਕੀਤਾ ਹੈ, ਅਦਕ ਮਰਿਆ ਤਾਂ ਹੈ, ਅੱਗੇ ਗੁਰੂ ਦੀ ਗੁਰੂ ਜਾਣੇ। ਪਰ ਸਤਿਗੁਰੂ ਸਾਹਿਬ ਅੱਗੇ ਅਰਦਾਸ ਸੇ ਸੰਗਤੀ ਰੂਪ 'ਚ ਵੀ ਉਹਨਾਂ ਸਿੰਘਾਂ ਨੂੰ ਮਹਾਰਾਜ ਚੜ੍ਹਦੀਆਂ ਕਲਾ ਬਖਸ਼ਣ ਜਿਨ੍ਹਾਂ ਨੇ ਆਪਣੇ ਪਾਤਸ਼ਾਹ ਦੀ ਨਿੰਦਾ ਨਾਲ ਸਹਾਰਦਿਆਂ ਹੋਇਆਂ ਦੁਸ਼ਟ ਦਾ ਸੋਧਾ ਲਾਉਣ ਦਾ ਯਤਨ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਮ ਮੋਕੋ ਮੁਸ਼ਕਲ ਬਨ ਗਈ, ਅਬ ਗਮਨੋ ਸਭ ਹੀ ਕਹਿ ਦਈ। ਜਾਏ ਅਯਾਲੀ ਅਜ਼ਾ ਸਮਾਰੀ, ਗਇਓ ਸਿਪਾਹੀ ਸਕਲ ਉਚਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।